हर हफ्ते की तरह एक बार फिर तो लैके हाजिर हाँ जी प्रोग्राम प्राइम फोकस। मैं हाँ गुरप्रीत संधावालिया। तो हफ्ते बाद साडा मेला गेला जिहड़ा वो कट्टियां वाले सरदार जिहड़े कि इस वक्त कनेडा की धरती ते विचर रहे उन्हां दे नाल हुंदा। साझां ते बड़ियां सीगियां, कदी सुमो भी पाउणी सी असीं, पर अखीर सानूं वेचणी पै गई क्योंकि जदों चलणी नहीं तो फिर करिए की, बस भी साडी विचे रह गई। तो हुण तां कट्टी भी सुख नाल झोटी बन गई है, इस करके गल्लां बातां वो सारियां पिछे रह गईयां। अजकल तो साडे भराता श्री गल्लां बातां भी कनेडा दियां करदे ने, लेकां दियां करदे ने, ते होर पता नहीं कई कुछ दियां करदे ने। सारियां गल्लां बातां तो पहिलां आपां ਲੱਭ ਲਈਏ ਵੀ ਅੱਜ ਬੰਦਾ ਭਲਾ ਕਿਹੜੇ ਪੋਜ਼ ਦੇ ਵਿੱਚ ਆ। ਬਾਠ ਸਾਹਿਬ ਕੀ ਹਾਲ ਨੇ? ਬਹੁਤ ਵਧੀਆ ਜੀ, ਪਹਿਲਾਂ ਨਾਲੋਂ ਆਰਾਮ ਆ ਕੁਛ। ਬਹੁਤ ਵਧੀਆ। ਤੁਸੀਂ ਦੇਖੋ ਪੁੜੀ ਨਹੀਂ ਛੱਡਣੀ ਜਿਹੜੀ ਦੁੱਧ ਤੋਂ ਪਹਿਲਾਂ ਤੇ ਇੱਕ ਜਿਹੜੀ ਗੋਲੀ ਦੁੱਧ ਤੋਂ ਬਾਅਦ ਖਾਣੀ ਹੈ। ਨਹੀਂ ਬਿਲਕੁਲ ਇਹ ਵੀ ਗੱਲ ਠੀਕ ਹੈ। ਤੇ ਮੈਂ ਵੀ ਜਿਹੜਾ ਤੁਹਾਨੂੰ ਉਹ ਵੱਟ ਕੇ ਦੇ ਕੇ ਗਿਆ ਸੀ ਗੋਲੀਆਂ ਦੇਸੀ ਜਿਹੜੀਆਂ ਨਾ, ਉਹ ਵੀ ਇੱਕ ਕੋਸੇ ਪਾਣੀ ਨਾਲ, ਫਿਰ ਦੂਸਰੀ ਵਾਰੀ ਠੰਡੇ ਪਾਣੀ ਨਾਲ, ਤੀਸਰੀ ਵਾਰੀ ਥੋੜ੍ਹਾ ਜਿਹਾ ਗਰਮ ਪਾਣੀ ਨਾਲ ਲੈਂਦੇ ਰਹਿਣਾ ਲਗਾਤਾਰ, ਤੇ 2 ਘੰਟੇ ਗੋਲੀ ਖਾ ਕੇ ਛਿੱਕ ਨਹੀਂ ਮਾਰਨੀ। ਦੇਖੋ ਬਾਠ ਸਾਹਿਬ ਉਹ ਕਰ ਗਿਆ ਰਿਐਕਸ਼ਨ ਤੁਹਾਡੀਆਂ ਗੋਲੀਆਂ, ਮੈਂ ਖਾਣੀਆਂ ਛੱਡਤੀਆਂ। ਮੈਨੂੰ ਕਈਆਂ ਨੇ ਆਖਿਆ ਯਾਰ ਤੂੰ ਮੋਟਾ ਹੋ ਗਿਆ, ਕੁਛ ਪਤਾ ਨਹੀਂ ਕਿ ਵੇਲੇ ਦਵਾਈ ਦੀ ਬਾਤ ਘਾਟ ਹੋ ਜਾਂਦੀ ਆ। ਇਹਦਾ ਮਤਲਬ ਇਹ ਹੋ ਗਿਆ ਵੀ ਤੁਸੀਂ ਕੋਈ ਬਹੁਤੇ ਵਧੀਆ ਡਾਕਟਰ ਨਹੀਂ ਹੈਗੇ। ਆ ਟਾਈ ਕਿੱਥੋਂ ਲੱਭ ਕੇ ਲਿਆਂਦੀ ਹੈ? ਉਹ ਜਿਹੜੀਆਂ ਜਨਤਾ ਲੌਰਾ ਦੀਆਂ ਗੁਫਾਵਾਂ ਟਾਈਪ ਲੱਗਦੀ ਮੈਨੂੰ ਕਿ ਨਹੀਂ? ਦੇਖੋ ਜਿਹੜੀ ਹਰ ਚੀਜ਼ ਦੇ ਵਿੱਚ ਨਾ ਨਵਾਂਪਣ ਹੋਣਾ ਚਾਹੀਦਾ। ਤੇ ਤੁਸੀਂ ਤਾਂ ਪਿਛਲੀ ਵਾਰੀ ਵੀ ਆਖਿਆ ਸੀ ਕਿ ਭਾਈ ਟਾਈ ਜਿਹੜੀ ਹੈ ਉਹ ਕਿੱਧਰੋਂ ਆਈ। ਇਹ ਤੋਹਫਾ ਟਾਈ ਹੈ ਜੀ। ਤੇ ਤੋਹਫਾ ਟਾਈ ਜਿਹੜਾ ਹੁੰਦਾ ਤੇ ਉਹ ਹਮੇਸ਼ਾ ਹੀ ਵਧੀਆ ਹੁੰਦੀ ਹੈ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਹੈਗੀ ਆ, ਮੈਂ ਤੁਹਾਡਾ ਅੱਜ ਸ਼ੁਕਰਗੁਜ਼ਾਰ ਹਾਂ, ਧੰਨਵਾਦੀ ਹਾਂ ਦਿਲ ਦੀਆਂ ਗਹਿਰਾਈਆਂ ਚੋਂ। ਅੱਛਾ ਕਿਹੜੀ ਗੱਲ? ਕਿਹੜੀ ਤੋਂ? ਨਹੀਂ ਮੈਂ ਪੁੱਛੂੰਗਾ ਉਹ ਜੀ, ਉਹ ਇਸ ਕਰਕੇ ਕਿ ਭਾਈ ਦੇਖੋ ਕਿੰਨਾ ਟਾਈਮ ਲੱਗਦਾ। ਤੁਸੀਂ ਜਾਣੀ ਤਿਆਰ ਸ਼ਿਆਰ ਹੋ ਕੇ ਆਉਂਦੇ ਹੋ, ਇੱਕ ਮੇਰੇ ਕਰਕੇ ਆਉਂਦੇ ਹੋ ਤੁਸੀਂ। ਜੇ ਤਾਂ ਆਮ ਪਹਿਲਾਂ ਵਾਂਗੂ ਹੁੰਦੇ ਤਾਂ ਕੋਈ ਨਹੀਂ ਸੀ, ਹੁਣ ਆਉਣਾ, ਉਹਦੇ ਤੋਂ ਬਾਅਦ ਇੰਨੇ ਲੰਮੇ ਲੰਮੇ ਵਾਲ ਆ, ਉਹਨਾਂ ਨੂੰ ਵਾਹੁਣ ਨੂੰ ਹੀ ਬੜਾ ਟਾਈਮ ਲੱਗਦਾ ਹੋਣਾ। ਮੈਂ ਸੋਚਦਾ 5-4 ਕੰਘੀਆਂ ਤੁਹਾਨੂੰ ਭੇਜਾਂ। ਨਹੀਂ ਮੈਂ ਤਾਂ ਕਹਿੰਦਾ ਨਾਲ ਪਰਾਂਦੀਆਂ ਘੱਲੋ, ਇੱਕ ਸ਼ੀਸ਼ੀ ਸਰੋਂ ਦੇ ਤੇਲ ਦੀ। ਸਰੋਂ ਦਾ ਤੇਲ ਕੀ ਕੈਨੇਡਾ ਦਾ ਕੋਈ ਵਧੀਆ ਤੇਲ ਤੂਲ ਵੀ ਨਾਲ ਹੋਵੇ ਤੇ ਫੇਰ ਹੀ ਫਾਇਦਾ। ਕਰਦੇ ਬਾਠ ਸਾਹਿਬ ਟਿਚਰਾਂ। ਵੇਖੋ ਗੱਲ ਪਤਾ ਕੀ ਆ, ਇਹ ਹੁੰਦੀਆਂ ਗੱਲਾਂ ਜਦੋਂ ਬੰਦਾ ਇੱਕ ਵਾਰ ਨਿਕਲ ਜਾਂਦਾ ਨਾ ਇੱਥੋਂ ਚੱਕੜ ਚੋਂ, ਖੋਬੇ ਚੋਂ। ਇਹ ਇੱਥੇ ਹੁੰਦੇ ਤੇ ਘੱਟੋ ਘੱਟ ਦੋਵਾਂ ਭਰਾਵਾਂ ਨੇ ਕਿਤੇ ਝੋਨੇ ਚੋਂ ਲੱਦਣ ਪੁੱਟ ਦੇਣਾ ਸੀ ਤੇ ਨਾਲੇ ਸੁਣਨਾ ਸੀ ਰੇਡੀਓ, ਤੇ ਆਪਾਂ ਨੂੰ ਲੱਗ ਪਤਾ ਜਾਂਦਾ। ਨਾਲੇ ਪਿੰਡ ਵੱਲ ਨੂੰ ਵੇਂਦੇ ਵੀ ਆਉਂਦਾ ਕੋਈ ਰੋਟੀ ਲੈ ਕੇ ਮਗਰ ਕਿ ਨਹੀਂ ਆਉਂਦਾ। ਹੁਣ ਜਦੋਂ ਤੁਸੀਂ ਵਿੱਚ ਕੈਨੇਡਾ ਦੇ ਬੈਠੇ ਤੁਹਾਨੂੰ ਆਪੇ ਗੱਲਾਂ ਆਉਣੀਆਂ। ਨਹੀਂ ਮੈਨੂੰ ਗੱਲਾਂ ਨਹੀਂ ਆਉਣੀਆਂ। ਮੈਂ ਤਾਂ ਇਸ ਗੱਲੋਂ ਨਾ ਬਚ ਕੇ ਨਿਕਲਦਾ, ਮੂੰਹ ਦੇ ਉੱਤੇ ਮਾਸਕ ਲਾ ਕੇ ਨਿਕਲਦਾ ਵੀ ਕੋਈ ਇੱਥੇ ਜਿਹੜੀ ਨਾ ਵਾਲ ਲੰਬੇ ਕਰਨ ਵਾਲੇ ਤੇਲ ਬਣਾਉਣ ਵਾਲੀ ਕੰਪਨੀ ਆ ਉਹ ਕਿਤੇ ਹਾਕ ਨਾ ਮਾਰ ਲਵੇ ਕਿ ਭਾਈ ਉਹ ਪ੍ਰਾਈਮੇਸ਼ੀਆ ਵਾਲਿਓ ਆਇਓ, ਅਸੀਂ ਨਾ ਵਾਲ ਲੰਬੇ ਤੇ ਕਾਲੇ ਕਰਨ ਵਾਲੇ ਤੇਲ ਦੀ ਮਸ਼ਹੂਰੀ ਦੇਣੀ ਆ, ਪਰ ਮਾਡਲ ਵਿੱਚ ਗੁਰਪ੍ਰੀਤ ਸੰਧੇਵਾਲੀਆ ਲੈਣਾ। ਚਲੋ ਲੋਕ ਕੇ ਲੰਘਣ ਦੀ ਗੱਲ ਬਾਠ ਸਾਹਿਬ ਇਹ ਆ ਵੀ ਜਿਹੜਾ ਆ ਮਾਸਕ ਮੂਸਕ ਵਾਲਾ ਕੰਮ ਆ ਇਹ ਤੁਹਾਡੇ ਵੱਲ ਵੀ ਚੱਲਦਾ? ਕਿਉਂਕਿ ਸਾਡੇ ਵੱਲ ਤੇ ਇੱਧਰ ਭਾਈ ਸਾਹਿਬ ਬਹੁਤ ਰੌਲਾ ਪੈ ਗਿਆ। ਕੱਲ ਮੁੱਖ ਮੰਤਰੀ ਸਾਹਿਬ ਬੈਠੇ ਸੀਗੇ ਤੇ ਜਿਉਂ ਉਹਨਾਂ ਨੇ ਸਮਝੌਤੀਆਂ ਦੇਣੀਆਂ ਸ਼ੁਰੂ ਕੀਤੀਆਂ, ਕਹਿੰਦੇ ਭਾਈ ਸਾਹਿਬ ਬੰਦੇ ਦੇ ਪੁੱਤ ਬਣ ਜਾਓ। ਪਹਿਲਾਂ 500 ਜੁਰਮਾਨਾ ਸੀ, ਫਿਰ 5000 ਜੁਰਮਾਨਾ ਕੀਤਾ, ਫਿਰ ਵੀ ਜੇ ਕੋਈ ਨਹੀਂ ਹਟਦਾ ਤੇ ਹੁਣ ਕਹਿੰਦੇ ਜਿਹੜਾ ਕੋਈ ਮਾਸਕ ਵਾਲਾ ਨਾ ਪਾਏ ਵਾਲਾ ਨਾਕੇ ਤੇ ਹਟ ਜੇ ਨਾ ਤੇ 1 ਘੰਟਾ ਉਹਨੂੰ ਮਾਸਕ ਪਵਾ ਕੇ ਤੇ ਉੱਥੇ ਖੜਾ ਕਰਨਾ ਤਾਂ ਜਿਹਨੂੰ ਪਤਾ ਲੱਗੇ ਵੀ ਮੈਂ ਮਾਸਕ ਪਾਉਣਾ ਆ। ਤੁਹਾਡੇ ਵੀ ਇੱਧਰ ਕਰਨਾ ਪੈਂਦਾ ਇੱਦਾਂ? ਹਾਂ ਦੇਖੋ ਹੈਗਾ ਤਾਂ ਕੰਮ ਹੋ ਗਿਆ, ਪਰ ਇੱਦਾਂ ਚਲੋ ਤੁਰੇ ਫਿਰਦੇ ਸਧਾਰਨ ਅਵਸਥਾ 'ਚ ਨਹੀਂ ਪਾਉਣਾ ਹੁੰਦਾ। ਸੰਧਾਲੀਆ ਸਾਹਿਬ ਜੇ ਕਿਤੇ ਤੁਸੀਂ ਅੰਦਰ ਵੜਦੇ ਹੋ ਦੁਕਾਨ ਤੇ ਕਿਤੇ ਮਾਲ ਦੇ ਉੱਤੇ ਤਾਂ ਫਿਰ ਉਹ ਤੁਹਾਨੂੰ ਅੰਦਰ ਹੀ ਨਹੀਂ ਵੜਨ ਦਿੰਦੇ। ਕਈ ਤਾਂ ਇੱਦਾਂ ਦੇ ਬੰਦੇ ਆ ਜਿਨ੍ਹਾਂ ਨੇ ਬਾਹਰ ਮਾਸਕ ਫੜਾ ਕੇ ਖੜੇ ਕਰ ਦਿੱਤੇ ਕਰਮਚਾਰੀ ਕਿ ਭਾਈ ਇੱਕ ਦੇਈ ਜਾਓ। ਉੱਦਾਂ ਤੁਸੀਂ ਬਾਹਰ ਤੁਰੇ ਫਿਰ ਸਕਦੇ ਹੋ ਜਿੱਥੇ ਬਹੁਤੇ ਲੋਕੀ ਨਹੀਂ। ਪਰ ਇੱਕ ਗੱਲ ਮੈਂ ਸੋਚਦਾ ਸੀ ਕਿ ਕੀਤਾ ਤਾਂ ਕੈਪਟਨ ਸਾਹਿਬ ਨੇ ਧੱਕਾ ਹੀ ਆ ਨਾ। ਦੇਖੋ ਜਦੋਂ ਉਹਨਾਂ ਨੇ ਕਿਹਾ ਸੀ ਕਿ ਬਿਲਕੁਲ ਨਹੀਂ ਖੁੱਲ੍ਹੇ ਦੇ ਵਿੱਚ ਥੁੱਕਣਾ, ਕਿਸੇ ਪੰਜਾਬੀ ਨੇ ਥੁੱਕਿਆ? ਕਿਸੇ ਨੂੰ ਜੁਰਮਾਨਾ ਹੋਇਆ? ਜਦੋਂ ਉਹਨਾਂ ਨੇ ਕਿਹਾ ਸੀ ਮਾਸਕ ਪਾਏ ਤੋਂ ਬਿਨਾਂ ਨਹੀਂ ਨਿਕਲਣਾ, ਪੰਜਾਬ ਦੇ ਲੋਕ ਜਿਹੜਾ ਉਹ ਝੱਗੇ ਦੇ ਬਟਨ ਲਾਉਣੇ ਭਾਵੇਂ ਉੱਪਰਲੇ 1-2 ਭੁੱਲ ਜਾਣ ਪਰ ਉਹ ਮਾਸਕ ਪਾਉਣਾ ਨਹੀਂ ਭੁੱਲਦੇ। ਕਿਸੇ ਨੂੰ ਸੰਧਾਲੀਆ ਸਾਹਿਬ ਜੁਰਮਾਨਾ ਹੋਇਆ? ਹੁਣ ਮੈਨੂੰ ਜਿਹੜੀ ਦਿੱਕਤ ਲੱਗੀ ਆ, ਠੀਕ ਹੈ ਮੁੱਖ ਮੰਤਰੀ ਨੇ ਭਾਈ ਅਗਲੇ ਜਿਹੜਾ ਮਰਜ਼ੀ ਫੈਸਲਾ ਕਰ ਸਕਦੇ ਆ, ਪਰ ਸੰਧਾਲੀਆ ਸਾਹਿਬ ਸਭ ਤੋਂ ਵੱਧ ਔਖ ਪਤਾ ਕਿਸ ਲਈ ਹੋਣੀ ਹੈ? ਮੰਨ ਲਓ ਮੇਰੇ ਵਰਗਾ ਬੰਦਾ ਬਿਨਾਂ ਮਾਸਕ ਤੋਂ ਜਾਂਦਾ, ਪ੍ਰਸ਼ਾਸਨ ਨੇ ਫੜ ਲਿਆ, ਉਹਨੂੰ ਕਿਹਾ ਕਿ ਭਾਈ ਆ 1 ਘੰਟਾ ਹੁਣ ਤੂੰ ਮਾਸਕ ਲਾ ਕੇ ਉਹ ਦਰਖਤ ਥੱਲੇ ਛਾਵੇਂ ਖਲੋ ਜਾ। ਉਹ ਛਾਵੇਂ ਤਾਂ ਖਲੋ ਜੂ, ਪਰ ਜੇ ਮੁੜ ਕੇ ਕੁਲਫੀ ਵੇਚਣ ਵਾਲਾ ਭਾਈ ਪੌਂ ਕਰਦਾ ਕੋਲ ਦੀ ਲੰਘਿਆ, ਅਗਲੇ ਦਾ ਜੀ ਕਰੇ ਕੁਲਫੀ ਖਾਣ ਨੂੰ, ਹੁਣ ਮਾਸਕ ਨਾ ਲਾ ਕੇ ਕੁਲਫੀ ਨਹੀਂ ਖਾ ਸਕਦਾ, ਉਸ ਲਈ ਕੰਮ ਬਹੁਤ ਔਖਾ ਹੋਣਾ। ਇਹ ਔਖਾ ਤੇ ਬੜੀ ਤਰ੍ਹਾਂ ਦਾ, ਪਰ ਪਤਾ ਹੀ ਗੱਲ ਹੈ ਬਾਠ ਸਾਹਿਬ, ਇਹ ਸਾਰਾ ਕੁਛ ਨਾ ਮੈਨੂੰ ਐਂ ਲੱਗਦਾ ਕਿ ਵੀ ਤੁਸੀਂ ਜਾਂ ਕਹਿ ਲਓ ਕਿ ਬਾਹਰ ਵੱਡਿਆਂ ਦੇਸ਼ਾਂ ਨੇ ਤੇ ਸਾਰਾ ਕੁਛ ਦੇਖ ਲਿਆ, ਪਰ ਇੱਧਰ ਨਾ ਕਿਉਂਕਿ ਸਾਡੇ ਵਾਲੇ ਜਾਂ ਤੇ ਥੋੜ੍ਹਾ ਜਿਹਾ ਪਹਿਲਾਂ ਵਗ ਜਾਂਦੇ ਆ ਵੀ
ਪਤਾ ਨਹੀਂ ਅਜੇ ਕੋਈ ਚੀਜ਼ ਬਹੁਤ ਦੂਰ ਹੁੰਦੀ ਆ। ਜਦੋਂ ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਸਾਰਾ ਕੁਝ ਚੱਲਿਆ ਸੀ ਨਾ, ਅਜੇ ਬਿਮਾਰੀ ਜਿਹੜੀ ਉਹ ਚਾਈਨਾ ਤੋਂ ਤੁਰ ਕੇ ਇੱਧਰ ਯੂਰਪ ਵੱਲ ਹੀ ਫਿਰਦੀ ਸੀ, ਤੇ ਇਕੱਲੀ ਗਲੀ ਦੇ ਵਿੱਚ ਲੀਡਰ ਸਾਹਿਬ ਮਾਸਕ ਪਾ ਕੇ ਨਾਲ ਵੱਡਾ ਸਾਰਾ ਬੈਨਰ ਲੈ ਕੇ ਇੱਧਰ ਸੈਨੀਟਾਈਜ਼ ਕਰਵਾ ਰਹੇ ਨੇ, ਫਲਾਨੀ ਮਸ਼ੀਨ ਨਾਲ ਸਪਰੇਅ ਕਰਾ ਰਹੇ ਨੇ, ਢੀਂਗੜੀ ਮਸ਼ੀਨ ਨਾਲ ਕਰਾ ਰਹੇ ਨੇ। ਤੇ ਜਦੋਂ ਬਿਮਾਰੀ ਆਣ ਵੜੀ ਆ, ਹੁਣ ਇੱਥੇ ਇਹ ਵੀ ਪਤਾ ਵੀ ਹਰ ਰੋਜ਼ ਦੇ ਅਪਰੋਕਸੀਮੇਟਲੀ 1000 ਦੇ ਕਰੀਬ ਕੇਸ ਤੇ ਪੰਜਾਬ ਚੋਂ ਨਿਕਲਣ ਲੱਗ ਪਏ, ਤੇ 60,000 ਨੂੰ ਅੰਕੜਾ ਜਿਹੜਾ ਉਹ ਭਾਰਤ ਦੇਸ਼ ਮਹਾਨ ਦਾ 24 ਘੰਟਿਆਂ ਦਾ ਪਹੁੰਚ ਗਿਆ। ਯਾਨੀ ਕਿ 24 ਘੰਟਿਆਂ 60,000 ਦੇ ਕਰੀਬ ਜਿਹੜੇ ਆ ਉਹ ਪੇਸ਼ੈਂਟ ਆਉਣ ਲੱਗ ਪਏ। ਤੇ ਹੁਣ ਨਾ ਤੇ ਕੋਈ ਕਿਤੇ ਸੈਨੀਟਾਈਜ਼ਰ ਵਾਲੀ ਮਸ਼ੀਨ ਆ, ਨਾ ਕੋਈ ਕਿਸੇ ਨੂੰ ਆਣ ਕੇ ਕਹਿੰਦਾ ਹੀ ਆ, ਨਾ ਕੋਈ ਰਾਸ਼ਨ ਵੰਡਣ ਵਾਲਾ ਹੀ, ਕਿਸੇ ਤਰ੍ਹਾਂ ਦਾ ਕੋਈ ਕੰਮ ਨਹੀਂ। ਮਤਲਬ ਜਿਹੜੀਆਂ ਥਾਲੀਆਂ ਤੇ ਜਿਹੜੀਆਂ ਆਪਾਂ ਉਦੋਂ ਕਹਿ ਲਓ ਵੀ ਘੰਟੀਆਂ ਪਹਿਲਾਂ ਵਜਾ ਲਈਆਂ ਜਦੋਂ ਆਪਣੇ ਇੱਥੇ ਕੁਛ ਨਹੀਂ ਸੀਗਾ, ਉਹ ਸਾਰਾ ਕੁਝ ਦੀ ਹੁਣ ਲੋੜ ਆ। ਪਰ ਹੁਣ ਇੱਥੇ ਕਿਸੇ ਨੂੰ ਕੋਈ ਬਹੁਤਾ ਫਿਕਰ ਹੈ ਨਹੀਂ। ਹਾਂ, ਇਹ ਬਿਆਨ ਜ਼ਰੂਰ ਆ ਜਾਂਦਾ ਵੀ ਮਾਸਕ ਪਾ ਕੇ ਰੱਖੋ ਜੀ ਤੇ ਆਪਣਾ ਖਿਆਲ ਰੱਖੋ ਜੀ। ਅਸਲ 'ਚ ਸੰਧਾਲੀਆ ਸਾਹਿਬ, ਭਾਰਤ ਦੇਸ਼ ਨਾ ਕਿਸੇ ਪਾਸਿਓਂ ਮੇਰੇ ਵਾਂਗੂ ਕਮਜ਼ੋਰ ਆ। ਜਿੱਦਾਂ ਮੈਂ ਸਰੀਰੋਂ ਠੀਕ ਠਾਕ ਜਿਹਾ ਕਹਿਰਾ ਜਿਹਾ ਨਾ, ਹੁਣ ਹੁੰਦਾ ਕੀ ਸੀ, ਆਪਾਂ ਜਦੋਂ ਦੋਨੇ ਭਰਾ ਜਲੰਧਰ ਵਾਲੇ ਸਟੂਡੀਓ ਇਕੱਠੇ ਪ੍ਰੋਗਰਾਮ ਕਰਦੇ ਸੀ, ਇੱਕ ਥਾਂ ਤੇ ਬਹਿ ਕੇ ਚਾਹਾਂ ਇਕੱਠੀਆਂ, ਫਰੂਟ ਚਾਟ ਇਕੱਠਾ, ਗੁੜ ਇਕੱਠਾ, ਸ਼ੱਕਰ ਇਕੱਠੀ। ਉਦੋਂ ਕੀ ਹੋਣਾ, ਅਗਸਤ ਮਹੀਨਾ ਲੰਘਣਾ, ਸਤੰਬਰ ਦੀ 15 ਤਰੀਕ ਹੋਣੀ, ਤਾਂ ਮੈਂ ਤਾਂ ਉਦੋਂ ਹੀ ਜਾ ਕੇ ਸਵਾਟਰ ਨੂੰ ਧੁੱਪ ਲਵਾ ਲੈਣੀ, ਕੋਟੀਆਂ ਨੂੰ ਧੁੱਪ ਲਵਾ ਲੈਣੀ, ਤਾਂ ਮੈਂ 15 ਸਤੰਬਰ ਨੂੰ ਹੌਲੀ ਦੇਣੀ ਸਵਾਟਰ ਪਾ ਕੇ ਆ ਜਾਣਾ। ਤੇ ਗੁਰਪ੍ਰੀਤ ਸੰਧਾਲੀਆ ਵੱਡੇ ਮੁਲਕਾਂ ਨੂੰ ਤਾਕਤਵਰ ਬੰਦਾ, ਅਕਤੂਬਰ ਲੰਘ ਜਾਣਾ, ਨਵੰਬਰ ਲੰਘ ਜਾਣਾ, ਦਸੰਬਰ ਦੀ 1 ਤਰੀਕ ਨੂੰ ਇਹਨਾਂ ਨੇ ਸੋਚਣ ਲੱਗਣਾ ਕਿ ਭਾਈ ਠੰਡ ਆ ਗਈ ਲੱਗਦੀ ਆ, ਕੁਛ ਪਾ ਲਈਏ। ਸੋ ਇਹਨਾਂ ਨੂੰ ਪਤਾ ਸੀ ਕਿ ਭਾਈ ਇੱਥੇ ਕੰਮ ਜੇ ਕਾਬੂ ਤੋਂ ਬਾਹਰ ਹੋ ਗਿਆ ਤਾਂ ਔਖਾ ਹੋ ਜੂ। ਵੇਲੇ ਸਿਰ ਹੀ ਘੰਟੀਆਂ ਵਜਾ ਲਈਆਂ। ਲੋਕਾਂ ਨੂੰ ਕਰੋਨਾ ਤੋਂ ਬਚਾਇਆ ਕਿ ਨਹੀਂ ਬਚਾਇਆ ਪਤਾ ਨਹੀਂ, ਪਰ ਲੋਕਾਂ ਦੀਆਂ ਥਾਲੀਆਂ ਦੇ ਉੱਤੇ, ਕੌਲੀਆਂ ਦੇ ਉੱਤੇ ਇਹਨਾਂ ਨੇ ਡੈਂਟ ਜ਼ਰੂਰ ਪਵਾਤੇ ਆ। ਉਹ ਤਾਂ ਪੈ ਗਏ ਆ। ਬਾਠ ਸਾਹਿਬ, ਤੁਹਾਡੀ ਉਦਾਹਰਨ ਤਾਂ ਵਧੀਆ ਵੀ ਚਲੋ ਦਸੰਬਰ 'ਚ ਮੈਂ ਤਾਂ ਐਟਲੀਸਟ ਪਾ ਲੈਣਾ ਨਾ ਘੱਟੋ ਘੱਟ, ਪਰ ਹੁਣ ਮੁਸ਼ਕਿਲ ਇਹ ਆ ਗਈ ਵੀ ਜਿਨ੍ਹਾਂ ਨੇ ਸਤੰਬਰ 'ਚ ਸਵੈਟਰ ਪਾਇਆ ਸੀ ਉਹ ਹੁਣ ਦਸੰਬਰ 'ਚ ਕੱਛੇ ਬਣਾਉਣ 'ਚ ਨਿਕਲਣ ਨੂੰ ਫਿਰਦੇ ਆ ਵੀ ਹੁਣ ਠੰਡ ਹੈ ਨਹੀਂ, ਹੁਣ ਠੰਡ ਹੈ ਨਹੀਂ। ਰੌਲਾ ਤਾਂ ਆ। ਹੁਣ ਚਲੋ ਇਹ ਤਾਂ ਆਪਾਂ ਕਹਿ ਸਕਦੇ ਹਾਂ, ਕਿਉਂਕਿ ਨਾ ਇਹ ਕਰੋਨੇ ਵਾਲਾ ਕੰਮ ਹੀ ਬੜਾ ਅਜੀਬ ਹੋ ਗਿਆ। ਹੁਣ ਤੁਸੀਂ ਦੇਖੋ ਵੀ ਦੋ ਤਰ੍ਹਾਂ ਦੇ ਬੰਦੇ ਆਪਾਂ ਨੂੰ ਬਾਜ਼ਾਰ 'ਚ ਮਿਲਦੇ ਆ। ਇੱਕ ਬੰਦੇ ਉਹ ਮਿਲਦੇ ਆ ਜਿਨ੍ਹਾਂ ਨੇ ਮਾਸਕ ਪਾਇਆ, ਸੈਨੀਟਾਈਜ਼ਰ ਹੱਥ 'ਚ ਰੱਖਿਆ, ਹਰ ਵੇਲੇ ਉਹ ਹੱਥ ਦੇ ਉੱਪਰ ਐ ਮਲ ਕੇ ਤੇ ਆਪਣੇ ਆਪ ਰੱਖਦੇ ਵੀ ਮੈਂ ਕਿਸੇ ਦੇ ਟੱਚ 'ਚ ਨਾ ਜਾ, ਭਾਈ ਸਾਹਿਬ ਵੇਲੇ ਇੱਕ ਵੇਲੇ ਮੈਂ ਬਾਹਰ ਨਹੀਂ ਜਾਣਾ ਜੇ ਮੈਨੂੰ ਲੋੜ ਨਹੀਂ ਆ। ਤੇ ਦੂਜੇ ਬੰਦੇ ਉਹ ਫਿਰਦੇ ਜਿਹੜਾ ਕਹਿੰਦਾ ਹੋ ਗਏ ਕਿਹੜਾ ਕਰੋਨਾ, ਐਵੇਂ ਸਰਕਾਰਾਂ ਮਾਰਦੀਆਂ, ਉਹ ਇਹਦੇ ਟਕਵਾਂਜ ਚਲਾਇਆ ਕੰਪਨੀਆਂ ਨੇ, ਨਾ ਮਾਸਕ ਪਾਉਣਾ, ਨਾ ਹੱਥ ਧੋਣਾ, ਤੇ ਨਾ ਕਿਤੇ ਝਿਜਕੀ ਰੱਖਣੀਆਂ ਵੀ ਕੋਈ ਇਹੋ ਜਿਹੀ ਬਿਮਾਰੀ ਹੈਗੀ ਆ। ਤੇ ਵੱਡੀ ਗੱਲ ਇਹ ਆ ਵੀ ਦੋਵੇਂ ਹੀ ਇੱਕ ਦੂਜੇ ਨੂੰ ਮੂਰਖ ਸਮਝਦੇ ਆ। ਉਹਨੂੰ ਲੱਗਦਾ ਵੀ ਇਹ ਜਿਹੜਾ ਹੱਥ ਧੋਣ ਵਾਲਾ ਇਹ ਮੂਰਖ ਆ, ਤੇ ਜਿਹੜਾ ਹੱਥ ਨਹੀਂ ਧੋਦਾ ਉਹ ਲੱਗਦਾ ਵੀ ਦੂਜਾ। ਮਤਲਬ ਆਹ ਜਿਹੜਾ ਕੰਮ ਆ ਇਹ ਚੱਲ ਪਿਆ ਹੁਣ ਇੱਥੇ। ਨਹੀਂ, ਇਹ ਬੜਾ ਔਖਾ। ਇਹ ਸੰਧਾਲੀਆ ਸਾਹਿਬ ਤੁਹਾਡੀ ਗੱਲ ਬਿਲਕੁਲ ਠੀਕ ਹੈ। ਜਿਹੜਾ ਬੰਦਾ ਬਿਨਾਂ ਮਾਸਕ ਪਾਇਆ ਮਾਸੀ ਦੇ ਘਰੋਂ ਮੁੜੇ ਆਉਂਦਾ, ਉਹ ਕਹਿੰਦਾ ਲੈ ਮੈਂ ਤਾਂ ਪਾਇਆ ਨਹੀਂ, ਖੜੇ ਸੀ 2 ਨਾਕੇ ਵਾਲੇ, ਮੈਂ ਕੱਚੇ ਪਾ ਲਿਆ। ਹੁਣ ਉਹਨੂੰ ਇਹ ਪਤਾ ਹੀ ਨਹੀਂ ਕਿ ਭਾਈ ਮਾਸਕ ਤੂੰ ਨਾਕੇ ਵਾਲਿਆਂ ਤੋਂ ਬਚਣ ਲਈ ਨਹੀਂ ਪਾਉਣਾ। ਦੂਜੇ ਪਾਸੇ ਸਾਡੇ ਲੀਡਰ ਸਾਹਿਬਾਨ ਆ। ਹੁਣ ਸੰਧਾਲੀਆ ਸਾਹਿਬ, ਇਹ ਦੇਖੋ ਕਿੱਡੀ ਵੱਡੀ ਗੱਲ ਹੈ। ਕੋਈ ਅਖਬਾਰ ਚੱਕ ਲਓ, ਕੋਈ ਟੀਵੀ ਚੈਨਲ ਦੇਖ ਲਓ, ਕੋਈ ਸੋਸ਼ਲ ਮੀਡੀਆ ਤੇ ਦੇਖ ਲਓ, 20-25 ਬੰਦੇ ਖੜੇ ਹੋਣਗੇ, ਲੀਡਰ ਸਾਹਿਬ ਆਪਣੇ ਸਾਥੀਆਂ ਸਮੇਤ ਫਲਾਨੀ ਥਾਂ ਦੇ ਉੱਤੇ ਜਾਇਜ਼ਾ ਲੈਣ ਗਏ। ਉਹਨਾਂ 25 ਬੰਦਿਆਂ ਦੇ ਵਿੱਚੋਂ 24 ਬੰਦਿਆਂ ਨੇ ਮਾਸਕ ਪਾਏ ਹੁੰਦੇ ਆ, ਤੇ ਲੀਡਰ ਸਾਹਿਬ ਨੇ ਮਾਸਕ ਤਾਂ ਪਾਇਆ ਹੁੰਦਾ, ਪਰ ਉਹਨਾਂ ਨੇ ਧੌਣ ਤੇ ਕੀਤਾ ਹੁੰਦਾ ਕਿ ਭਾਈ ਹੁਣ ਫੋਟੋ ਖਿੱਚਣ ਲੱਗੇ ਆ, ਘੱਟੋ ਘੱਟ ਲੋਕਾਂ ਨੂੰ ਪਤਾ ਤਾਂ ਲੱਗੇ ਫਲਾਨੇ ਸੀਨੀਅਰ ਮੀਤ ਪ੍ਰਧਾਨ ਨੇ ਦੌਰਾ ਕੀਤਾ। ਹੁਣ ਉਹਨਾਂ ਲੀਡਰਾਂ ਦੇ ਉੱਤੇ ਕਾਰਵਾਈ ਕੋਈ ਨਹੀਂ ਕਰਦਾ, ਉਹਨਾਂ ਲੀਡਰਾਂ ਨੂੰ ਕੋਈ ਨਹੀਂ ਪੁੱਛਦਾ। ਹੁਣ ਉਹ ਆਪਣੇ ਹਿਸਾਬ ਕਿਤਾਬ ਦੇ ਵਿੱਚ ਲੱਗੇ ਹੋ। ਪਰ ਇਹ ਗੱਲ ਤੁਹਾਡੀ ਠੀਕ ਹੈ, ਦੋਨਾਂ ਹੀ ਧਿਰਾਂ ਨੂੰ ਲੱਗਦਾ ਕਿ ਸਾਡੇ ਤੋਂ ਵੱਧ ਸਿਆਣਾ ਕੋਈ ਨਹੀਂ, ਦੋਨਾਂ ਹੀ ਧਿਰਾਂ ਨੂੰ ਲੱਗਦਾ ਕਿ ਦੂਸਰਿਆਂ ਨੂੰ ਮੂਰਖ ਬਣਾਉਣ ਦੇ ਵਿੱਚ ਸਾਡਾ ਸਾਨੀ ਕੋਈ ਨਹੀਂ। ਚਲੋ ਇਹ ਤਾਂ ਠੀਕ ਆ। ਤੇ ਬਾਠ ਸਾਹਿਬ, ਇੱਕ ਚੀਜ਼ ਜਿਹੜੀ ਗੱਲ ਮੈਂ ਚਾਹੁੰਦਾ, ਆਪਾਂ ਜਿੱਦਾਂ ਇਸ ਪ੍ਰੋਗਰਾਮ 'ਚ ਹਫ਼ਤੇ ਦਾ ਵਿਚਾਰ ਵਟਾਂਦਰਾ ਕਰਦੇ ਹੁੰਦੇ ਹਾਂ ਜੋ ਕੁਛ ਵਾਪਰਿਆ, ਮੈਂ ਜੇ ਹੁਕਮ ਕਰੋ ਤੇ ਸ਼ੁਰੂਆਤ ਕਰੀਏ ਇਹਨਾਂ ਹਫ਼ਤੇ ਦੀਆਂ ਜਿਹੜੀਆਂ ਖਾਸ ਗੱਲਾਂ ਬਾਤਾਂ ਸੀਗੀਆਂ ਵਿਚਾਰਨ ਵਾਲੀਆਂ। ਆਉਣ ਦਿਓ ਜੀ, ਆਉਣ ਦਿਓ। ਦੇਖੋ, ਇੱਕ ਤੇ ਜਿਹੜੀ ਸਭ ਤੋਂ ਪਹਿਲਾਂ ਖਬਰ ਮੇਰੇ ਖਿਆਲ ਨਾਲ ਕਰਨੀ ਬਣਦੀ ਆ ਰਾਮ ਮੰਦਿਰ ਦੇ ਨੀਂਹ ਪੱਥਰ ਦੀ, ਜਿਹੜਾ ਕਿ ਮੋਦੀ ਸਾਹਿਬ ਵੱਲੋਂ ਰੱਖਿਆ ਗਿਆ। ਹਾਲਾਂਕਿ ਬਹੁਤ ਤਰ੍ਹਾਂ ਦੀਆਂ ਉਹਦੇ ਤੇ ਗੱਲਾਂ ਚਰਚਾਵਾਂ ਚੱਲੀਆਂ ਕਿ ਰਾਮ ਮੰਦਿਰ ਦਾ ਨੀਂਹ ਪੱਥਰ ਤਾਂ ਕਈ ਦਹਾਕੇ ਪਹਿਲਾਂ ਹੀ ਰੱਖ ਦਿੱਤਾ ਗਿਆ ਸੀਗਾ, ਤੇ ਮੋਦੀ ਸਾਹਿਬ ਨੇ ਦੁਬਾਰਾ ਕਿਉਂ ਰੱਖਿਆ ਜਾ ਕੇ। ਫਿਰ ਇਹ ਵੀ ਚਰਚਾ ਚੱਲ ਪਈ ਕਿ ਵੀ ਜੇ ਇੱਕ ਸੈਕੂਲਰ ਦੇਸ਼ ਹੈ ਤੇ ਸੈਕੂਲਰ ਦੇਸ਼ ਦਾ ਮੋਢੀ ਇੱਕ ਖਾਸ ਧਰਮ ਦਾ ਨੀਂਹ ਪੱਥਰ ਕਿਉਂ ਰੱਖਣ ਜਾਂਦਾ। ਨਾਲ ਇਹ ਵੀ ਕਹਿਣ ਲੱਗ ਪਏ ਕਿ ਹਾਂਜੀ ਮਸਜਿਦ ਜਿਹੜੀ ਹੈ ਉਹਦਾ ਵੀ ਨਾਲ ਉਦੋਂ ਹੀ ਕਿਤੇ ਨੀਂਹ ਪੱਥਰ ਖਾ ਲਿਆ ਜਾਂਦਾ ਤਾਂ ਸੇਮ ਡੇ ਹੀ ਸਾਰਾ ਕੁਝ ਹੋ ਜਾਂਦਾ। ਕਈ ਤਰ੍ਹਾਂ ਦੀਆਂ ਚਰਚਾਵਾਂ ਗੱਲਾਂ ਹੋਈਆਂ, ਪਰ ਜਿਸ ਦਿਨ ਉਹ ਨੀਂਹ ਪੱਥਰ ਰੱਖਿਆ ਗਿਆ ਉਸ ਦਿਨ ਭਾਰਤ ਦੇਸ਼ ਦੇ ਵਿੱਚ ਦੀਵਾਲੀ ਵਰਗਾ ਮਾਹੌਲ ਸੀਗਾ। ਲਗਭਗ ਹਰ ਸ਼ਹਿਰ ਦੇ ਵਿੱਚ ਜਿਹੜੇ ਕਹਿ ਲਓ ਵੀ ਉਹ ਖੁਸ਼ੀ ਦੇ ਦੀਵੇ ਬਾਲੇ। ਪਰ ਉੱਥੋਂ ਹੀ ਬਹੁਤ ਤਰ੍ਹਾਂ ਦੀ ਜਿਹੜੀ ਸਿਆਸਤ ਆ ਉਹ ਵੀ ਨਜ਼ਰ ਆਉਣ ਲੱਗ ਪਈ, ਕੇਂਦਰੀ ਲੈਵਲ 'ਤੇ ਵੀ, ਤੇ ਖਾਸ ਕਰਕੇ ਪੰਜਾਬ ਦੇ ਵਿੱਚ ਧਾਰਮਿਕ ਲੈਵਲ ਦੀ ਬਿਆਨਬਾਜ਼ੀ ਹੋਣ ਕਰਕੇ ਜਿਹੜੀ ਸਿਆਸਤ ਸਰਗਰਮੀ ਚਾਹੀ ਆ, ਇਹਨੂੰ ਕਿਵੇਂ ਦੇਖਦੇ ਜੀ?
ਦੇਖੋ ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ ਭਾਈਚਾਰਕ ਸਾਂਝ ਤਾਂ ਬਹੁਤ ਜ਼ਰੂਰੀ ਹੈ ਤੇ ਦੇਸ਼ ਦਾ ਜਿਹੜਾ ਮੁਖੀ ਹੁੰਦਾ ਨਾ, ਉਹਨੂੰ ਇਹ ਦੇਖਣਾ ਪਰਿਵਾਰ ਦੇ ਮੁਖੀਆਂ ਨੂੰ ਬਹੁਤ ਜ਼ਰੂਰੀ ਹੁੰਦਾ ਕਿ ਝੱਗਾ ਚੁੰਨੀ ਟੱਬਰ ਦੇ ਸਾਰੇ ਨਿੱਕੇ ਨਿਆਣਿਆਂ ਨੂੰ ਮਿਲ ਜਾਏ, ਜਿਨ੍ਹਾਂ ਨੂੰ ਦਵਾ ਦਾਰੂ ਦੀ ਲੋੜ ਹੈ, ਜੜੀ ਬੂਟੀ ਦੀ ਲੋੜ ਹੈ, ਉਹ ਵੀ ਪਹੁੰਚ ਜਾਏ। ਤੇ ਜਦੋਂ ਅਸੀਂ ਇੱਕ ਪਾਸੇ ਨੂੰ ਦੇਖੀਏ ਤਾਂ ਫਿਰ ਇਤਫਾਕ ਖੰਭ ਲਾ ਕੇ ਕਿਤੇ ਨਾ ਕਿਤੇ ਉੜ ਜਾਂਦਾ। ਚਲੋ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਸੀ, ਹੁਣ ਅਗਲਿਆਂ ਨੇ ਕਾਨੂੰਨੀ ਤਰੀਕੇ ਜੋ ਕੁਝ ਕਰਨਾ ਸੀ ਕਰ ਦਿੱਤਾ। ਪਰ ਇੱਥੇ ਸਭ ਤੋਂ ਵੱਡੀ ਗੱਲ ਦੇਖੋ ਕਿ ਜੇ ਭਾਰਤੀ ਜਨਤਾ ਪਾਰਟੀ ਵਾਲਿਆਂ ਦੇ ਉੱਤੇ ਕੋਈ ਦੋਸ਼ ਲੱਗਦਾ ਸੀ ਜਾਂ ਲੋਕੀ ਕਹਿੰਦੇ ਸੀ ਕਿ ਭਾਈ ਇਹ ਉਧਰਲੇ ਪਾਸੇ ਨੂੰ ਕਾਲੇ ਨੇ, ਤਾਂ ਕਾਂਗਰਸ ਪਾਰਟੀ ਵਾਲੇ ਵੀ ਤਾਂ ਕਈ ਲੀਡਰ ਹੈ ਜਿਹੜੇ ਚਾਂਦੀ ਦੀਆਂ ਇੱਟਾਂ ਭੇਜਦੇ ਸੀ ਕਿ ਭਾਈ ਆ ਸਾਡੇ ਵੱਲੋਂ ਵੀ ਪ੍ਰਵਾਨ ਕਰਿਓ। ਕਿਹੜੀ ਪਾਰਟੀ ਦਾ ਲੀਡਰ ਹੈ, ਆਮ ਆਦਮੀ ਪਾਰਟੀ ਸਹੀ ਜਾਂ ਦੂਸਰੀਆਂ ਪਾਰਟੀਆਂ ਸਹੀ, ਸਾਰਿਆਂ ਨੇ ਸਵਾਗਤ ਕੀਤਾ। ਚਲੋ ਮੈਂ ਕਹਿੰਦਾ ਕਿ ਹੁਣ ਅਜੇ ਤੱਕ ਕਰੋਨਾ ਵਾਇਰਸ ਦਾ ਬਹੁਤਾ ਵੱਡਾ ਇਕੱਠ ਨਹੀਂ ਹੋ ਸਕਦਾ, ਪਰ ਚੰਗੀ ਗੱਲ ਹੈ ਜੇ ਭਾਰਤ ਦੇ ਲੋਕ ਇਸ ਚੀਜ਼ ਨੂੰ ਸਮਝਣ। ਹੁਣ ਉੱਥੇ ਮੱਥਾ ਟੇਕਣ ਵਾਲਿਆਂ ਦੀ ਗਿਣਤੀ ਵਧੀ ਜਾਂਦੀ ਹੈ, ਜਾਓ ਜੀ ਸਦਕੇ ਜਾਓ, ਕਿਸੇ ਨੂੰ ਕੋਈ ਇਤਰਾਜ਼ ਨਹੀਂ, ਧਾਰਮਿਕ ਆਸਥਾ ਰੱਖੋ, ਪਰ ਇੱਕ ਵੀ ਸ਼ਬਦ, ਇੱਕ ਵੀ ਬਿਆਨ, ਇੱਕ ਵੀ ਕਾਰਵਾਈ, ਇੱਕ ਵੀ ਕਦਮ ਸੰਧਾਲੀਆ ਸਾਹਿਬ ਇੱਦਾਂ ਦਾ ਨਹੀਂ ਹੋਣਾ ਚਾਹੀਦਾ ਜਿਹਦੇ ਨਾਲ ਕਿ ਕਿਸੇ ਹੋਰ ਭਾਈਚਾਰੇ, ਕਿਸੇ ਹੋਰ ਫਿਰਕੇ ਦੇ ਕਿਸੇ ਬੰਦੇ ਨੂੰ ਠੇਸ ਪੁੱਜੇ। ਕਿਉਂਕਿ ਬਹੁਤ ਕੁਝ ਹੋਇਆ, ਬਹੁਤ ਕੁਝ ਘਟਿਆ ਵਾਪਰਿਆ। ਰੱਥ ਚੱਲੇ, ਰੱਥ ਚੱਲਣ ਤੋਂ ਬਾਅਦ ਵੀ ਕਿੰਨੇ ਲੋਕਾਂ ਦੀਆਂ ਮੌਤਾਂ ਹੋਈਆਂ, ਕੀ ਕੁਝ ਕਾਨੂੰਨੀ ਹੋਇਆ? ਕਿਉਂਕਿ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਭਾਈ ਜੋ ਕੁਝ ਉੱਥੋਂ ਢਾਇਆ ਗਿਆ ਉਹ ਵੀ ਬਹੁਤਾ ਕਾਨੂੰਨੀ ਤਰੀਕੇ ਨਹੀਂ, ਉਹਦਾ ਢੰਗ ਤਰੀਕਾ ਕੋਈ ਹੋਰ ਹੁੰਦਾ ਤਾਂ ਚੰਗਾ ਸੀ। ਹੁਣ ਇੱਥੇ ਇੱਕ ਬੇਨਤੀ ਤਾਂ ਸੰਧਾਲੀਆ ਸਾਹਿਬ ਆਪਣੇ ਦੋਨਾਂ ਭਰਾਵਾਂ ਵੱਲੋਂ ਹੋਣੀ ਚਾਹੀਦੀ ਆ ਨਾ, ਕਿ ਜਿਹੜੇ ਬੰਦੇ ਉਦੋਂ ਮੋਹਰੇ ਹੋ ਕੇ ਰੱਥ ਭਜਾਉਂਦੇ ਸੀ ਨਾ, ਐਤਕੀ ਬਹੁਤੇ ਸੱਦਾ ਪੱਤਰ ਵੀ ਨਹੀਂ ਗਏ, ਐਤਕੀ ਤਾਂ ਉਹਨਾਂ ਨੂੰ ਕੁਰਸੀਆਂ ਵੀ ਨਹੀਂ ਮਿਲੀਆਂ, ਐਤਕੀ ਤਾਂ ਉਹਨਾਂ ਨੂੰ ਚੌਂਕੜੀਆਂ ਮਾਰਨ ਦਾ ਉੱਥੇ ਮੌਕਾ ਵੀ ਨਹੀਂ ਮਿਲਿਆ। ਇਸ ਕਰਕੇ ਜੇ ਕੋਈ ਬੰਦਾ ਇਹ ਸਮਝਦਾ ਨਾ ਕਿ ਭਾਈ ਇਸ ਵੇਲੇ ਮੈਂ ਹੀ ਝੰਡਾ ਬਰਦਾਰ ਹਾਂ ਜਾਂ ਮੇਰੀ ਲੀਡਰੀ ਚਮਕਦੀ ਫਿਰ ਇੱਥੇ ਕੋਈ ਪਤਾ ਨਹੀਂ ਲੱਗਦਾ, ਫਿਰ ਮੁੜ ਕੇ ਬੰਦਾ ਹੱਥ ਜੋੜ ਕੇ ਖੜਾ ਹੁੰਦਾ ਤਾਂ ਅਗਲੇ ਕੋਲ ਦੀ ਲੰਘ ਜਾਂਦੇ ਆ। ਨਹੀਂ, ਗੱਲ ਬਿਲਕੁਲ ਠੀਕ ਹੈ ਬਾਟ ਸਾਹਿਬ ਤੁਹਾਡੀ, ਵੀ ਜਿਹੜਾ ਕੱਲ ਆ ਨਾ, ਕੱਲ ਕਹਿੰਦੇ ਹੁੰਦੇ ਨਾ ਕੱਲ ਨਾਮ ਕਾਲ ਦਾ ਕਿਸੇ ਨੇ ਦੇਖਿਆ ਨਹੀਂ, ਉਹ ਚੀਜ਼ ਵਾਕਿਆ ਹੀ ਇਸ ਸਾਰੇ ਐਪੀਸੋਡ ਦੇ ਵਿੱਚ ਜ਼ਰੂਰ ਨਜ਼ਰ ਆਈ ਕਿ ਜਿਹੜੇ ਲੋਕ ਉਦੋਂ ਵਾਕਿਆ ਹੀ ਮੋਹਰੀ ਸੀਗੇ, ਜਿਨ੍ਹਾਂ ਨੇ ਸਾਰਾ ਕੁਝ ਲੱਗ ਲਗਾ ਕੇ ਅੱਗੇ ਕੀਤਾ ਸੀਗਾ, ਉਹਨਾਂ ਨੂੰ ਕਿਸੇ ਨੇ ਪੁੱਛਿਆ ਤੱਕ ਨਹੀਂ। ਪਰ ਉਹ ਚਲੋ ਠੀਕ ਆ, ਉਹ ਇੱਕ ਖਾਸ ਧਰਮ ਦੀ ਆਸਥਾ ਦਾ ਕੇਂਦਰ ਹੈ, ਉਹਨਾਂ ਨੇ ਕਾਨੂੰਨੀ ਲੜਾਈ ਦੇ ਨਾਲ ਉਸ ਜਗ੍ਹਾ ਨੂੰ ਜਿੱਤਿਆ, ਉੱਥੇ ਮੰਦਰ ਨਿਰਮਾਣ ਹੋ ਰਿਹਾ, ਖੁਸ਼ੀ ਹੈ, ਠੀਕ ਹੈ। ਚਲੋ ਆਪਾਂ ਹੁਣ ਉੱਥੇ ਦਿੱਤੇ ਗਏ ਬਿਆਨਾਂ ਦੀ ਗੱਲ ਕਰੀਏ, ਕਿਉਂਕਿ ਬਹੁਤ ਵਾਰ ਆਪਾਂ ਸੁਣਦੇ ਹਾਂ ਇਸ ਚੀਜ਼ ਨੂੰ ਕਿ ਸਿੱਖ ਇੱਕ ਵੱਖਰੀ ਕੌਮ ਹੈ, ਸਿੱਖ ਇੱਕ ਵੱਖਰਾ ਧਰਮ ਹੈ, ਪਰ ਉੱਥੇ ਜਿਹੜੇ ਬਿਆਨ ਦਿੱਤੇ ਗਏ ਆ ਉਹ ਸਾਰੇ ਕੁਛ ਨੂੰ ਜਿਵੇਂ ਜੋੜ ਕੇ ਲਿਆਣ ਕੇ ਤੇ ਇਹ ਕਹਿ ਦੇਣਾ, ਜਿਹੜੇ ਸਾਬਕਾ ਜਥੇਦਾਰ ਇਕਬਾਲ ਸਿੰਘ ਹੋਰੀ ਉੱਥੇ ਗਏ ਆ, ਜਿੱਦਾਂ ਉਹਨਾਂ ਨੇ ਗੁਰੂ ਸਾਹਿਬ ਨੂੰ, ਸਿੱਖ ਗੁਰੂ ਸਾਹਿਬਾਨਾਂ ਨੂੰ ਰਾਮ ਦੀ ਅੰਸ਼-ਵੰਸ਼ ਦੇ ਵਿੱਚੋਂ ਦੱਸ ਦਿੱਤਾ, ਤੇ ਉੱਥੇ ਹੀ ਮੋਦੀ ਸਾਹਿਬ ਨੇ ਜਿਹੜਾ ਇਹ ਬਿਆਨ ਦੇ ਦਿੱਤਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਰਾਮਾਇਣ ਲਿਖੀ ਸੀ। ਉਹਦਾ ਕਰਕੇ ਪੰਜਾਬ ਦੇ ਜਿਹੜੇ ਸਿੱਖ ਨੇ ਜਾਂ ਦੁਨੀਆ ਭਰ ਦੇ ਵਿੱਚ ਜਿਹੜੀ ਬੈਠੀ ਸਿੱਖ ਸੰਗਤ ਹੈ, ਉਹ ਤਾਂ ਜ਼ਰੂਰ ਆਪਣੇ ਚਿਹਰਿਆਂ 'ਤੇ ਕੁਐਸਚਨ ਮਾਰਕ ਲਈ ਫਿਰਦੀ ਹੈ, ਪਰ ਜਿਹੜੇ ਮੋਹਰੀ ਨੇ, ਜਿਨ੍ਹਾਂ ਨੇ ਸਾਰੇ ਕੁਛ ਨੂੰ ਕਲੀਅਰ ਕਰਨਾ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਨਾ, ਉਹ ਚੁੱਪ ਨੇ। ਸੰਧਾਲੀਆ ਸਾਹਿਬ, ਇਹੀ ਸਭ ਤੋਂ ਵੱਡੀ ਤਰਾਸਦੀ ਹੈ ਕਿ ਭਾਈ ਜਿਨ੍ਹਾਂ ਨੂੰ ਬੋਲਣਾ ਚਾਹੀਦਾ ਉਹ ਚੁੱਪ ਨੇ, ਤੇ ਜਿਨ੍ਹਾਂ ਨੂੰ ਉਹਨਾਂ ਚੁੱਪ ਰਹਿਣ ਵਾਲਿਆਂ ਦੇ ਪਿੱਛੇ ਤੁਰਨਾ ਚਾਹੀਦਾ ਉਹ ਚਿੰਤਤ ਨੇ, ਤੇ ਅੱਗੇ ਤੁਰਨ ਵਾਲਿਆਂ ਨੂੰ ਚਿੰਤਾ ਹੀ ਕੋਈ ਨਹੀਂ ਲੱਗਦੀ। ਹੁਣ ਦੇਖੋ ਕਿੰਨੀ ਵਾਰੀ ਇਹ ਚਰਚਾ ਚੱਲਦੀ ਸੀ ਕਿ ਭਾਵੇਂ ਕੈਲੰਡਰ ਦਾ ਮੁੱਦਾ ਹੈ, ਭਾਵੇਂ ਇਤਿਹਾਸ ਦੇ ਵਿੱਚ ਕੁਝ ਵਿਵਾਦਾਂ ਵਾਲੀਆਂ ਚੀਜ਼ਾਂ ਦਾ ਮੁੱਦਾ ਹੈ, ਭਾਵੇਂ ਕਿਸੇ ਜਿਹੜਾ ਉਲਿਖਤ ਦਾ ਮੁੱਦਾ ਹੈ, ਉਹਨੂੰ ਸੁਲਝਾ ਲਓ, ਪਰ ਉਹਨੂੰ ਵੇਲੇ ਸਿਰ ਸੁਲਝਾਇਆ ਨਹੀਂ ਗਿਆ, ਉਹਨੂੰ ਉਲਝਾਇਆ ਗਿਆ। ਕਮੇਟੀਆਂ ਬਣਾ ਲਓ, ਕਮੇਟੀ ਦੀ ਫਾਈਲ ਚੱਕ ਕੇ ਜਿਹੜੀ ਆ ਟਰੰਕ ਦੇ ਵਿੱਚ ਰੱਖ ਦਿਓ, ਉੱਪਰੋਂ ਮਾਰ ਦਿਓ ਜਿੰਦਾ, ਤੇ ਚਾਬੀ ਜਿਹੜੀ ਹੈ ਆਪਣੀ ਚੋਰ ਜੇਬ ਦੇ ਵਿੱਚ ਪਾ ਲਓ, ਕਿਸੇ ਨੂੰ ਲੱਭੇ ਹੀ ਨਾ, ਕਿਸੇ ਨੂੰ ਪਤਾ ਹੀ ਨਾ ਲੱਗੇ ਕਿ ਕਹਾਣੀ ਕਿੱਧਰਲੇ ਪਾਸੇ ਨੂੰ ਗਈ। ਹੁਣ ਦੇਖੋ ਜਦੋਂ ਪ੍ਰਧਾਨ ਮੰਤਰੀ ਸਾਹਿਬ ਨੇ ਉੱਥੇ ਬਿਆਨ ਦਿੱਤਾ, ਗਿਆਨੀ ਇਕਬਾਲ ਸਿੰਘ ਸਾਬਕਾ ਜਥੇਦਾਰ ਨੇ ਤਖ਼ਤ ਸ੍ਰੀ ਪਟਨਾ ਸਾਹਿਬ ਦੇ, ਉਹਨਾਂ ਨੇ ਬਿਆਨ ਦਿੱਤਾ, ਭਾਵੇਂ ਪੱਤਰਕਾਰਾਂ ਦੇ ਕੋਲ ਜਾ ਕੇ ਪੰਡਾਲ ਤੋਂ ਬਾਹਰਲੇ ਪਾਸੇ ਆ ਕੇ ਬਿਆਨ ਦਿੱਤਾ ਹੋਵੇ, ਪਰ ਉਸ ਬਿਆਨ ਤੋਂ ਬਾਅਦ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਸਾਬਿਤ ਹੋ ਗਈ ਕਿ ਇਹ ਦਾਅਵਾ ਕਰਨਾ ਕਿ ਭਾਈ ਅਸੀਂ ਵੱਖਰੇ ਹਾਂ, ਉਹ ਇੱਕ ਵੱਖਰੀ ਗੱਲ ਆ, ਪਰ ਆਪਣੇ ਵੱਖਰੇ ਹੋਣ ਨੂੰ ਸਾਬਿਤ ਕਰਨ ਦੇ ਲਈ ਜੋ ਕੁਝ ਕਰਨਾ ਚਾਹੀਦਾ ਉਹਦੇ ਲਈ ਸਾਡੇ ਮੋਹਰੀ ਬੰਦੇ ਬੁਰੀ ਤਰ੍ਹਾਂ ਫੇਲ ਹੋਏ ਆ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਬਹੁਤ ਵੱਡੇ ਵਿਵਾਦਾਂ ਦੇ ਵਿੱਚ ਨੇ, ਕੋਈ ਬੰਦਾ ਉਹਨਾਂ ਦੇ ਪੱਖ ਦੇ ਵਿੱਚ ਭੁਗਤਦਾ ਤੇ ਕੋਈ ਬੰਦਾ ਉਹਨਾਂ ਦੇ ਵਿਰੋਧ ਦੇ ਵਿੱਚ ਭੁਗਤਦਾ। ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਹੋਰਾਂ ਦੀ ਇੱਕ ਸਟੇਟਮੈਂਟ ਆਈ ਆ, ਵੀਡੀਓ ਸਟੇਟਮੈਂਟ ਹੈ, ਉਹ ਕਹਿੰਦੇ ਜੀ ਦੇਖੋ ਗੱਲ ਬੜੀ ਸਿੱਧੀ ਹੈ, ਉਹ ਕਹਿੰਦੇ ਤੁਸੀਂ ਸਾਰੇ ਜਣੇ ਗਿਆਨੀ ਇਕਬਾਲ ਸਿੰਘ ਦੇ ਮਗਰ ਪੈ ਗਏ। ਉਹ ਕਹਿੰਦੇ ਜਦੋਂ ਤੁਸੀਂ ਗਿਆਨੀ ਇਕਬਾਲ ਸਿੰਘ ਨੂੰ ਸਵਾਲ ਕਰੋਗੇ ਨਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਕਿਹੜੇ ਵੰਸ਼ ਦੇ ਵਿੱਚੋਂ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਕਿਹੜੇ ਵੰਸ਼ ਦੇ ਵਿੱਚੋਂ ਸੀ, ਤਾਂ ਉਹ ਕਹਿੰਦੇ ਕਿ ਉਹਨਾਂ ਨੇ ਟਕਸਾਲ ਦੀਆਂ ਲਿਖਤਾਂ ਲਿਆ ਕੇ ਤੁਹਾਡੇ ਸਾਹਮਣੇ ਰੱਖ ਦੇਣੀਆਂ ਕਿ ਭਾਈ ਆਹ ਦੇਖੋ ਇੱਥੋਂ ਪੜ੍ਹ ਕੇ ਆਖਿਆ।
ਤੇ ਉਦੋਂ ਕਹਿੰਦੇ ਜਦੋਂ ਮੈਂ ਕਹਿੰਦਾ ਸੀ ਕਿ ਭਾਈ ਇਸ ਚੀਜ਼ ਦੇ ਉੱਤੇ ਮਾੜਾ ਮੋਟਾ ਧਿਆਨ ਦਿਓ ਤਾਂ ਤੁਸੀਂ ਮੇਰੇ ਪਿੱਛੇ ਪੈ ਜਾਂਦੇ ਸੀ। ਹੁਣ ਜੀ ਕਿਤੇ ਨਾ ਕਿਤੇ ਸੰਧਾਲੀਆ ਸਾਹਿਬ ਇਹ ਗੱਲ ਤਾਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਦੀ ਜਿਹੜੀ ਆ ਉਹ ਵਿਚਾਰਨੀ ਪਊਗੀ, ਸਹੀ ਹੋਵੇ ਗਲਤ ਹੋਵੇ ਉਹ ਤਾਂ ਵਿਦਵਾਨ ਸੱਜਣ ਜਾਣਦੇ ਆ, ਮੇਰੇ ਤੁਹਾਡੇ ਵਰਗੇ ਦੋਵੇਂ ਭਰਾ ਸਾਨੂੰ ਤਾਂ ਗਿਆਨ ਹੀ ਕੋਈ ਨਹੀਂ ਇਸ ਮੁੱਦੇ ਤੇ। ਪਰ ਜੇ ਇਹ ਸਾਰੀਆਂ ਚੀਜ਼ਾਂ ਲਿਖਤੀ ਪਈਆਂ ਤਾਂ ਕੀ ਉਹ ਪ੍ਰਮਾਣਿਕ ਨੇ? ਜੇ ਉਹ ਪ੍ਰਮਾਣਿਕ ਨੇ ਤਾਂ ਵੱਖਰੀ ਗੱਲ ਆ, ਪਰ ਜੇ ਉਹ ਗੈਰ ਪ੍ਰਮਾਣਿਕ ਨੇ ਤਾਂ ਅੱਜ ਤੱਕ ਉਸ ਮੁੱਦੇ ਦੇ ਉੱਤੇ ਕੋਈ ਸਪਸ਼ਟ ਸੰਕੇਤ ਸੰਗਤ ਨੂੰ, ਟਕਸਾਲ ਨੂੰ, ਸੰਪਰਦਾਵਾਂ ਨੂੰ ਕੋਈ ਦਿੱਤਾ ਕਿਉਂ ਨਹੀਂ ਗਿਆ? ਹੁਣ ਇੱਕ ਵਾਰੀ ਫੇਰ ਦਫੇੜ ਪੈ ਜਾਣੀ ਹੈ। ਹੁਣ ਆਉਣ ਵਾਲੇ ਸਮੇਂ ਦੇ ਵਿੱਚ ਤਾਂ ਬਹੁਤ ਵੱਡਾ ਰਫੜ ਪੈ ਜੂ। ਹੁਣ ਤੁਸੀਂ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਪੜ੍ਹੇ ਲਿਖੇ ਨੇ, PhD ਨੇ, ਕਈ ਮੁੱਦਿਆਂ ਦੇ ਉੱਤੇ ਇੰਨੀਆਂ ਸਪਸ਼ਟ ਉਹਨਾਂ ਨੇ ਸਟੇਟਮੈਂਟਸ ਦਿੱਤੀਆਂ, ਲੱਗਦਾ ਸੀ ਕਿ ਭਾਈ ਜਿਹੋ ਜਿਹਾ ਜਥੇਦਾਰ ਚਾਹੀਦੇ ਨੇ ਉਹੋ ਜਿਹਾ ਜਥੇਦਾਰ ਆ ਗਏ। ਚਲੋ, ਪਰ ਇਸ ਮੁੱਦੇ ਤੇ ਜਦੋਂ ਪੱਤਰਕਾਰਾਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਜੀ ਦੇਖੋ ਜਿਹੜੇ ਹਿੰਦੂ ਭਾਈਚਾਰੇ ਨੇ ਉਸ ਮੰਦਿਰ ਦਾ ਭੂਮੀ ਪੂਜਨ ਕੀਤਾ, ਉਹਨਾਂ ਨੂੰ ਮੁਬਾਰਕ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਗੁਰਦੁਆਰਾ ਗਿਆਨ ਗੋਦੜੀ, ਗੁਰਦੁਆਰਾ ਮੰਗੂ ਮੱਠ ਸਾਹਿਬ ਤੇ ਇਦਾਂ ਦੇ ਹੋਰ ਗੁਰੂ ਘਰ ਸਿੱਖਾਂ ਦੇ ਲਈ ਓਨੇ ਹੀ ਪਾਵਨ ਤੇ ਪਵਿੱਤਰ ਹੈ ਜਿੰਨੇ ਹਿੰਦੂ ਧਰਮ ਦੇ ਲਈ ਰਾਮ ਮੰਦਿਰ ਅਯੁੱਧਿਆ ਵਾਲਾ। ਇਸ ਕਰਕੇ ਉਧਰਲੇ ਪਾਸੇ ਵੀ ਸਰਕਾਰਾਂ ਉਸੇ ਤਰੀਕੇ ਸਿੱਖ ਭਾਈਚਾਰੇ ਦਾ ਸਾਥ ਦੇਣ। ਚਲੋ ਉਹਨਾਂ ਨੇ ਕਹਿਤਾ, ਪਰ ਹੁਣ ਜੇ ਇਸ ਮੁੱਦੇ ਦੇ ਉੱਤੇ ਗੱਲ ਕਰਨੀ ਬਣਦੀ ਸੀ ਕਿ ਗਿਆਨੀ ਇਕਬਾਲ ਸਿੰਘ, ਕਿਉਂਕਿ ਇਹਨਾਂ ਦੇ ਨਾਲ ਜਿਹਨਾਂ ਤੋਂ ਪਹਿਲੇ ਜਥੇਦਾਰਾਂ ਦੇ ਨਾਲ ਉਹ ਮੀਟਿੰਗਾਂ ਦੇ ਵਿੱਚ ਬੈਠਦੇ ਰਹੇ ਆ, ਕਿ ਕੀ ਉਹਨਾਂ ਦੇ ਬਿਆਨ ਦੇ ਨਾਲ ਉਹ ਸਹਿਮਤ ਨੇ, ਕੀ ਪ੍ਰਧਾਨ ਮੰਤਰੀ ਸਾਹਿਬ ਦੇ ਬਿਆਨ ਦੇ ਨਾਲ ਉਹ ਸਹਿਮਤ ਨੇ? ਜੇ ਸਹਿਮਤ ਨੇ ਤਾਂ ਵੀ ਦੱਸਦੇ, ਜੇ ਅਸਹਿਮਤ ਨੇ ਤਾਂ ਉਸ ਮੁੱਦੇ ਦੇ ਉੱਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹੋਣ ਦੇ ਨਾਤੇ ਉਹਨਾਂ ਦੀ ਟਿੱਪਣੀ ਕੀ ਹੈ, ਉਹ ਕੀ ਕਰਨ ਜਾ ਰਹੇ ਨੇ, ਸਟੈਪ ਕੀ ਲੈਣਗੇ, ਉਹ ਵੀ ਦੱਸਣਾ ਬਣਦਾ ਸੀ। ਪਰ ਨਹੀਂ। ਹੋਰ ਦੇਖੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ, ਆਓ ਜੀ ਆਓ। ਬਿਲਕੁਲ ਠੀਕ ਹੈ ਤੁਹਾਡੀ ਗੱਲ ਕਿ ਵੀ ਇਹ ਉਹਨਾਂ ਦਾ ਬਿਆਨ ਦੇਣਾ ਤਾਂ ਬਣਦਾ, ਪਰ ਇੱਥੇ ਇੱਕ ਚੀਜ਼ ਜਿਹੜੀ ਵਿਚਾਰਨ ਵਾਲੀ ਆ ਉਹ ਇਹ ਵੀ ਤਾਂ ਹੈਗੀ ਆ ਨਾ ਕਿ ਵੀ ਇਹ ਜੋ ਵੀ ਆਪਾਂ ਦੇਖਦੇ ਆ ਰਹੇ ਅੱਜ ਤਾਂ ਨਹੀਂ ਹੈ, ਬੜੀ ਚਿਰ ਤੋਂ ਵਿਚਾਰਾਂ ਚੱਲਦੀਆਂ ਆਉਂਦੀਆਂ ਨੇ ਜਾਂ ਤਕਰਾਰਾਂ ਚੱਲਦੀਆਂ ਆਉਂਦੀਆਂ ਨੇ ਕਿ ਫਲਾਨੀ ਕਿਤਾਬ ਜਿਹੜੀ ਹੈ ਜੀ ਉਹ ਕਿੱਥੋਂ ਆ ਗਈ, ਆਹ ਦੇਖੋ ਜੀ ਫਲਾਨੀ ਜਗ੍ਹਾ ਦੇ ਉੱਪਰ ਆਹ ਚੀਜ਼ ਲਿਖੀ ਹੈ, ਕਿਹਨੇ ਲਿਖੀ ਹੈ। ਫਿਰ ਉਹਦੇ ਚੋਂ ਬਹੁਤ ਸਾਰੀਆਂ ਚੀਜ਼ਾਂ ਮੁੜ ਕੇ ਆਉਂਦੀਆਂ ਨੇ ਕਿ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਕਾਸ਼ਨ ਅਧੀਨ ਜਿਹੜੀਆਂ ਕਿਤਾਬਾਂ ਛਪੀਆਂ ਨੇ ਉਹਨਾਂ ਦੇ ਵਿੱਚ ਵੀ ਆਹ ਕੁਛ ਲਿਖਿਆ। ਹੁਣ ਸਵਾਲ ਇੱਥੇ ਇਹ ਪੈਦਾ ਹੁੰਦਾ ਕਿ ਵੀ ਜਦੋਂ ਆਪਾਂ ਸਿੱਖ ਧਰਮ ਦੀ ਗੱਲ ਕਰਦੇ ਹਾਂ, ਸਿੱਖ ਧਰਮ ਦੇ ਬਹੁਤ ਮਹਾਨ ਯੋਧੇ ਜਿਹੜੇ ਨੇ ਉਹ ਪੈਦਾ ਕੀਤੇ ਤੇ ਹੁਣ ਵੀ ਬਹੁਤ ਕਹਿ ਲਓ ਕਿ ਵੀ ਬਹੁਤ ਗਿਆਨ ਰੱਖਣ ਵਾਲੇ ਲੋਕ ਜਿਹੜੇ ਨੇ ਉਹ ਸਿੱਖ ਧਰਮ 'ਚ ਹੈਗੇ ਆ। ਪਰ ਇਹ ਇੱਦਾਂ ਕਿਉਂ ਲੱਗਦਾ ਕਿ ਜਦੋਂ ਆਪਾਂ ਲਿਖਣ ਦੀ ਗੱਲ ਕਰਦੇ ਹਾਂ, ਭਾਵੇਂ ਆਪਣਾ ਉਹ ਇਤਿਹਾਸ ਹੋਵੇ, ਭਾਵੇਂ ਧਾਰਮਿਕ ਜਿਹੜੀਆਂ ਕਹਿ ਲਓ ਕਿ ਵੀ ਇਤਿਹਾਸਕ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣ ਦੀ ਗੱਲ ਹੋਵੇ ਜਾਂ ਉਹਨਾਂ ਨੂੰ ਥੋੜ੍ਹਾ ਜਿਹਾ ਹੋਰ ਸੋਧਣ ਦੀ ਗੱਲ ਹੋਵੇ, ਤਾਂ ਉਸ ਪਾਸੇ ਕੋਈ ਬਹੁਤਾ ਕੰਮ ਕੀਤਾ ਨਜ਼ਰ ਆਉਂਦਾ ਨਹੀਂ। ਹਾਂ, ਇੰਨਾ ਜ਼ਰੂਰ ਹੈ ਕਿ ਵੀ ਧਾਰਮਿਕ ਲੜਾਈ ਜਿਹੜੀ ਉਹ ਆਪਾਂ ਸੋਸ਼ਲ ਮੀਡੀਆ 'ਤੇ ਵੇਖ ਲੈਂਦੇ ਹਾਂ। ਅੱਜ ਕੋਈ ਇੱਕ ਮਾੜੀ ਜਿਹੀ ਬਿਆਨ ਦੇ ਦੇਵੇ, ਸਵੇਰੇ ਹੋ ਸਕਦਾ ਵੀ 1000-1500 ਬੰਦਾ ਉਹਨੂੰ ਥੱਲੇ ਗਾਲਾਂ ਕੱਢਣ ਵਾਲਾ ਹੋਵੇ, ਕੱਲ੍ਹ ਨੂੰ ਉਹ ਬੰਦਾ ਆਪਣੇ ਕਿਸੇ ਹੋਰ ਪੇਜ 'ਤੇ ਪਾਵੇ ਤੇ 1500 ਬੰਦਾ ਉਹਨੂੰ ਗਾਲਾਂ ਕੱਢਣ ਵਾਲਾ ਵੀ ਹੋ ਸਕਦਾ। ਮਤਲਬ ਜਿਹੜਾ ਇਹ ਆਪਾਂ ਫੇਸਬੁੱਕ ਵਿਗਿਆਨੀ ਜਾਂ ਫੇਸਬੁੱਕ ਗਿਆਨੀ ਉਹ ਤਾਂ ਬਣਦੇ ਜਾ ਰਹੇ ਹਾਂ, ਪਰ ਜਿਹੜੀ ਚੀਜ਼ ਮੇਰੇ ਖਿਆਲ ਨਾਲ ਹੋਣੀ ਚਾਹੀਦੀ ਹੈ ਪ੍ਰਮਾਣਿਕਤਾ ਦੇ ਲਈ, ਜਿਹੜੀਆਂ ਚੀਜ਼ਾਂ ਬਾਕੀ ਕੌਮਾਂ ਜਾਂ ਬਾਕੀ ਧਰਮਾਂ ਤੱਕ ਪਹੁੰਚਣੀਆਂ ਚਾਹੀਦੀਆਂ ਜਿਵੇਂ ਜਿਸ ਤਰੀਕੇ ਨਾਲ, ਉਹਦੇ 'ਚ ਮੈਨੂੰ ਤੁਹਾਨੂੰ ਲੱਗਦਾ ਨਹੀਂ ਕਿ ਵੀ ਫੇਲ ਹੋ ਗਏ ਕਿਤੇ ਆਪਾਂ? ਆਹ ਗੱਲ ਪਤੇ ਦੀ ਕੀਤੀ ਆ। ਹੁਣ ਇਸ ਗੱਲ ਨੂੰ ਉੱਪਰੋਂ ਥੱਲੇ ਨੂੰ ਵੀ ਲਿਆਂਦਾ ਜਾ ਸਕਦਾ ਤੇ ਥੱਲਿਓਂ ਉੱਪਰ ਨੂੰ ਵੀ। ਮੇਰਾ ਇਰਾਦਾ ਥੱਲੇ ਉੱਪਰ ਨੂੰ ਲੈ ਕੇ ਚੱਲਦੇ ਹਾਂ ਜੀ। ਹੁਣ ਦੇਖੋ ਸੰਧਾਲੀਆ ਸਾਹਿਬ, ਅਸੀਂ ਇਸ ਮੁੱਦੇ ਦੇ ਉੱਤੇ ਕਿੰਨੇ ਕੱਚੇ ਆ। ਆਪਾਂ ਘਰ 'ਚ ਦੇਖ ਲਈਏ, ਆਪਾਂ ਰਿਸ਼ਤੇਦਾਰੀ ਦੇ ਵਿੱਚ ਦੇਖ ਲਈਏ, ਆਖਿਰਕਾਰ SGPC ਦੇ ਨੁਮਾਇੰਦੇ ਆਪਾਂ ਹੀ ਚੁਣੇ ਹਨ, ਆਪਣੇ ਭਾਈਚਾਰੇ ਨੇ ਹੀ ਚੁਣੇ ਆ, ਜਿਨ੍ਹਾਂ ਦੀਆਂ ਵੋਟਾਂ ਨੇ। ਮੈਨੂੰ ਤੁਹਾਨੂੰ ਤਾਂ ਵੋਟ ਦਾ ਹੱਕ ਨਹੀਂ ਹੈ। ਹੁਣ ਉਹ ਜਿਨ੍ਹਾਂ ਨੇ ਚੁਣੇ ਆ ਉਹੀ SGPC ਅੱਗੋਂ ਜਥੇਦਾਰਾਂ ਦੀ ਨਿਯੁਕਤੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਅਦਾ ਕਰਦੀ ਹੈ। ਉਹੀ SGPC ਬਹੁਤ ਵੱਡੇ ਬਜਟ ਦੇ ਨਾਲ ਇੱਦਾਂ ਦੀਆਂ ਸਾਰੀਆਂ ਕਿਰਿਆਵਾਂ ਉਹਦੇ ਅਧਿਕਾਰ ਅਧੀਨ ਇੱਕ ਤਰ੍ਹਾਂ ਦੇ ਨਾਲ ਆਉਂਦੀਆਂ। ਹੁਣ ਅਸੀਂ ਘਰਾਂ 'ਚ ਕੀ ਕਰਦੇ ਹਾਂ, ਰਿਸ਼ਤੇਦਾਰੀਆਂ 'ਚ ਕੀ ਕਰਦੇ ਹਾਂ? ਜੇ 5-7 ਸੱਜਣ ਬੈਠੇ ਹੋਣਗੇ ਰਿਸ਼ਤੇਦਾਰ, ਤੇ ਜੇ ਕੋਈ ਬੰਦਾ ਸਿਆਣੀ ਗੱਲ ਕਰੇ ਨੂੰ, ਤੂੰ ਯਾਰ ਛੱਡ 4 ਜਮਾਤਾਂ ਪੜ੍ਹ ਕੇ ਮੁੜ ਕੇ ਉਹੀ ਗੱਲਾਂ, ਇੱਥੇ ਪਰਿਆਂ ਦੇ ਵਿੱਚ ਬੈਠਾ ਜਿੱਦਾਂ ਦੇ ਬੰਦੇ ਬੈਠੇ ਹੁਣ ਉੱਦਾਂ ਦੀ ਗੱਲ ਕਰੀਦੀ ਆ। ਜੇ ਕੋਈ ਬੰਦਾ ਕਿਤਾਬਾਂ ਵਾਲੀ ਦੁਕਾਨ 'ਚ ਵੜ ਜਾਵੇ ਜਾਂ ਉਹਦੇ ਹੱਥ ਦੇ ਵਿੱਚ ਕਿਤਾਬ ਆ, ਉਹ ਹਾਂ ਬਈ ਹਾਕੀ ਚੱਕੀ ਫਿਰਦਾ ਆ, ਹੁਣ ਇੱਥੇ ਵੀ ਕਿਤਾਬ ਹੀ ਪੜ੍ਹਨੀ ਆ, ਕੋਈ ਗੱਲਬਾਤ ਕਰ। ਜੇ ਕੋਈ ਬੰਦਾ ਮਾੜੀ ਮੋਟੀ ਚਰਚਾ ਕਰਨ ਲੱਗੇ, ਸਾਨੂੰ ਅਜੇ ਤੱਕ ਸੰਧਾਲੀਆ ਸਾਹਿਬ ਇਹ ਢੰਗ ਤਰੀਕਾ ਹੀ ਨਹੀਂ ਆਇਆ ਕਿ ਹੋ ਸਕਦਾ ਜਿਹੜੇ ਮੇਰੇ ਵਿਚਾਰ ਨੇ ਪਰਮਵੀਰ ਬਾਠ ਦੇ, ਸੰਧਾਲੀਆ ਸਾਹਿਬ ਦੇ ਵਿਚਾਰ ਉਹਦੇ ਤੋਂ ਵਧੀਆ ਹੋਣ। ਪਰ ਜੇ ਤੁਹਾਡੇ ਵਿਚਾਰ ਵਧੀਆ ਹੋਣਗੇ, ਮੈਂ ਮਾਨਤਾ ਥੋੜ੍ਹੀ ਦੇਣੀ ਆ, ਮੈਂ ਲੜ ਕੇ ਉੱਥੇ ਚਲ ਜਾਣਾ, ਜਾ ਯਾਰ ਤੂੰ ਆਪਣੀਆਂ ਮਾਰੀ ਜਾਣਾ। ਹੁਣ ਜਦੋਂ ਤੱਕ ਜਿਹੜੀ ਗੋਸ਼ਟੀ ਕਰਨ ਦਾ ਸੱਦਾ ਸਾਨੂੰ ਸਾਡੇ ਗੁਰੂ ਸਾਹਿਬਾਨਾਂ ਨੇ ਦਿੱਤਾ ਸੀ ਉਹਦੇ ਤੋਂ ਹੀ ਦੂਰ ਹੋ ਗਏ। ਹੁਣ ਤੁਸੀਂ ਆਪਣੇ ਆਪ ਹੀ ਅੰਦਾਜ਼ਾ ਲਾਓ, ਆਪਾਂ ਦਰਸ਼ਕਾਂ ਤੋਂ ਵੀ ਟਿੱਪਣੀਆਂ ਮੰਗ ਲੈਂਦੇ ਹਾਂ ਕਿ ਭਾਈ ਆਪਾਂ ਸਾਰੇ ਜਣੇ
ਕਿੰਨੀ ਕੁ ਵਾਰੀ ਭਾਵੇਂ ਘਰ ਆ, ਪਰਿਵਾਰ ਆ, ਰਿਸ਼ਤੇਦਾਰੀ ਹੈ, ਪਿੰਡ ਦੀ ਪੰਚਾਇਤ ਹੈ, ਸ਼ਹਿਰ ਦੀ ਨਿਗਮ ਆ, ਕੋਈ ਮੁੱਦਾ ਹੋਵੇ, ਭਾਵੇਂ ਟੂਰਨਾਮੈਂਟ ਦੀ ਕਮੇਟੀ ਹੈ, ਜਿਹੜਾ ਬੰਦਾ ਆਪਣੇ ਤੋਂ ਵੱਖ ਵਿਚਾਰ ਰੱਖਦਾ ਭਾਵੇਂ ਉਹਦੇ ਵਧੀਆ, ਹੁਣ ਆਪਾਂ ਕਿੰਨੀ ਕੁ ਮਾਨਤਾ ਦਿੰਦੇ ਆ, ਆਪਾਂ ਕਹਿ ਦਿੰਦੇ ਨਹੀਂ ਯਾਰ ਉਹ ਗੱਲ ਨਹੀਂ ਮੰਨਦਾ, ਉਹ ਬੰਦਾ ਨਹੀਂ ਠੀਕ। ਹੁਣ ਸੰਧਾਲੀਆ ਸਾਹਿਬ ਜਦੋਂ ਵੀ ਕਿਸੇ ਬੰਦੇ ਨੇ ਕੋਈ ਮਾੜਾ ਮੋਟਾ ਇਤਰਾਜ਼ ਪ੍ਰਗਟ ਕੀਤਾ, ਕੋਈ ਬੰਦਾ ਵੱਖਰੀ ਲਿਖਤ ਲੈ ਕੇ ਆਇਆ, ਕਿਸੇ ਨੇ ਮਾੜਾ ਮੋਟਾ ਵੀ ਇਦਾਂ ਦੇ ਮੁੱਦੇ ਤੇ ਇਤਰਾਜ਼ ਕੀਤਾ, ਚੱਲ ਪੰਥ ਚੋਂ ਬਾਹਰ ਕਰਦੇ, ਛੇਕ ਦੇ, ਪੰਥ ਦੇ ਵਿੱਚੋਂ ਤਾਂ ਛੇਕ ਦਿਓ, ਕੋਈ ਗੱਲ ਨਹੀਂ, ਉਹ ਤਾਂ ਮਾਹਿਰ ਲੋਕ ਜਥੇਦਾਰ ਸਾਹਿਬਾਨ ਉਹਨਾਂ ਨੂੰ ਪਤਾ ਹੋਊ, ਪਰ ਇਹਨਾਂ ਦਾ ਪਤਾ ਲੱਗੇ ਨਾ, ਤੁਸੀਂ ਸੋਰਸ ਦਾ ਪਤਾ ਕਰਦੇ, ਤੁਸੀਂ ਸਰੋਤ ਦਾ ਪਤਾ ਕਰਦੇ ਕਿ ਜਿਹੜੇ ਬੰਦਿਆਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਤੁਸੀਂ ਛੇਕੀ ਜਾਂਦੇ ਹੋ, ਜਿਨ੍ਹਾਂ ਦੇ ਵਿਚਾਰਾਂ ਨੂੰ ਮਾਨਤਾ ਨਹੀਂ ਦਿੰਦੇ, ਉਹਦੇ ਮਨ ਦੇ ਵਿੱਚ ਵਿਚਾਰ ਆਇਆ ਕਿੱਥੋਂ? ਜਿਹੜਾ ਉਹ ਤੁਹਾਨੂੰ ਸਰੋਤ ਦੱਸੀ ਜਾਂਦਾ, ਉਹਦੇ ਲਈ ਕੋਈ ਮਾਹਿਰ ਬੰਦਿਆਂ ਦੀ ਕਮੇਟੀ ਬਣਾਉਣ ਦੇ ਪਰ ਨਾ। ਹੁਣ ਤੁਸੀਂ ਦੇਖੋ, ਅਸੀਂ ਇਤਿਹਾਸ ਦੇ ਮੁੱਦੇ ਤੇ ਕੱਲ ਨੂੰ ਜੀ ਪੂਰੇ ਕਿੱਦਾਂ ਹੋਵਾਂਗੇ ਸੰਧਾਲੀਆ ਸਾਹਿਬ? ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਘਟ ਗਏ, ਗੁੰਮ ਹੋ ਗਏ, ਸਾਨੂੰ ਪਤਾ ਨਹੀਂ ਲੱਗਦਾ। ਕਲਿਆਣ ਪਿੰਡ ਦੇ ਵਿੱਚ ਜੀ ਬਾੜ ਸਾਹਿਬ ਇਹ ਗੱਲ ਠੀਕ ਆ, ਸਿਆਸਤ ਵਾਲੇ ਪਾਸੇ ਨਾ ਆਪਾਂ ਆਉਣਾ, ਕਿਉਂਕਿ ਉਹ ਵੀ ਦੋ ਤਰ੍ਹਾਂ ਦੀ ਸਿਆਸਤ ਆ। ਅਗਲੀ ਗੱਲ ਤੇ ਮੈਨੂੰ ਇਹ ਹੈ ਕਿ ਵੀ ਆਹ ਜਿਹੜੀ ਗੱਲ ਚੱਲਦੀ ਆ, ਆਪਾਂ ਇਹਨੂੰ ਇੱਕ ਤਰ੍ਹਾਂ ਨਾਲ ਨਿਬੇੜ ਲਈਏ। ਤੁਸੀਂ ਹੁਣੇ ਜ਼ਿਕਰ ਕੀਤਾ ਕਿ ਵੀ ਜੇ ਕੋਈ ਬੰਦਾ ਵਿਰੋਧੀ ਖਿਆਲ ਰੱਖਦਾ ਤੇ ਉਹਦੇ ਤੇ ਵੀ ਕਈ ਤਰ੍ਹਾਂ ਨਾਲ ਜਾਂ ਧਾਰਮਿਕ ਤੌਰ ਤੇ ਜਾਂ ਸਿਆਸੀ ਤੌਰ ਤੇ ਉਸ ਬੰਦੇ ਨੂੰ ਲਾਂਭੇ ਕਰ ਦਿੱਤਾ ਜਾਂਦਾ। ਪਰ ਜਦੋਂ ਆਪਾਂ ਪਿਛਲੇ ਸਮੇਂ 'ਚ ਦੇਖਦੇ ਹਾਂ ਤਾਂ ਜਿਹੜੇ ਰਾਜਨੀਤਿਕ ਤੌਰ ਦੇ ਉੱਪਰ ਲਾਂਭੇ ਕੀਤੇ ਗਏ ਬੰਦੇ ਆ, ਜਾਂ ਕਹਿ ਲਓ ਕਿ ਵੀ ਉਦੋਂ ਜੇ ਹਾਲਾਤਾਂ ਦੇ ਹਿਸਾਬ ਨਾਲ ਦੇਖਿਆ ਗਿਆ ਕਿ ਵੀ ਇਸ ਵਕਤ ਖੱਲ ਬਚਾਉਣ ਦੇ ਹਿਸਾਬ ਨਾਲ ਫਲਾਣੇ ਬੰਦੇ ਦੇ ਉੱਪਰ ਕਾਰਵਾਈ ਹੋਣੀ ਚਾਹੀਦੀ ਹੈ, ਹੋ ਗਈ ਗੱਲ, ਨਿਬੜ ਗਈ, ਉਹਦੇ ਚੋਂ ਵੀ ਇੱਕ ਨਵਾਂ ਰਸਤਾ ਆ ਪਿਛਲੇ ਹਫ਼ਤੇ ਦੇ ਵਿੱਚ ਸਾਹਮਣੇ ਆਇਆ। ਮੈਂ ਚਾਹੁੰਦਾ ਕਿ ਆਪਾਂ ਜਦੋਂ ਹਫ਼ਤੇ ਦੀ ਗੱਲਬਾਤ ਕਰਦੇ ਹਾਂ ਤਾਂ ਉਹ ਵੀ ਜ਼ਰੂਰ ਗੱਲ ਕਰ ਲਈਏ। ਸੁੱਚਾ ਸਿੰਘ ਲੰਗਾਹ ਹੋਰਾਂ ਦਾ ਮਾਮਲਾ ਬਹੁਤ ਭਖਿਆ ਸੀ ਇਸ ਹਫ਼ਤੇ ਦੇ ਵਿੱਚ। ਹੁਣ ਜਿੱਦਾਂ ਉਹਨਾਂ ਨੂੰ ਅੰਮ੍ਰਿਤਪਾਨ ਕਰਾਇਆ ਗਿਆ ਤੇ ਅੰਮ੍ਰਿਤਪਾਨ ਕਰਨ ਵਾਲੇ ਜਾਂ ਕਰਾਉਣ ਵਾਲੇ ਜਿਹੜੇ ਲੋਕ ਸੀਗੇ, ਉਹਨਾਂ ਨੇ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਇਹ ਗੱਲ ਕਹਿ ਦਿੱਤੀ ਕਿ ਦੇਖੋ ਜੀ ਉੱਥੇ ਤਾਂ ਸੰਗਤ ਨੂੰ ਅੰਮ੍ਰਿਤ ਛਕਾਇਆ ਜਾ ਰਿਹਾ ਸੀ, ਹੁਣ ਜੇ ਕੋਈ ਬੰਦਾ ਪਰਿਵਾਰ ਸਮੇਤ ਉੱਥੇ ਆ ਕੇ ਬਹਿ ਗਿਆ ਤੇ ਅਸੀਂ ਉਹਨੂੰ ਮੋੜ ਥੋੜ੍ਹਾ ਸਕਦੇ ਹਾਂ ਵੀ ਤੈਨੂੰ ਅੰਮ੍ਰਿਤ ਦੀ ਦਾਤ ਨਹੀਂ ਮਿਲਣੀ, ਮਨਾ ਨਹੀਂ ਕੀਤਾ ਜਾ ਸਕਦਾ। ਸੋ ਉਹ ਜਿਹੜੀ ਚੀਜ਼ ਹੈ ਉਹ ਵੀ ਇੱਕ ਡਿਫਰੈਂਟ ਐਂਗਲ, ਜਿੱਦਾਂ ਪੰਨੂ ਸਾਹਿਬ ਜ਼ਿਕਰ ਕਰਦੇ ਸੀ ਕਿ ਵੀ ਇਹ ਜਿਸ ਤਰੀਕੇ ਨਾਲ ਉਹ ਖੇਡ ਖੇਡੀ ਗਈ ਆ, ਉਹਦੇ ਤੋਂ ਬਾਅਦ ਇੱਕ ਨਵਾਂ ਸਵਾਲੀਆ ਨਿਸ਼ਾਨ ਉਹ ਵੀ ਤਾਂ ਜਥੇਦਾਰ ਸਾਹਿਬ ਦੇ ਸਾਹਮਣੇ ਆ ਹੀ ਗਿਆ ਨਾ ਕਿ ਵੀ ਇਹ ਜਿਹੜਾ ਅੰਮ੍ਰਿਤ ਛਕਾਇਆ ਗਿਆ ਉਹਨੂੰ ਮਾਨਤਾ ਦਿੰਦੇ ਆ ਕਿ ਨਹੀਂ ਦਿੰਦੇ। ਕਿਉਂਕਿ ਜੇ ਹੁਣ ਬੰਦੇ ਨੇ ਅੰਮ੍ਰਿਤਪਾਨ ਕਰ ਲਿਆ ਤੇ ਆਪਾਂ ਨੂੰ ਇਹ ਥੋੜ੍ਹਾ ਕਹਿ ਦਿੰਦੇ ਵੀ ਤੂੰ ਅੰਮ੍ਰਿਤਧਾਰੀ ਹੈ ਹੀ ਨਹੀਂ ਗਾ ਭਾਈ। ਇਹ ਜਿਹੜੀ ਚੀਜ਼ ਇੱਕ ਜੇ ਮੰਨ ਲਓ ਕੋਈ ਪੰਥ ਚੋਂ ਛੇਕਿਆ ਗਿਆ ਜਾਂ ਲਾਂਭੇ ਕੀਤਾ ਗਿਆ, ਉਦੋਂ ਜਿਹੜੀ ਇੱਕ ਬੈਕਡੋਰ ਐਂਟਰੀ ਦਾ ਰਸਤਾ ਵੀ ਇਸ ਹਫ਼ਤੇ ਦੇ ਵਿੱਚ ਨਵਾਂ ਵੇਖਣ ਨੂੰ ਮਿਲਿਆ। ਇਹਦੇ ਬਾਰੇ ਕੀ ਕਹਿੰਦੇ ਹੋ? ਜਦੋਂ ਨਾ ਸੰਧਾਲੀਆ ਸਾਹਿਬ ਤੁਹਾਨੂੰ ਚੰਗੇ ਤਰੀਕੇ ਚੇਤਾ ਹੋਣਾ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਕਾਰਜਕਾਰੀ ਜਥੇਦਾਰ ਦੇ ਤੌਰ ਤੇ ਨਿਯੁਕਤੀ ਹੋਈ ਸੀ, ਆਪਾਂ ਕਈ ਵਾਰੇ ਗੱਲ ਕੀਤੀ ਸੀ ਕਿ ਇਸ ਜਥੇਦਾਰੀ ਦੇ ਅਹੁਦੇ ਦੇ ਨਾਲ, ਉਸ ਜ਼ਿੰਮੇਵਾਰੀ ਦੇ ਨਾਲ ਇਨਸਾਫ ਕਰਨ ਦਾ ਰਸਤਾ ਵੱਖਰਾ ਹੈ ਤੇ ਉਸ ਕਾਰਜਕਾਰੀ ਜਥੇਦਾਰੀ ਨੂੰ ਪੱਕਿਆਂ ਕਰਾਉਣ ਦਾ ਰਸਤਾ ਵੱਖਰਾ ਹੈ। ਦੋ ਬੂਹੇ ਨੇ, ਦੋਨੇ ਹੀ ਅੱਡੋ ਅੱਡ ਦਿਸ਼ਾਵਾਂ ਦੇ ਵਿੱਚ ਖੁੱਲ੍ਹਦੇ ਆ ਤੇ ਇਹ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਉੱਤੇ ਨਿਰਭਰ ਕਰਨਾ ਹੈ ਕਿ ਉਹਨਾਂ ਨੇ ਦਰਵਾਜ਼ਾ ਕਿਹੜਾ ਖੋਲ੍ਹਣਾ ਹੈ। ਹੁਣ ਪਿਛਲੇ ਸਮੇਂ 'ਚ ਜਦੋਂ ਉਹਨਾਂ ਨੇ ਕੋਵਿਡ ਤੋਂ ਪਹਿਲਾਂ ਕਿਹਾ ਸੀ ਕਿ ਮੈਂ ਵਿਸਾਖੀ ਦੇ ਉੱਤੇ ਖਾਲਸੇ ਦਾ ਇਕੱਠ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰਨਾ ਹੈ ਤੇ ਖਾਲਸੇ ਤੋਂ ਪੁੱਛਾਂਗੇ ਆਪਾਂ ਕਿ ਭਾਈ ਕਿਹੜੇ ਮੁੱਦਿਆਂ ਦੇ ਉੱਤੇ ਕਿਵੇਂ ਚੱਲੀਏ, ਚੰਗੀ ਗੱਲ ਹੈ। ਕਈ ਮੁੱਦਿਆਂ ਦੇ ਉੱਤੇ ਠੋਕ ਵਜਾ ਕੇ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ, ਚੰਗੀ ਗੱਲ ਹੈ। ਪਰ ਕਈ ਮੁੱਦਿਆਂ ਦੇ ਉੱਤੇ ਸਪਸ਼ਟਤਾ ਦੀ ਠੋਕ ਵਜਾ ਕੇ ਘਾਟ ਨਜ਼ਰ ਆਉਂਦੀ ਰਹੀ ਹੈ। ਹੁਣ ਆ ਜਿਹੜਾ ਤੁਸੀਂ ਸੁੱਚਾ ਸਿੰਘ ਲੰਗਾਹ ਹੋਰਾਂ ਵਾਲਾ ਮਸਲਾ ਲਿਆਂਦਾ, ਮੈਂ ਪਹਿਲੀ ਗੱਲ ਤਾਂ ਇਹ ਆਖਦਾ ਕਿ ਭਾਈ ਬੈਕਡੋਰ ਐਂਟਰੀ ਹੈ ਭਾਵੇਂ ਫਰੰਟ ਡੋਰ ਐਂਟਰੀ ਹੈ, ਲੋਕਾਂ ਦੇ ਵਿੱਚ ਆਉਣਾ ਚਾਹੁੰਦੇ ਆ ਜਾਂ ਉਹਨਾਂ ਨੂੰ ਕੋਈ ਨਾ ਕੋਈ ਧਿਰ ਲੋਕਾਂ 'ਚ ਲਿਆਉਣਾ ਚਾਹੁੰਦੀ ਹੈ, ਪਰ ਆਖਿਰਕਾਰ ਤਾਂ ਭਾਵੇਂ SGPC ਦੇ ਰਾਹੀਂ ਤੇ ਭਾਵੇਂ ਪੰਜਾਬ ਦੀ ਵਿਧਾਨ ਸਭਾ ਦੇ ਰਾਹੀਂ ਤੇ ਭਾਵੇਂ ਪੰਜਾਬ ਦੀ ਸਿਆਸੀ ਤੌਰ ਤੇ ਕਿਸੇ ਵੀ ਪੌੜੀ ਦੇ ਰਾਹੀਂ ਆਉਣਾ, ਵੋਟਾਂ ਤਾਂ ਲੋਕਾਂ ਪਾਉਣੀਆਂ ਨਾ। ਲੋਕ ਤਾਂ ਦੇਖਦੇ ਆ, ਲੋਕ ਤਾਂ ਆਪਣੀ ਜ਼ਿੰਮੇਵਾਰੀ ਸਮਝਣ ਕਿ ਉਹਨਾਂ ਨੂੰ ਕੀ ਠੀਕ ਲੱਗਦਾ ਤੇ ਕੀ ਗਲਤ ਲੱਗਦਾ। ਦੂਸਰੀ ਗੱਲ, ਜੇ ਜਥੇਦਾਰ ਸਾਹਿਬ ਇਸੇ ਤਰੀਕੇ ਗੋਲ ਗੱਲਾਂ ਕਰਦੇ ਰਹੇ ਨਾ ਕਿ ਭਾਈ ਮੈਂ ਜਿਨ੍ਹਾਂ ਨੇ ਅੰਮ੍ਰਿਤ ਉਹਨਾਂ ਨੂੰ ਪਾਨ ਕਰਾਇਆ, ਅੰਮ੍ਰਿਤ ਪਾਨ ਕਰਾਉਣ ਵਾਲਿਆਂ ਨੂੰ ਆਪਾਂ ਸਜ਼ਾ ਲਾਤੀ ਜਾਂ ਉਹਨਾਂ ਦਾ ਮਸਲਾ ਜਿਹੜਾ ਵਿਚਾਰ ਅਧੀਨ ਰੱਖ ਲਿਆ, SGPC ਵਾਲਿਆਂ ਨੇ ਸਸਪੈਂਡ ਕਰਤੀ, ਨਾ ਲੌਂਗੋਵਾਲ ਸਾਹਿਬ ਬੋਲਿਆ ਤੇ ਨਾ ਜਥੇਦਾਰ ਸਾਹਿਬ ਬੋਲਿਆ ਕਿ ਭਾਈ ਹੁਣ ਲੰਗਾਹ ਸਾਹਿਬ ਦਾ ਕੀ ਕਰਨਾ, ਕੀ ਉਹਨਾਂ ਨੂੰ ਪੰਥ ਦੇ ਵਿੱਚ ਸ਼ਾਮਲ ਸਮਝਿਆ ਜਾਵੇ ਜਾਂ ਪੰਥ ਤੋਂ ਬਾਹਰ ਸਮਝਿਆ ਜਾਵੇ ਜਾਂ ਅਗਲਾ ਸਟੈਪ ਕੀ ਲੈਣਾ। ਮੈਂ ਕਹਿੰਦਾ ਕਿ ਇੱਕ ਦਿਨ ਦੇ ਵਿੱਚ ਨਹੀਂ ਵੀ ਫੈਸਲਾ ਉਹ ਲੈ ਸਕਦੇ, ਕੋਈ ਗੱਲ ਨਹੀਂ, ਪਰ ਘੱਟੋ ਘੱਟ ਇਦਾਂ ਤਾਂ ਦੱਸ ਸਕਦੇ ਨਾ ਕਿ ਆਪਾਂ ਹਫ਼ਤੇ 10 ਦਿਨਾਂ ਦੇ ਵਿੱਚ ਸੁੱਚਾ ਸਿੰਘ ਲੰਗਾਹ ਦੇ ਮੌਜੂਦਾ ਮਸਲੇ ਦੇ ਉੱਤੇ ਕੁਝ ਕਰ ਦਾਂਗੇ। ਹੁਣ ਬਹੁਤ ਸਾਰੇ ਲੋਕ ਇਹ ਕਹਿੰਦੇ ਆ ਕਿ ਜੇ ਅੰਮ੍ਰਿਤਪਾਨ ਕਰ ਲਿਆ ਤਾਂ ਕਰ ਲਿਆ, ਠੀਕ ਹੈ। ਬਦਲਦੇ ਸਮੇਂ ਦੇ ਮੁਤਾਬਕ ਸੰਧਾਲੀਆ ਸਾਹਿਬ ਇਦਾਂ ਦੇ ਬੜੇ ਸਵਾਲ ਆਉਣੇ ਆ, ਖਾਸ ਤੌਰ ਦੇ ਉੱਤੇ ਜਿੱਦਾਂ ਦਾ ਮਾਹੌਲ ਦੇਸ਼ ਦੇ ਵਿੱਚ ਬਣ ਗਿਆ। ਹੁਣ ਤਾਂ ਬਹੁਤ ਸਾਰੀਆਂ ਇਦਾਂ ਦੀਆਂ ਸਥਿਤੀਆਂ ਆਉਣੀਆਂ ਜਿਹੜੀਆਂ ਪਹਿਲਾਂ ਅਤੀਤ ਦੇ ਵਿੱਚ ਕਦੇ ਆਈਆਂ ਹੀ ਨਹੀਂ ਸੀ। ਉੱਥੇ ਵੱਖਰੇ ਤਰ੍ਹਾਂ ਦੇ ਨਾਲ ਫੈਸਲਾ ਲੈਣਾ ਪੈਣਾ।
ਉੱਥੇ ਆਪਣੀ ਭਵਿੱਖਮੁਖੀ ਯੋਜਨਾ ਲੈ ਕੇ ਆਉਣੀ ਪੈਣੀ ਆ। ਤੇ ਜੇ ਆਪਾਂ ਇਸੇ ਗੱਲੋਂ ਕਰਦੇ ਰਹੇ ਕਿ ਪਹਿਲਾਂ ਕਦੇ ਫੈਸਲਾ ਹੋਇਆ ਸੀ ਉਦਾਂ ਦਾ ਕਰੀਏ, ਸਿੱਖ ਸੰਗਤ ਦੁਬਿਧਾ 'ਚ ਹੈ, ਸਿੱਖ ਸੰਗਤ ਦੁਚਿੱਤੀ 'ਚ ਹੈ, ਸਿਆਸੀ ਤੌਰ ਤੇ ਮਹਿਕ ਸਾਰੀ ਆ ਰਹੀ ਹੈ, ਪਰ ਜਥੇਦਾਰ ਸਾਹਿਬ ਦੇ ਲਈ ਇੱਕ ਵਾਰੀ ਫਿਰ ਦਰਵਾਜ਼ੇ ਦੋ ਨੇ, ਜਿੰਦਰਾ ਕਿਸੇ ਨੂੰ ਨਹੀਂ ਵੱਜਿਆ, ਕੁੰਡੀ ਵੱਜੀ ਹੈ, ਖੋਲ੍ਹਣਾ ਕਿਹੜਾ ਹੈ ਉਹਨਾਂ ਤੇ ਨਿਰਭਰ ਕਰਦਾ ਹੈ। ਬਾਠ ਸਾਹਿਬ, ਤੁਸੀਂ ਦੋ ਦਰਵਾਜ਼ਿਆਂ ਦੀ ਗੱਲ ਕਰਦੇ ਹੋ, ਮੈਨੂੰ ਲੱਗਦਾ ਕਿ ਜਥੇਦਾਰ ਸਾਹਿਬ ਤੀਸਰਾ ਦਰਵਾਜ਼ਾ ਖੋਲ੍ਹਣ ਨੂੰ ਫਿਰਦੇ ਆ, ਤੇ ਜੇ ਉਹ ਖੋਲ੍ਹ ਲੈਣ ਜੇ ਉਹ ਹੌਸਲਾ ਕਰ ਲੈਣਾ, ਤੇ ਮੇਰੇ ਖਿਆਲ ਨਾਲ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕੋਈ ਕਹਿ ਲਓ ਕਿ ਵੀ ਗਿਣੇ ਚੁਣੇ ਇਹੋ ਜਿਹੇ ਜਥੇਦਾਰ ਸਾਹਿਬਾਨ ਨੇ ਜਿਨ੍ਹਾਂ ਨੂੰ ਅਜੇ ਵੀ ਲੋਕ ਯਾਦ ਕਰਦੇ ਕਿ ਵਾਕਈ ਉਹ ਇੱਕ ਜਥੇਦਾਰ ਸਾਹਿਬ ਹੁੰਦੇ ਸੀ, ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਦਰਜ ਹੋ ਸਕਦਾ। ਤੇ ਉਹ ਤੀਸਰਾ ਦਰਵਾਜ਼ਾ ਹੈ ਕਿ ਵੀ ਇਸ ਜ਼ਿੰਮੇਵਾਰੀ ਨੂੰ ਕਹਿਣਾ ਕਿ ਜਾਂ ਤਾਂ ਮੈਂ ਨਿਰਪੱਖਤਾ ਨਾਲ ਨਿਭਾਉਣੀ ਆ, ਤੇ ਜੇ ਤੁਸੀਂ ਮੈਨੂੰ ਨਿਰਪੱਖਤਾ ਨਾਲ ਨਹੀਂ ਨਿਭਾਉਣ ਦੇਣੀ ਤੇ ਫਿਰ ਤੁਸੀਂ ਆਹ ਚੱਕੋ ਆਪਣੀ ਜਥੇਦਾਰੀ, ਮੈਂ ਲਾਂਭੇ ਹੋ ਜਾਣਾ। ਇਹ ਵਾਲੀ ਜਿਹੜੀ ਇਹ ਗੱਲਾਂ ਚੱਲਣ ਲੱਗ ਪਈਆਂ ਨੇ ਕਿਉਂਕਿ ਜਥੇਦਾਰ ਸਾਹਿਬ ਨੇ ਹੌਲੀ ਹੌਲੀ ਸਰਗਰਮੀ ਘਟਾਤੀ, ਜਾਂ ਉਹ ਮਹਿਸੂਸ ਕਰਦੇ ਨੇ ਕਿ ਵੀ ਲੋਕਾਂ 'ਚ ਸੁਣਿਆ ਜਾਣ ਲੱਗ ਪਿਆ ਕਿ ਪੋਲੀਟੀਕਲੀ ਮੋਟੀਵੇਟਡ ਜੇ ਬਿਆਨ ਮੇਰੇ ਕੋਲੋਂ ਦਵਾਏ ਜਾਣ ਲੱਗ ਪਏ, ਤੇ ਇਹ ਨਾ ਹੋਵੇ ਕਿ ਮੇਰਾ ਹਾਲ ਵੀ ਉਹੀ ਹੋਵੇ ਜੋ ਪਿਛਲੇ ਜਥੇਦਾਰ ਸਾਹਿਬ ਯਾਨੀ ਗਿਆਨੀ ਗੁਰਬਚਨ ਸਿੰਘ ਦਾ ਹੋਇਆ ਸੀਗਾ। ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਇਹ ਫੈਸਲਾ ਲੈ ਲੈਣ ਤੀਸਰੇ ਦਰਵਾਜ਼ੇ ਵਾਲਾ ਕਿ ਵੀ ਆਹ ਦੇਖੋ ਜੀ, ਮੈਂ ਜਥੇਦਾਰੀ ਸ੍ਰੀ ਅਕਾਲ ਤਖਤ ਸਾਹਿਬ ਦੀ ਵੀ ਛੱਡੀ, ਤੇ ਮੈਂ ਜਥੇਦਾਰੀ ਦਮਦਮਾ ਸਾਹਿਬ ਦੀ ਵੀ ਛੱਡੀ, ਮੈਨੂੰ ਆਪਣੇ ਪਰਿਵਾਰ 'ਚ ਰਹਿਣ ਦਿਓ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨਾ ਕੁ ਸਮਾਂ ਵੀ ਮੈਂ ਸੇਵਾ ਕੀਤੀ, ਉਹਦਾ ਜਿਹੜਾ ਸਮਾਂ ਹੈ ਉਹਦਾ ਨਿਚੋੜ ਸਿੱਖ ਸੰਗਤ ਜ਼ਰੂਰ ਕੱਢ ਲਵੇ ਕਿ ਹਾਂ ਬਈ ਜਥੇਦਾਰ ਸਾਹਿਬ ਨੇ ਫੈਸਲਾ ਸਹੀ ਕੀਤਾ ਕਿ ਗਲਤ ਕੀਤਾ। ਇਹ ਚਰਚਾ ਹੈ ਜੀ। ਸੰਧਾਲੀਆ ਸਾਹਿਬ, ਇੱਥੇ ਨਾ ਇੱਕ ਗੱਲ ਦਾ ਉਹਨਾਂ ਨੂੰ ਬਹੁਤ ਖਿਆਲ ਰੱਖਣ ਦੀ ਲੋੜ ਹੈ। ਅਸੀਂ ਉਹਨਾਂ ਨੂੰ ਸਲਾਹਾਂ ਦੇਣ ਦੀ ਤਾਕਤ ਨਹੀਂ ਰੱਖਦੇ, ਅਸੀਂ ਉਹਨਾਂ ਨੂੰ ਸਲਾਹਾਂ ਦੇਣ ਦੀ, ਮੈਂ ਤਾਂ ਦੂਸਰਾ ਸ਼ਬਦ ਵਰਤਾਂ ਕਿ ਔਕਾਤ ਨਹੀਂ ਰੱਖਦੇ, ਪਰ ਇਹ ਇਤਿਹਾਸ ਹੈ ਕਿ ਜੇ ਜਥੇਦਾਰੀ ਤੋਂ ਲਾਂਭੇ ਹੋਣ ਤੋਂ ਬਾਅਦ ਜਾਂ ਜਥੇਦਾਰੀ ਖੁਦ ਛੱਡਣ ਤੋਂ ਬਾਅਦ ਫੇਰ ਦੱਸਣਗੇ ਨਾ ਕਿ ਉੱਥੇ ਆਹ ਕੁਛ ਹੁੰਦਾ ਹੈ ਜਾਂ ਮੇਰੇ ਕੋਲ ਆਹ ਕੁਛ ਕਰਾਇਆ, ਫਿਰ ਕਿਸੇ ਨੇ ਮੰਨਣਾ ਨਹੀਂ। ਜੋ ਕੁਛ ਕਹਿਣਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਕਹਿਣਾ। ਜਿਵੇਂ 2-4 ਦਿਨ ਪਹਿਲਾਂ ਅਚਾਨਕ ਆਏ ਸੀ ਨਾ, ਉਸੇ ਤਰੀਕੇ ਕਹਿਣ, ਕਿਉਂਕਿ ਅਹੁਦੇ ਤੇ ਹੁੰਦਿਆਂ ਕਹੀ ਕੀ ਗੱਲ ਜਿਹੜੀ ਹੋਰ ਹੈ, ਤੇ ਅਹੁਦੇ ਤੋਂ ਲਾਂਭੇ ਹੋ ਕੇ ਕਈਆਂ ਗੱਲਾਂ ਜਿਹੜੀਆਂ ਹੋਰ ਨੇ। ਆਪਣੇ ਇੱਕ ਹੋਰ ਜਥੇਦਾਰ ਵੀ ਸੀਗੇ ਜਿਨ੍ਹਾਂ ਦੀ ਇੱਕ ਵਾਰੀ ਹਰਿਆਣੇ ਬਦਲੀ ਕਰ ਦਿੱਤੀ ਗਈ ਸੀ, ਮੁੜ ਕੇ ਉਹ ਚੁੱਪ ਕਰ ਗਏ, ਮੁੜ ਕੇ ਉਹ ਕੂੰਦੇ ਹੀ ਨਹੀਂ, ਫਿਰ ਪਤਾ ਨਹੀਂ ਕਿੱਧਰ ਦੀਆਂ ਗੱਲਾਂ ਬਾਤਾਂ। ਇਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੇ ਲਈ ਇਹ ਸਮਾਂ ਸੱਚੀ ਮੁੱਚੀ ਬਹੁਤ ਨਾਜ਼ੁਕ ਜਿਹਾ ਹੈ, ਪਰ ਇੱਥੇ ਪੰਥ ਪ੍ਰਸਤੀ ਵਾਲੇ ਫੈਸਲੇ ਲੈਣ ਦਾ ਜਿਹੜਾ ਸਮਾਂ, ਨਹੀਂ ਤਾਂ ਆਉਣ ਵਾਲੇ ਸਮੇਂ 'ਚ ਔਖਾ ਹੋ ਜੂ। ਹੁਣ ਦੇਖੋ ਸੰਧਾਲੀਆ ਸਾਹਿਬ, ਭਾਈ ਗੋਬਿੰਦ ਸਿੰਘ ਲੌਂਗੋਵਾਲ ਨੂੰ ਇੱਕ ਸਵਾਲ ਕੀਤਾ ਪੱਤਰਕਾਰ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਹਿਬ ਨੇ ਅਯੁੱਧਿਆ ਦੇ ਵਿੱਚ ਰਾਮ ਮੰਦਿਰ ਦੇ ਭੂਮੀ ਪੂਜਨ ਦੇ ਮੌਕੇ ਦੇ ਉੱਤੇ ਆਹ ਗੱਲ ਆਖ ਦਿੱਤੀ, ਜਿਹੜੀ ਗੱਲ ਦੇ ਉੱਤੇ ਇਤਰਾਜ਼ ਪ੍ਰਗਟ ਹੋਇਆ ਜਾਂ ਹੋਊਗਾ। ਉਹ ਕਹਿੰਦੇ ਮੈਂ ਤਾਂ ਸੁਣਿਆ ਹੀ ਨਹੀਂ, ਰੁਕੇ ਹੀ ਨਹੀਂ, ਮੈਨੂੰ ਤਾਂ ਪਤਾ ਹੀ ਨਹੀਂ, ਮੈਂ ਅਜੇ ਸੁਣਿਆ ਨਹੀਂ। ਜਿਹੜੀ ਚੀਜ਼ ਸੁਣੀ ਨਹੀਂ, ਟਿੱਪਣੀ ਸਾਰੀ ਦੁਨੀਆ ਨੇ ਸੁਣ ਲਈ। ਤੁਸੀਂ SGPC ਦੇ ਪ੍ਰਧਾਨ ਹੋ, ਤੁਹਾਨੂੰ ਤਾਂ ਖਬਰਾਂ ਤੇ ਨਜ਼ਰ ਰੱਖਣੀ ਪਊਗੀ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਕੌਣ ਗਿਆ ਤੇ ਪ੍ਰਧਾਨ ਮੰਤਰੀ ਸਾਹਿਬ ਨੇ ਕੀ ਕਹਿ ਦਿੱਤਾ। ਤੇ ਜੇ ਸਿੱਖ ਭਾਈਚਾਰੇ ਦੇ ਮਸਲੇ ਦੇ ਨਾਲ ਸੰਬੰਧਿਤ ਕੋਈ ਪ੍ਰਧਾਨ ਮੰਤਰੀ ਦੀ ਟਿੱਪਣੀ ਆਈ ਹੈ ਤੇ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਦੇ ਪ੍ਰਧਾਨ ਸਾਹਿਬ ਕਹਿਣ ਕਿ ਮੈਨੂੰ ਪਤਾ ਹੀ ਨਹੀਂ ਪਤਾ, ਕੋਈ ਗੱਲ ਨਹੀਂ। ਪੱਤਰਕਾਰ ਸਾਹਿਬ ਦੇ ਸਵਾਲ ਦੇ 5 ਘੰਟੇ ਬਾਅਦ, 10 ਘੰਟੇ ਬਾਅਦ, 20 ਘੰਟੇ ਬਾਅਦ, 24 ਘੰਟੇ ਬਾਅਦ ਉਹ 2-3 ਮਿੰਟ ਦੀ ਟਿੱਪਣੀ ਸੁਣ ਕੇ 2-3 ਮਿੰਟ ਦੀ ਆਪਦੀ ਟਿੱਪਣੀ ਕਰ ਦਿੰਦੇ ਤਾਂ ਚੰਗਾ ਹੁੰਦਾ, ਨਹੀਂ ਤਾਂ ਸੰਗਤ ਫਿਰ ਕਦੇ ਸਵਾਲ ਪੁੱਛੂਗੀ। ਕਮਾਲ ਕਰਦੇ ਤੁਸੀਂ ਬਾਠ ਸਾਹਿਬ, ਕਮਾਲ ਕਰਦੇ ਯਾਰ, ਕਿੱਦਾਂ ਦੇ ਬੰਦੇ ਆ ਤੁਸੀਂ। ਹੁਣ ਲੌਂਗੋਵਾਲ ਸਾਹਿਬ ਨੂੰ ਜਿੱਥੋਂ ਗੱਦੀ ਮਿਲੀ ਆ ਉਧਰਲਾ ਧਿਆਨ ਕਰਨ ਕਿ ਜਿਹੜੇ ਪਾਸਿਓਂ ਗੱਦੀ ਖੁੱਸ ਸਕਦੀ ਆ ਉਹ ਵਾਲੀ ਖਬਰ ਦੇ ਉੱਪਰ ਰਿਐਕਟ ਕਰਨ। ਤੁਸੀਂ ਕਮਾਲ ਕਰਦੇ ਮੈਂ ਨਾ। ਹੁਣ ਲੌਂਗੋਵਾਲ ਸਾਹਿਬ ਤੁਹਾਨੂੰ ਦੱਸਦਾ, ਜਿਹੜਾ ਤੁਸੀਂ ਗੱਲ ਕਰਦੇ ਹੋ ਵੀ ਜਦੋਂ ਪੱਤਰਕਾਰ ਸਾਹਿਬ ਨੇ ਸਵਾਲ ਪੁੱਛਿਆ ਸੀਗਾ ਤੇ ਉਸ ਤੋਂ ਬਾਅਦ ਲੌਂਗੋਵਾਲ ਸਾਹਿਬ ਇੰਨਾ ਚਿਰ ਬੋਲੇ ਕਿਉਂ ਨਹੀਂ। ਲੌਂਗੋਵਾਲ ਸਾਹਿਬ ਤਾਂ ਵਿਚਾਰੇ ਬਿਜ਼ੀ ਸੀਗੇ ਪ੍ਰਧਾਨ ਜੀ ਦੇ ਨਾਲ, ਕਿਉਂਕਿ ਉਹ ਤੁਹਾਨੂੰ ਯਾਦ ਹੋਣਾ ਕਿ ਇਸ ਹਫ਼ਤੇ ਇੱਕ ਹੋਰ ਜਿਹੜੀ ਨਵੀਂ ਚੀਜ਼ ਚੱਲੀ ਆ, ਉਹ ਚੱਲੀ ਹੈ ਕਿ ਜੋ ਕੁਛ ਅਕਾਲੀ ਸਰਕਾਰ ਵੇਲੇ ਹੋਇਆ ਸੀ ਉਹੀ ਕੁਛ ਕਾਂਗਰਸ ਸਰਕਾਰ ਵੇਲੇ ਵੀ ਇੱਕ ਘਟਨਾ ਵਾਪਰੀ ਹੈ ਕਿ ਪਿੰਡ ਕਲਿਆਣ ਚੋਂ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ, ਤੇ ਉਹ ਸਾਰੇ ਮਸਲੇ ਨੂੰ ਲੈ ਕੇ ਪਟਿਆਲੇ 'ਚ ਧਰਨਾ ਵੀ ਸੀਗਾ, ਤੇ ਲੌਂਗੋਵਾਲ ਸਾਹਿਬ ਨੇ ਹੁਣ ਉੱਥੇ ਨਹੀਂ ਸੀ ਜਾਣਾ। ਤੁਸੀਂ ਕਮਾਲ ਕਰਦੇ, ਤੁਸੀਂ ਕਹਿੰਦੇ ਵੀ ਹੁਣ ਉਹ ਮੋਦੀ ਸਾਹਿਬ ਦੇ ਬਿਆਨ ਤੇ ਪੱਤਰਕਾਰ ਨੂੰ ਜਵਾਬ ਦੇਣ ਜਾ ਕੇ ਹੈ। ਆਹ ਗੱਲ ਤੁਹਾਡੀ ਠੀਕ ਹੈ, ਵੈਸੇ ਹੈ ਸਾਫ਼ ਗੋ ਬੰਦੇ ਨੇ, ਇਸ ਗੱਲ ਦੀ ਤਾਂ ਕਦਰ ਕਰਨੀ ਪਊਗੀ। ਜਦੋਂ ਪਿਛਲੀ ਵਾਰੀ ਵੀ ਇੱਕ ਵਾਰੀ ਅਕਾਲੀ ਦਲ ਨੇ ਸਿਆਸੀ ਧਰਨੇ ਲਾਏ ਸੀ ਨਾ, ਉਦੋਂ ਵੀ ਲੌਂਗੋਵਾਲ ਸਾਹਿਬ ਨੂੰ ਕਿਸੇ ਨੇ ਪੁੱਛਿਆ ਕਿ ਭਾਈ ਤੁਸੀਂ ਉਹ ਧਰਨੇ ਤੇ ਜਾਓਗੇ, ਕਹਿੰਦੇ ਜਾਊਂਗਾ। ਅਕਾਲੀ ਦਲ ਦਾ ਲੀਡਰ ਤਾਂ ਹੈਗਾ ਹੀ ਆ, ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਆ, ਮੈਂ ਉੱਥੇ ਵੀ ਡਿਊਟੀ ਨਿਭਾਉਣਾ ਤੇ ਉੱਥੇ ਵੀ। ਇਹ ਗੱਲ ਤੁਹਾਡੀ ਠੀਕ ਹੈ, ਮੈਂ ਸਹਿਮਤ ਹੋ ਗਿਆ। ਮੈਨੂੰ ਥੋੜ੍ਹਾ ਜਿਹਾ ਚੇਤਾ ਭੁੱਲ ਗਿਆ ਸੀ ਕਿ ਭਾਈ ਉਧਰਲੇ ਪਾਸੇ ਵੀ ਜਾਣਾ ਹੁੰਦਾ। ਬਾਕੀ ਸੰਧਾਲੀਆ ਸਾਹਿਬ ਇੱਕ ਗੱਲ ਤਾਂ ਪੱਕੀ ਹੈ, ਮੈਂ ਹੁਣ ਕਹਿਣਾ ਕਿ ਭਾਈ ਪੰਜਾਬ ਦੇ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਚਿੰਤਾ ਮਾੜਾ ਮੋਟਾ ਕਿਤਾਬਾਂ ਦੇ ਨਾਲ, ਸ਼ਬਦ ਦੇ ਨਾਲ ਜੁੜਨਾ ਸ਼ੁਰੂ ਕਰਨਾ ਪਊਗਾ। ਨਹੀਂ ਤਾਂ SGPC ਵਾਲੇ ਤਾਂ ਕਹਿੰਦੇ ਆ ਕਿ ਭਾਈ ਆ ਜਿਹੜੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੁੰਮ ਹੋਏ, ਜਿਹੜੇ ਬੰਦੇ ਇਸ ਮੁੱਦੇ ਤੇ ਇੱਦਾਂ ਦੀ
ਗੱਲਬਾਤ ਕਰਦੇ ਆ, ਬਿਆਨਬਾਜ਼ੀ ਕਰਦੇ ਆ, ਭਾਵੇਂ ਉਹ ਦੀਪ ਸਿੱਧੂ ਦਾ ਵੀ ਨਾਂ ਆਉਂਦਾ ਸੀ ਕਿ ਭਾਈ ਅਸੀਂ ਉਸ ਬੰਦੇ ਦੇ ਉੱਤੇ ਕਾਨੂੰਨੀ ਕਾਰਵਾਈ ਕਰਾਉਣੀ ਹੈ, ਕਰਾ ਦਿਓ। ਪਰ 1 ਮਹੀਨੇ ਦਾ ਜਿਹੜਾ ਸਮਾਂ ਜਥੇਦਾਰ ਸਾਹਿਬ ਨੇ ਕਮੇਟੀ, ਜਾਂਚ ਵਾਲੀ ਕਮੇਟੀ ਨੂੰ ਦਿੱਤਾ ਸੀ, ਤਾਂ ਹੁਣ ਪਹਿਲਾਂ ਜੱਜ ਸਾਹਿਬ ਸਾਬਕਾ ਜਿਹੜੇ ਸੀ ਉਹਨਾਂ ਜਾਂਚ ਕਰਨੀ ਸੀ, ਹੁਣ ਵਕੀਲ ਸਾਹਿਬ ਕਰ ਰਹੇ ਆ। ਬਾਕੀ ਜਥੇਬੰਦੀਆਂ ਕਹਿੰਦੀਆਂ ਕਿ ਸਾਨੂੰ ਪ੍ਰਵਾਨ ਕੋਈ ਨਹੀਂ। ਉਹ ਮੁੱਦਾ ਤਾਂ ਸੰਧਾਲੀਆ ਸਾਹਿਬ ਅਜੇ ਭਖਣਾ ਹੈ। ਬਾਕੀ ਵਿਧਾਨ ਸਭਾ ਦੀਆਂ ਚੋਣਾਂ ਨੇੜੇ ਨੇ, SGPC ਦੀਆਂ ਚੋਣਾਂ ਨੇੜੇ ਨੇ, ਅਜੇ ਤਾਂ ਕਈ ਰੰਗ ਆਉਣੇ ਆ ਤੇ ਕਈ ਜਾਣੇ ਆ। ਨਹੀਂ ਚੋਣਾਂ ਤੇ ਨਜ਼ਰ ਆਉਣ ਲੱਗ ਪਈਆਂ। ਬਾਠ ਸਾਹਿਬ ਤੁਸੀਂ ਬੈਠੇ ਕੈਨੇਡਾ, ਇਸ ਕਰਕੇ ਤੁਹਾਨੂੰ ਨਹੀਂ ਜਾਪਦਾ ਵੀ ਚੋਣਾਂ ਆ ਗਈਆਂ। ਇੱਥੇ ਤਾਂ ਬਿਲਕੁਲ ਪਤਾ ਲੱਗ ਰਿਹਾ ਕਿ ਵੀ ਚੋਣਾਂ ਆ ਗਈਆਂ, ਕਿਉਂਕਿ ਮਹੀਨੇ ਦੇ ਹੁੰਦੇ 4 ਹਫ਼ਤੇ ਤੇ ਹਰੇਕ ਹਫ਼ਤੇ ਦੇ ਵਿੱਚ ਮੁੱਦਾ ਬਦਲ ਜਾਂਦਾ। ਜਿੱਦਾਂ ਭਲਵਾਨ ਨੇ ਆਪਾਂ ਲੜਦੇ ਵੇਖਦੇ ਵੀ ਮਤਲਬ ਕੋਈ ਛਿੰਝ ਪਈ ਹੋਵੇ ਤੇ ਉੱਥੇ ਕਦੀ ਇੱਕ ਭਲਵਾਨ ਉੱਤੇ ਤੇ ਕਦੀ ਦੂਜਾ ਉੱਤੇ। ਇਸ ਵਕਤ ਕੰਮ ਉਹ ਚੱਲ ਰਿਹਾ, ਕਿਉਂਕਿ ਇੱਥੇ ਐਤਕੀ ਹੁਣ ਇੱਕ ਤੀਜਾ ਮਾੜਾ ਭਲਵਾਨ ਵੀ ਵਿੱਚ ਹੈਗਾ, ਆਮ ਆਦਮੀ ਪਾਰਟੀ ਵਾਲਾ। ਉਹ ਵੀ ਪੱਟ ਮਾਰ ਕੇ ਦੇ ਢੋਲ ਦੇ ਘੇਰੇ ਦਾ ਵੀ ਆ ਪਰਮਾਲੀ ਵਾਲੀ ਕੁਸ਼ਤੀ ਐਤਕੀ ਮੈਂ ਜਿੱਤਣੀ ਹੈ। ਤੇ ਉਹ ਕਈ ਵਾਰ ਠਿੱਬੀ ਲਾ ਕੇ ਵਿਚਾਰਾ ਆ ਵੀ ਡਿੱਗ ਪੈਂਦਾ। ਇਹ ਕੰਮ ਹੋਇਆ ਪਿਛਲੇ ਹਫ਼ਤੇ, ਤੁਹਾਨੂੰ ਯਾਦ ਹੋਣਾ ਕਿ ਜਦੋਂ ਇਹ ਨਕਲੀ ਸ਼ਰਾਬ ਵਾਲਾ ਕੰਮ ਚੱਲਿਆ ਨਾ ਜੀ, ਤੇ ਨਕਲੀ ਸ਼ਰਾਬ ਵਾਲਾ ਕੰਮ ਚੱਲਣ ਦਾ ਕਰਕੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਲੱਗਿਆ ਵੀ ਹਾਂ ਭਾਈ ਸਾਹਿਬ ਆਪਾਂ ਫਟਾਫਟ ਜਾ ਕੇ ਉੱਥੇ ਬਿਆਨ ਦੇਣਾ, ਤੇ ਬਿਆਨ ਉੱਥੇ ਜਾ ਕੇ ਇਹ ਦੇ ਲਏ ਵੀ 25 ਲੱਖ ਰੁਪਈਆ ਵੀ ਚਾਹੀਦਾ ਤੇ ਸ਼ਹੀਦੀ ਦਾ ਦਰਜਾ ਵੀ ਚਾਹੀਦਾ। ਭਾਈ ਸਾਹਿਬ ਇਹਨਾਂ ਨੂੰ ਲੋਕ ਫਿਰ ਦਿਵਾਲੇ ਹੋਏ ਵੀ ਥੋੜ੍ਹਾ ਬਹੁਤ ਕੋਈ ਵਿਚਾਰ ਕੇ ਬੋਲ ਲਿਆ ਕਰੋ, ਕਿਉਂ ਸ਼ਹੀਦਾਂ ਦਾ ਅਪਮਾਨ ਕਰਦੇ ਹੋ? ਵੀ ਇਹਦਾ ਮਤਲਬ ਵੀ ਜਿਹੜਾ ਬੰਦਾ ਸਰਹੱਦ ਤੇ ਦੇਸ਼ ਲਈ ਸ਼ਹੀਦ ਹੁੰਦਾ ਉਹ ਵੀ ਸ਼ਹੀਦ, ਤੇ ਜਿਹੜਾ ਬੰਦਾ ਘਰੇ ਜਾਂ ਇੱਧਰੋਂ ਉੱਧਰੋਂ ਕਹਿ ਲਓ ਕਿ ਵੀ 10 ਰੁਪਈਆਂ ਦਾ ਪੈਗ ਲਾ ਕੇ ਮਰ ਗਿਆ ਉਹ ਵੀ ਸ਼ਹੀਦ। ਦੇਖੋ ਸੰਧਾਲੀਆ ਸਾਹਿਬ, ਜਿਨ੍ਹਾਂ ਨੂੰ ਤੁਸੀਂ ਮਾੜੇ ਕਹਿੰਦੇ ਹੋ ਨਾ, ਕਮਜ਼ੋਰ ਕਹਿੰਦੇ ਹੋ, ਉਹ ਕਹਿੰਦੇ ਸਰੀਰ ਨਾ ਦੇਖੋ ਗੁੱਟ ਘੁੰਮਦਾ ਦੇਖਿਓ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਈਆਂ। ਹੁਣ ਇਹ ਗੱਲ ਤਾਂ ਤੁਹਾਡੀ ਠੀਕ ਹੈ, ਅਸਲ ਦੇ ਵਿੱਚ ਨਾ ਟ੍ਰੇਨਿੰਗ ਬੜੀ ਜ਼ਰੂਰੀ ਹੈ। ਟ੍ਰੇਨਿੰਗ ਦੇ ਨਾਲ ਨਾਲ ਤੁਹਾਡੀ ਮਾਨਸਿਕ ਸਥਿਤੀ ਕੀ ਆ ਉਹ ਬੜੀ ਜ਼ਰੂਰੀ ਆ। ਜਿਨ੍ਹਾਂ ਨੇ ਸ਼ਹੀਦ ਦਾ ਦਰਜਾ ਮੰਗਿਆ ਸੀ, ਚਲੋ ਛੋਟੇ ਪੱਧਰ ਦੇ ਲੀਡਰ ਸੀ, ਜ਼ਿਲ੍ਹਾ ਪੱਧਰ ਦੇ ਲੀਡਰ ਸੀ, ਹਾਈ ਕਮਾਂਡ ਦੇ ਨਾਲ ਜਾਂ ਪੰਜਾਬ ਪੱਧਰੀ ਲੀਡਰਸ਼ਿਪ ਦੇ ਨਾਲ ਸੰਬੰਧ ਕੋਈ ਨਹੀਂ ਸੀ। ਪਰ ਇਹ ਗੱਲ ਤਾਂ ਪੱਕੀ ਹੈ ਨਾ, ਮੰਨ ਲਓ ਸੱਜਿਓਂ ਖੱਬਿਓਂ ਇੱਧਰੋਂ ਉੱਧਰੋਂ ਕਰਕੇ ਕੋਈ ਹੇਠਲੀ ਉੱਤੇ ਹੋ ਜਾਂਦੀ ਹੈ, ਆਮ ਆਦਮੀ ਪਾਰਟੀ ਸੱਤਾ 'ਚ ਆ ਜਾਂਦੀ ਹੈ, ਤਾਂ ਫਿਰ ਇਹਨਾਂ ਲੋਕਾਂ ਨੇ ਕੰਮ ਕਰਾਉਣੇ ਨਾ ਉੱਪਰਲੇ ਪਾਸੇ ਕਹਿ ਕੇ ਕਿ ਭਾਈ ਸਾਡੇ ਹਲਕੇ 'ਚ ਆਹ ਕਰ ਦਿਓ, ਸਾਡੇ ਹਲਕੇ 'ਚ ਉਹ ਕਰ ਦਿਓ। ਫਿਰ ਵਿਜ਼ਨ ਦੇ ਵਿੱਚ ਵੱਖਰਾ ਕੀ ਹੋਇਆ? ਆਮ ਆਦਮੀ ਪਾਰਟੀ ਦੀ ਸੂਬੇ ਦੀ ਲੀਡਰਸ਼ਿਪ ਨੂੰ ਇਸ ਮੁੱਦੇ ਦੇ ਉੱਤੇ ਥੋੜ੍ਹਾ ਜਿਹਾ ਹਿਸਾਬ ਕਿਤਾਬ ਦੇਖਣਾ ਚਾਹੀਦਾ ਸੀ। ਬਾਕੀ ਸੰਧਾਲੀਆ ਸਾਹਿਬ ਇੰਨੀ ਗੱਲ ਹੋ ਗਈ, ਕਹਿੰਦੇ ਸੀ ਨਾ ਦੁਨੀਆ ਪਿੰਡ ਬਣ ਗਈ ਹੈ। ਮੈਨੂੰ ਲੱਗਦਾ ਕਿ ਪੰਜਾਬ ਦੇ ਲੀਡਰ ਸੱਚੀ ਮੁੱਚੀ ਪਿੰਡਾਂ 'ਚ ਆ ਗਏ ਆ। ਹੁਣ ਆਪਾਂ ਪਿੰਡਾਂ ਦੇ ਵਿੱਚ ਕੀ ਦੇਖੀਦਾ, 2 ਧਿਰਾਂ ਦਾ ਕਿਤੇ ਝਗੜਾ ਹੋਵੇ ਜਾਂ ਸਰਪੰਚੀ ਦੀ ਗੱਲ ਹੀ ਲਾ ਲਓ, ਇੱਕ ਪਾਸੇ ਇੱਕ ਖੜਾ ਧੜਾ, ਦੂਜੇ ਪਾਸੇ ਦੂਜਾ, ਤੇ ਉਹਦੇ ਵਿੱਚ ਨਾ 3-4 ਬੰਦੇ ਇਦਾਂ ਦੇ ਹੁੰਦੇ ਜਾ ਕੇ ਦੱਸਣ ਵਾਲੇ, ਉਹ ਮੈਂ ਦੇਖਿਆ ਸੀ ਉਹ ਫਲਾਣੇ ਨੂੰ ਤੁਸੀਂ ਆਪਣਾ ਕਹੀ ਜਾਂਦੇ, ਉਹ ਤਾਂ ਸ਼ਾਮੀ ਉਹਨਾਂ ਦੇ ਬੈਠਾ ਸੀ। ਉਹ ਦੂਜੇ ਨੇ ਕਹਿਣਾ ਜਿਹੜਾ ਆਪਣੇ ਨਾਲ ਤੁਰਿਆ ਫਿਰਦਾ ਸੀ ਸਵੇਰੇ ਉਹ ਲੱਸੀ ਤਾਂ ਫਲਾਣਿਆਂ ਤੋਂ ਲੈ ਕੇ ਆਇਆ। ਹੁਣ ਤਾਂ ਪੰਜਾਬ ਦੇ ਵਿੱਚ ਲੋਕ ਬੜੇ ਹੈਰਾਨ ਨੇ, ਹੁਣ ਪਤਾ ਹੀ ਨਹੀਂ ਲੱਗਦਾ ਕਿ ਕਿਹੜਾ ਲੀਡਰ ਕਿੱਧਰਲੇ ਪਾਸਿਓਂ ਕਿੱਧਰ ਹੋ ਜੂ। ਹੁਣ ਰਿਟਾਇਰਡ ਜਸਟਿਸ ਨੇ, ਜੱਜ ਸਾਹਿਬ ਸੀਗੇ ਕਿਸੇ ਵੇਲੇ ਨਿਰਮਲ ਸਿੰਘ ਹੋਰੀ, ਉਹ ਵੀ ਕਹਿੰਦੇ ਢੀਂਡਸਿਆਂ ਦੇ ਨਾਲ ਜਾਰ ਵਾਲੇ। ਦੇਖੋ ਕਿੰਨਾ ਕੁਛ ਹੋਇਆ, ਪੰਜਾਬ ਦੇ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਜਿਹੜਾ ਲੀਡਰ ਅੱਜ ਫਲਾਨੀ ਪਾਰਟੀ ਦੇ ਦਫ਼ਤਰ 'ਚੋਂ ਨਿਕਲਦਾ, ਜਦੋਂ ਸਵੇਰੇ ਉੱਠਦੇ ਆ ਤਾਂ ਦੂਜੀ ਪਾਰਟੀ ਦੇ ਦਫ਼ਤਰ ਮੂਹਰੇ ਉਹਦੀ ਫੋਟੋ ਲੱਗੀ ਹੁੰਦੀ, ਹੱਥ ਜੋੜ ਕੇ ਇਹਨਾਂ ਦਾ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਦੇ ਉੱਤੇ ਅਸੀਂ ਹਾਰਦਿਕ ਧੰਨਵਾਦ ਕਰਦੇ ਹਾਂ, ਤੇ ਨਾਲ ਇਹ ਵੀ ਲਿਖਿਆ ਹੁੰਦਾ ਇਹਨਾਂ ਨੂੰ ਹੁਣੇ ਹੀ ਚੰਦ ਮਿੰਟਾਂ ਦੀ ਸੇਵਾ ਦੇ ਬਦਲੇ ਫਲਾਨਾ ਅਹੁਦਾ ਦੇ ਦਿੱਤਾ ਗਿਆ। ਕਿੰਨਾ ਕੁਝ ਤਬਦੀਲ ਹੋ ਗਿਆ। ਬਾਠ ਸਾਹਿਬ ਮੇਰੀ ਗੱਲ ਸੁਣੋ, ਜਿਹੜਾ ਤੁਸੀਂ ਇਹ ਕਹਿੰਦੇ ਨਾ ਪੰਜਾਬ ਦੇ ਲੋਕਾਂ ਨੂੰ ਪਤਾ ਨਹੀਂ ਲੱਗਦਾ, ਇਹ ਸ਼ਬਦ ਠੀਕ ਨਹੀਂ। ਪੰਜਾਬ ਦੇ ਲੋਕਾਂ ਨੂੰ ਸਭ ਕੁਝ ਪਤਾ ਲੱਗਦਾ, ਪਰ ਪੰਜਾਬ ਦੇ ਲੋਕ ਕਰਦੇ ਕਿਵੇਂ? ਮੈਂ ਤੁਹਾਨੂੰ ਇੱਕ ਘਰ ਦਾ ਹੀ ਸੀਨ ਦੱਸ ਦਿਆਂ ਵੀ ਹੁੰਦਾ ਕੀ ਆ। ਮੋਸਟਲੀ ਟੈਲੀਵਿਜ਼ਨ ਲੱਗਾ, ਟੈਲੀਵਿਜ਼ਨ ਤੇ ਤੁਹਾਡੇ ਵਰਗਾ ਜਾਂ ਮੇਰੇ ਵਰਗਾ ਬੰਦਾ ਇੱਕ ਖਬਰਾਂ ਪੜ੍ਹ ਰਿਹਾ, ਜੀ ਦੇਖੋ ਜੀ ਇਸ ਵਕਤ ਫਲਾਨੀ ਪਾਰਟੀ ਨੇ ਆਹ ਗੱਲ ਕੀਤੀ ਤੇ ਫਲਾਣੇ ਲੀਡਰ ਨੇ ਆਹ ਬਿਆਨ ਦਿੱਤਾ। ਉਧਰ ਚੁੱਲ੍ਹੇ ਚੌਂਕੇ ਤੇ ਉਹਦੀ ਘਰ ਵਾਲੀ ਜਾਂ ਉਹਦੀ ਮਾਤਾ ਕੋਈ ਰੋਟੀ ਪਾਣੀ ਲਾਉਂਦੀ ਹੁੰਦੀ ਆ, ਤੇ ਉਹ ਬੰਦਾ ਵਿਚਾਰਾ ਉਧਰੋਂ ਫਟਾਫਟ ਤਿਆਰ ਹੋ ਕੇ ਤੇ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਕੰਮ ਤੇ ਜਾਵਾਂ, ਕੋਈ ਦਿਹਾੜੀ ਧੱਪਾ ਕਰਾਂ। ਇਹ ਗੱਲਾਂ ਜਦੋਂ ਸੁਣਦੀਆਂ ਹੁੰਦੀਆਂ ਤੇ ਉਹ ਸਾਰੇ ਕੁਝ ਦੇ ਵਿੱਚੋਂ ਘਰ ਦਾ ਕੋਈ ਜੀ ਧਿਆਨ ਦਿਵਾਉਂਦਾ ਵੀ ਹੈ ਆ ਟੈਲੀਵਿਜ਼ਨ ਵਾਲੇ ਕੀ ਆਖੀ ਜਾਂਦੇ, ਫਲਾਣੇ ਲੀਡਰ ਨੇ ਕੀ ਕਹਿਤਾ। ਅਜੇ ਦੂਸਰਾ ਬੰਦਾ ਰਿਐਕਟ ਕਰੇ ਉਦੋਂ ਪਹਿਲਾਂ ਹੀ ਘਰ ਚੋਂ ਇੱਕ ਤੀਸਰੀ ਆਵਾਜ਼ ਆਏ, ਤੂੰ ਕੰਮ ਤੇ ਜਾ ਪੁੱਤ, ਇਹਨਾਂ ਤੈਨੂੰ ਕੀ ਦੇਣਾ। ਇਸ ਕਰਕੇ ਪਤਾ ਸਾਰਿਆਂ ਨੂੰ ਲੱਗਦਾ, ਉਹਨੂੰ ਪਤਾ ਵੀ ਕੀ ਚੱਲਦਾ ਪਿਆ। ਹਾਂ ਨਹੀਂ, ਗੱਲ ਤੁਹਾਡੀ ਠੀਕ ਹੈ। ਉਹਨਾਂ ਨੇ ਕਹਿਣਾ ਕਿ ਆ ਜਿਹੜੇ 2 ਬੰਦੇ ਬੋਲਦੇ ਇਹਨਾਂ ਨੇ ਘਰੇ ਜਾ ਕੇ ਰੋਟੀ ਖਾ ਕੇ ਸਰਾਣੇ ਥੱਲੇ ਬਾਂਹ ਦੇ ਕੇ ਸੌਂ ਜਾਣਾ, ਲੀਡਰਾਂ ਨੇ ਆਪਦੇ ਘਰ ਨੂੰ ਚੱਲ ਜਾਣਾ, ਸਾਡੀਆਂ ਕੱਟੀਆਂ ਬੱਚੀਆਂ ਭੁੱਖੀਆਂ ਰਹਿ ਜਾਣੀਆਂ, ਤੁਸੀਂ ਜਾ ਕੇ ਪੱਠਾ ਤੇ ਥੱਕ ਕਰੋ। ਹੁਣ ਇਹ ਗੱਲ ਸੰਧਾਲੀਆ ਸਾਹਿਬ ਤੁਹਾਡੀ ਠੀਕ ਹੈ। ਮੈਂ ਤਾਂ ਹੁਣ ਸੋਚਦਾ ਸੀ ਕਿ ਦੇਖੋ ਕਿਆ ਬਾਤਾਂ, ਇੰਨਾ ਲਚਕੀਲਾਪਣ, ਇੰਨੇ ਫਲੈਕਸੀਬਲ। ਮੈਨੂੰ ਤਾਂ ਕਦੇ ਕਦੇ ਇਹ ਲੱਗਦਾ ਹੁੰਦਾ ਕਿ ਜੇ ਕਿਤੇ ਲੀਡਰ ਸਾਡੇ ਸਾਹਮਣੇ ਆਉਣ ਤੇ ਅਸੀਂ ਇਹਨਾਂ ਨੂੰ ਪੁੱਛੀਏ ਜਿਮਨਾਸਟਿਕ ਵਾਲੇ ਸਰਟੀਫਿਕੇਟ ਦਿਖਾਓ, ਇੰਨੀ ਫਲੈਕਸੀਬਿਲਿਟੀ, ਇੰਨੀ ਲਚਕ ਕਿਤੇ ਇਹਨਾਂ ਦੇ ਵਿੱਚ। ਦੇਖੋ ਢੀਂਡਸਾ ਸਾਹਿਬ 1.5 ਸਾਲ ਦੇ ਵਿੱਚ ਹੀ ਪਹਿਲਾਂ ਕਹਿੰਦੇ ਸੀ ਸਿਹਤ ਨਹੀਂ ਠੀਕ, ਅਕਾਲੀ ਦਲ ਦੀਆਂ ਸਰਗਰਮੀਆਂ ਤੋਂ ਬਾਹਰ, ਫਿਰ ਕਹਿੰਦੇ ਸੀ ਕੋਈ ਗੱਲ ਨਹੀਂ ਅਵਾਰਡ ਹੀ ਮਿਲਿਆ ਲੈ ਆਉਨੇ ਆ, ਫਿਰ ਵੱਖਰੀ ਪਾਰਟੀ ਵੀ ਬਣਾ ਲਈ। ਪਹਿਲਾਂ ਬ੍ਰਹਮਪੁਰਾ ਸਾਹਿਬ ਦੇ ਗੋਡੇ ਨਾਲ ਗੋਡਾ ਜੋੜ ਕੇ ਬਹਿੰਦੇ ਸੀ, ਫਿਰ ਉਹਨਾਂ ਤੋਂ ਵੀ ਇੱਧਰਲੇ ਪਾਸੇ ਨੂੰ ਆ ਗਏ।
ਸੇਖਵਾਂ ਸਾਹਿਬ ਦੇਖੋ ਕਿੰਨਾ ਲਚਕੀਲਾਪਣ ਹੈ ਉਮਰ ਦੇ ਇਸ ਪੰਧ ਦੇ ਉੱਤੇ ਜਾ ਕੇ ਵੀ, ਜਿਸ ਤਰੀਕੇ ਸੇਖਵਾਂ ਸਾਹਿਬ ਨੇ ਪਹਿਲਾਂ ਉੱਧਰ ਜਾ ਕੇ ਕਿਹਾ ਸੀ, ਅਹਿਦ ਕੀਤਾ ਸੀ ਇਕੱਠੇ ਹੋ ਕੇ ਇਕੱਠੇ ਰਹਾਂਗੇ, ਮੁੜ ਕੇ ਕਹਿੰਦੇ ਪੰਥਕ ਹਿੱਤਾਂ ਦੇ ਲਈ ਇੱਧਰਲੇ ਪਾਸੇ ਆ ਗਏ। ਬੀਬੀ ਪਰਮਜੀਤ ਕੌਰ ਗੁਲਸ਼ਨ, ਧੰਨਾ ਸਿੰਘ ਗੁਲਸ਼ਨ ਹੋਰਾਂ ਤੋਂ ਦੇਖੋ ਕਿੱਧਰਲੇ ਪਾਸਿਓਂ ਕੰਮ ਚੱਲਦਾ ਹੁੰਦਾ। ਬੀਬੀ ਜੀ ਨੇ ਮਿੰਟ ਇੱਕ ਨਹੀਂ ਲਾਇਆ ਕਿ ਮੈਨੂੰ ਟਿਕਟੋਂ ਨਾ ਕੀਤੀ ਆ, ਮੈਂ ਚੱਲੀ ਆ ਢੀਂਡਸਾ ਸਾਹਿਬ ਵੱਲ। ਰਣਜੀਤ ਸਿੰਘ ਤਲਵੰਡੀ ਹੋਰੀ ਕਹਿੰਦੇ ਮੈਨੂੰ ਤਾਂ 1.5 ਸਾਲ ਹੋ ਗਿਆ ਸੀ, ਮੈਂ ਕਦੇ ਮੀਟਿੰਗ 'ਚ ਹੀ ਨਹੀਂ ਗਿਆ ਸੀ, ਅਕਾਲੀ ਦਲ ਦੇ ਢੀਂਡਸਾ ਸਾਹਿਬ ਚੰਗੇ ਬੰਦੇ ਨੇ। ਹੁਣ ਕਹਿੰਦੇ ਲਾਲਪੁਰਾ ਸਾਹਿਬ ਦਾ ਟੱਬਰ ਵੀ ਆ ਚੱਲਿਆ। ਦੇਖੋ ਨਾ ਕਿ ਕਿੱਧਰਲੇ ਪਾਸੇ ਨੂੰ ਗੱਲ ਜਾਂਦੀ ਆ। ਬੀਬੀ ਨਵਜੋਤ ਕੌਰ ਸਿੱਧੂ, ਆਪਾਂ ਕਈ ਵਾਰੀ ਗੱਲਾਂ ਬਾਤਾਂ ਕੀਤੀਆਂ ਕਿ ਭਾਈ ਜਦੋਂ ਮੁੱਖ ਸੰਸਦੀ ਸਕੱਤਰ ਹੁੰਦੇ ਸੀ ਸਿਹਤ ਵਿਭਾਗ ਦੇ, ਮੈਂ ਕਹਿੰਦਾ ਕਿ ਜਿੰਨਾ ਲਚਕੀਲਾਪਣ ਪੰਜਾਬ ਦੇ ਲੀਡਰਾਂ ਦੇ ਵਿੱਚ ਹੈ ਨਾ, ਜੇ ਕਿਤੇ ਸੰਧਾਲੀਆ ਸਾਹਿਬ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਵੀ ਇੰਨੀ ਲਚਕ ਹੋਵੇ ਤਾਂ ਅੱਧੀਆਂ ਲੜਾਈਆਂ ਮੁੱਕ ਜਾਣ। ਤੁਸੀਂ ਦੇਖ ਲਿਓ, ਲਿਖ ਕੇ ਲੈ ਲਓ, ਰਜਿਸਟਰ ਲਾ ਲਓ, ਹਰਾ ਪੈਨ ਤੁਸੀਂ ਕਹਿੰਦੇ ਹੁੰਦੇ ਨਾ, ਪੰਜਾਬ ਦੇ ਲੋਕਾਂ 'ਚ ਜੇ ਲਚਕੀਲਾਪਣ ਹੋਵੇ ਲੜਾਈਆਂ ਮੁੱਕ ਜਾਣ। ਪਰ ਇਹਨਾਂ ਨੇ ਕਰਨਾ ਨਹੀਂ। ਕਿਹਨੇ ਕਿਹੜੇ ਘਰ ਦੇ ਉੱਤੇ ਕਿਹੜੀ ਝੰਡੀ ਲਾਤੀ, ਅਸੀਂ ਗੁਆਂਢੀ ਨਾਲ ਲੜ ਪਈਦਾ। ਕਿਹੜਾ ਬੰਦਾ ਪਰਚੀਆਂ ਕੱਟਣ ਦੇ ਲਈ ਕਿਹਦੇ ਬੂਥ ਤੇ ਬੈਠੀ ਦਾ, ਅਸੀਂ ਉਹਨੂੰ ਪੱਠੇ ਵੱਢਣੋਂ ਰੋਕ ਦਈਦਾ ਕਿ ਭਾਈ ਤੂੰ ਸਾਡੇ ਵੱਲ ਨਹੀਂ ਆਉਣਾ। ਕਿਹੜਾ ਬੰਦਾ ਕਿਹਦੇ ਘਰੋਂ ਨਿਕਲਿਆ ਸੀ ਉਹਦੇ ਗਲ ਪੈ ਜੀਦਾ। ਉਹ ਭਾਈ ਦੇਖੋ ਨਾ ਲੀਡਰ ਕਿੰਨੇ ਸਿਆਣੇ ਆ, ਜਿੱਧਰੋਂ ਸੂਤ ਲੱਗਦਾ ਉਧਰਲੇ ਪਾਸੇ ਨੂੰ ਡੋਂਗਾ ਚੱਕ ਕੇ ਤੁਰ ਪੈਂਦੇ ਆ, ਅਸੀਂ ਚਮਚੇ ਬਦਲੇ ਲੜੀ ਜਾਂਦੇ ਆ। ਦੇਖੋ ਗੱਲ ਇਹ ਆ, WhatsApp ਵੀ ਅਗਲਿਆਂ ਨੂੰ ਮਿਲਣੀ ਆ ਰੋਟੀ, ਅਗਲਿਆਂ ਦਾ ਕੰਮ ਚੱਲਣਾ। ਇਸ ਕਰਕੇ ਉਹਨਾਂ ਨੂੰ ਪਤਾ ਵੀ ਆ 2 4 6 ਮਹੀਨੇ ਕੰਮ ਕਰ ਲਈਏ, ਮੁੜ ਕੇ 5 ਸਾਲ ਆਪਾਂ ਲੈਣੇ ਆ ਨਜ਼ਾਰੇ। ਜਿੱਦਾਂ ਹੁਣ ਮੈਂ ਤੁਹਾਨੂੰ ਇੱਕ ਹੋਰ ਸੀਨ ਦੱਸ ਦਿੰਦਾ ਜੋ ਇਸ ਵਕਤ ਪੰਜਾਬ ਦੀ ਸਿਆਸਤ ਚੱਲ ਰਿਹਾ। ਅਖਬਾਰਾਂ 'ਚ ਜਾਂ ਕਈ ਵਾਰ ਕਾਰਟੂਨ ਨਹੀਂ ਹੁੰਦੇ ਜੀ, ਕਾਰਟੂਨ ਬਣਾਏ ਜਾਂਦੇ ਆ। ਜੇ ਅੱਜ ਤੋਂ ਮਹੀਨਾ ਕੁ ਪਹਿਲਾਂ ਆਪਾਂ ਕਾਰਟੂਨ ਦੇਖਦੇ ਤਾਂ ਉਦੋਂ ਅਖਬਾਰ 'ਚ ਕਾਰਟੂਨ ਇੱਦਾਂ ਸੀ ਕਿ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਥੱਲੇ ਪਾਏ ਮੋਢੇ ਤੇ ਕੈਪਟਨ ਅਮਰਿੰਦਰ ਸਿੰਘ ਦੇ ਕਾਂਗਰਸ ਪਾਰਟੀ ਉੱਤੇ ਆ, ਤੇ ਲਾਗੇ ਖਲੋਤੇ ਭਗਵੰਤ ਮਾਨ ਉਹਨੇ ਉਂਗਲ ਨਾ ਕਰੀ ਜਾਂਦੇ, ਲੈ ਬਈ ਲਵਾ ਮੋਢਾ, ਹੁਣ ਲਵਾ ਦੇ ਮੋਢਾ। ਹੁਣ ਐਗਜ਼ੈਕਟ ਤੁਸੀਂ ਦੇਖੋ ਵੀ 15-20 ਦਿਨ ਬਾਅਦ ਹੀ, ਕਿਉਂਕਿ ਉਦੋਂ ਮੁੱਦਾ ਸੀਗਾ ਕਿ ਹਾਂਜੀ ਬੇਅਦਬੀ ਕਾਂਡ ਦਾ ਕੀ ਹੋਊਗਾ, ਅਕਾਲੀ ਦਲ ਨੇ ਆਹ ਕੀਤਾ, ਫਲਾਨੇ ਪੁੱਛਗਿੱਛ ਕਰਨੀ, ਢੀਂਗੜੇ ਕਰਨੀ। ਹੁਣ ਬਿਲਕੁਲ ਕਾਰਟੂਨ ਉਤਲਾ ਹੋ ਗਿਆ ਵੀ ਕੈਪਟਨ ਅਮਰਿੰਦਰ ਸਿੰਘ ਹੋਰੀ ਉਹ ਜਮਾ ਖੁੰਝੇ ਲਾਏ ਹੋਏ ਆ। ਇੱਧਰਲੇ ਪਾਸੇ ਸਰਦਾਰ ਸੁਖਬੀਰ ਸਿੰਘ ਬਾਦਲ, ਦੂਜੇ ਪਾਸੇ ਮਜੀਠੀਆ ਸਾਹਿਬ ਤੇ ਨਾਲ ਉਹਨਾਂ ਦੀ ਯੂਥ ਬ੍ਰਿਗੇਡ, ਉਹ ਉਂਗਲ ਤੇ ਉਂਗਲ ਕਰੀ ਜਾਂਦੇ ਵੀ ਨਿਕਲ ਬਾਹਰ, ਅਸੀਂ ਤੈਨੂੰ ਦੇਖਦੇ ਹਾਂ, ਤੂੰ ਨਿਕਲ ਬਾਹਰ। ਇਹ ਜਿਹੜਾ ਕਾਰਟੂਨ ਆ ਨਾ, ਤੁਸੀਂ ਦੇਖੋ ਪੰਜਾਬ ਦੀ ਸਿਆਸਤ ਦਾ ਹਰੇਕ ਮਹੀਨੇ ਬਦਲ ਜਾਂਦਾ। ਹੁਣ ਇਸ ਵਕਤ ਜਿਸ ਹਿਸਾਬ ਨਾਲ ਅਕਾਲੀ ਦਲ ਸਰਗਰਮ ਹੋਇਆ, ਕਿਧਰੇ ਤੇ ਤੁਸੀਂ ਦੇਖੋ ਵੀ ਕੈਪਟਨ ਸਾਹਿਬ ਨੂੰ ਮਜਬੂਰ ਹੋਣਾ ਪਿਆ ਕਿ ਤਰਨ ਜਾ ਕੇ ਤੇ ਭਾਵੇਂ 15 ਮਿੰਟ ਲਈ ਸਹੀ ਲੋਕਾਂ ਦੇ ਮੱਥੇ ਉਹ ਲੱਗੇ। ਫਿਰ ਉੱਥੇ ਵੀ ਰੌਲਾ ਰੱਪਾ ਪਾਇਆ ਵੀ ਅਸੀਂ ਕੈਪਟਨ ਸਾਹਿਬ ਦਾ ਵਿਰੋਧ ਕਰਾਂਗੇ, ਇੱਦਾਂ ਕਿੱਦਾਂ ਆ ਗਏ। ਉਹ ਸੇਮ ਡੇ ਜਿਹੜਾ ਉਹ ਮਜੀਠੀਆ ਸਾਹਿਬ ਗਵਰਨਰ ਸਾਹਿਬ ਨੂੰ ਜਾ ਕੇ ਮੰਗ ਪੱਤਰ ਦੇਈ ਜਾਂਦੇ ਵੀ ਆਹ ਦੇਖੋ ਜੀ ਇੱਥੇ ਚੱਲੀ ਕੀ ਜਾਂਦਾ, ਕੇਂਦਰ ਸਰਕਾਰ ਨੂੰ ਚਾਹੀਦਾ ਹੁਣੇ ਬੋਰੀ ਬਿਸਤਰਾ ਗੋਲ ਕਰਕੇ ਕੈਪਟਨ ਸਰਕਾਰ ਖਤਮ ਕਰ ਦਿਓ। ਤੀਸਰੇ ਪਾਸੇ ਸੁਖਬੀਰ ਸਿੰਘ ਬਾਦਲ ਸਾਹਿਬ ਪਟਿਆਲੇ ਜਾ ਕੇ ਧਰਨਾ ਦੇਈ ਜਾਂਦੇ ਵੀ ਕਲਿਆਣ ਪਿੰਡ ਦੇ ਵਿੱਚੋਂ ਜਿਹੜਾ ਗੁਰੂ ਸਾਹਿਬ ਦਾ ਸਰੂਪ ਚੋਰੀ ਹੋਇਆ ਜੀ, ਉਹਦੇ ਤੇ ਕਾਂਗਰਸ ਪਾਰਟੀ ਕਿਉਂ ਨਹੀਂ ਕੋਈ ਜਵਾਬ ਦਿੰਦੀ। ਚੌਥੇ ਪਾਸੇ ਸ਼ਮਸ਼ੇਰ ਸਿੰਘ ਦੂਲੋ ਤੇ ਪ੍ਰਤਾਪ ਸਿੰਘ ਬਾਜਵਾ ਹੋਰੀ ਉਧਰੋਂ ਰਸਾ ਪਾਇਆ। ਜੇ ਕਾਰਟੂਨ ਦੀ ਆਪਾਂ ਗੱਲ ਕਰਨਾ, ਗਿੱਟਿਆਂ ਨੂੰ ਜਿੱਦਾਂ ਨਹੀਂ ਪਾ ਲੈਂਦੇ ਵੀ ਹਾਂ ਭੱਜਣ ਅਸੀਂ ਨਹੀਂ ਦੇਣਾ, ਪਹਿਲਾਂ ਇੱਥੇ ਆ ਕੇ ਜਵਾਬ ਦਿਓ। ਇਹ ਸਾਰੇ ਕੁਛ ਨੂੰ ਕਿਵੇਂ ਦੇਖੋਗੇ ਤੁਸੀਂ? ਇਹ ਸਾਰੀਆਂ ਖਬਰ ਮੈਂ ਤੁਹਾਨੂੰ 1 ਮਿੰਟ 'ਚ ਸੁਣਾਤੀਆਂ ਸਾਰੀਆਂ ਗੱਲਾਂ। ਇਹ ਸਾਰੇ ਸੀਨਾਂ ਨੂੰ ਤੁਸੀਂ ਦੇਖੋ, ਜਦੋਂ ਆਮ ਪੰਜਾਬੀ ਬੰਦਾ ਜਿਹੜਾ ਵੋਟਰ ਹੈ ਉਹਦੇ ਦਿਮਾਗ 'ਚ ਸਾਰਾ ਕੁਛ ਆਉਂਦਾ ਤੇ ਫਿਰ ਉਹ ਮੱਥੇ ਤੇ ਹੱਥ ਮਾਰ ਕੇ ਕੀ ਆਖੂਗਾ ਭਲਾ? ਇਹ ਦੇਖੋ ਆਮ ਲੀਡਰਾਂ ਦੇ ਨਾਲ ਬਹਿਣ ਉੱਠਣ ਦਾ ਨਾ ਤੁਹਾਨੂੰ ਫਾਇਦਾ ਹੋ ਗਿਆ। ਇੱਕੋ ਦਮ 10-12 ਲੀਡਰ ਗਿਣ ਦਿੱਤੇ। ਹੁਣ ਮੇਰੇ ਵਰਗੇ ਬੰਦੇ ਨੇ ਜਿਹਨੇ ਲੀਡਰ ਦੇ ਨਾਲ ਕਦੇ ਬਹਿ ਕੇ ਨਹੀਂ ਦੇਖਿਆ, ਜਿਹੜਾ ਉਹ ਰੈਲੀ ਦੇ ਵਿੱਚ ਸਭ ਤੋਂ ਪਿਛਲੇ ਪਾਸੇ ਦਰੀ ਤੇ ਬੈਠਾ ਹੁੰਦਾ। ਹੁਣ ਤੁਹਾਨੂੰ ਤਾਂ ਚਲੋ ਸਾਰਿਆਂ ਦਾ ਪਤਾ ਹੈ ਅੰਦਰ ਖਾਤੇ ਕਿਵੇਂ ਆ, ਕੌਣ ਕੀ ਖਾਂਦਾ, ਪਨੀਰ ਕਿਹਨੂੰ ਠੀਕ ਨਹੀਂ ਬਹਿੰਦਾ, ਕਿਹੜਾ ਮਹਾਂ ਦੀ ਦਾਲ ਵਧੀਆ ਤਰੀਕੇ ਨਾਲ ਖਾਂਦਾ। ਦੇਖੋ ਵੱਡੇ ਬੰਦਿਆਂ ਨੂੰ ਇਹੀ ਫਾਇਦਾ ਹੁੰਦਾ। ਨਹੀਂ ਦੇਖੋ ਮੈਨੂੰ ਤਾਂ ਤੁਸੀਂ ਐਂ ਕਹੋ ਨਾ ਵੀ ਮੇਰੀ ਤਾਂ ਜਿੱਦਾਂ ਆਪਾਂ ਗਵਾਂਢੀ ਵੱਲੋਂ ਸਬਜ਼ੀ ਮੰਗ ਲੈਂਦੇ ਆ, ਇੱਕ ਬਾਟੀ ਮੇਰੀ ਕਿਸੇ ਵੱਲੋਂ ਆਉਂਦੀ ਪਨੀਰ ਦੀ ਸਬਜ਼ੀ ਵਾਲੀ, ਦਾਲ ਮੇਰੀ ਕਿਸੇ ਵੱਲੋਂ ਆਉਂਦੀ, ਗੋਭੀ ਦੀ ਭੁਰਜੀ ਕੋ ਹੋਰ ਦੇ ਜਾਂਦਾ, ਮੈਨੂੰ ਤਾਂ ਤੁਸੀਂ ਐਂ ਬਣਾਤਾ। ਨਹੀਂ ਮੈਂ ਤਾਂ ਦੇਖੋ ਮੇਰਾ ਪੱਕਾ ਇਰਾਦਾ ਆ 2022 ਦੀ ਵਿਧਾਨ ਸਭਾ ਚੋਣ ਤੋਂ ਪਹਿਲਾਂ ਮੈਂ ਇਦਾਂ ਦਾ ਮਾਹੌਲ ਬਣਾ ਦੇਣਾ ਕਿ ਲੋਕਾਂ ਨੂੰ ਲੱਗੇ ਕਿ ਭਾਈ ਸਵੇਰ ਨੂੰ ਇਹਨਾਂ ਨੂੰ ਪਾਰਟੀ ਦੀ ਟਿਕਟ ਕੋਈ ਹੋਰ ਆਫਰ ਕਰਨਾ ਆਉਂਦਾ, ਤਕਾਲਾਂ ਨੂੰ ਕੋਈ ਹੋਰ ਪਾਰਟੀ ਦਾ ਲੀਡਰ ਆਫਰ ਕਰਨਾ ਆਉਂਦਾ ਕਿ ਸੰਧਾਲੀਆ ਤੈਨੂੰ ਐਤਕੀ ਉਮੀਦਵਾਰੀ ਦੇਣੀ ਬਾਕੀ ਭਾਵੇਂ ਸਾਰਿਆਂ ਦੇ ਚੁੱਲ੍ਹੇ ਚੱਕੇ ਜਾਣ। ਹੁਣ ਜਿਹੜੀ ਗੱਲ ਸੰਧਾਲੀਆ ਸਾਹਿਬ ਤੁਸੀਂ ਕੀਤੀ, ਇਹ ਗੱਲ ਬਿਲਕੁਲ ਠੀਕ ਹੈ। ਮੈਂ ਉਹਨੂੰ ਜੋੜਦਾ ਹੁਣ ਆਮ ਲੋਕਾਂ ਨਾਲ। ਹੁਣ ਦੇਖੋ ਆਮ ਬੰਦਾ, 4 ਬੰਦੇ ਤੁਰੇ ਜਾਂਦੇ ਆ। ਇੱਕ ਬੰਦਾ ਪੜ੍ਹਿਆ ਲਿਖਿਆ ਜਿਹਨੂੰ ਨੌਕਰੀ ਨਹੀਂ ਮਿਲਦੀ, ਦੂਸਰਾ ਬੰਦਾ ਕਿਸਾਨ ਆ ਜਿਹੜਾ ਸੋਚੀ ਪਿਆ ਪਏ ਭਾਈ ਆਰਡੀਨੈਂਸ ਵਾਲੀ ਕੀ ਸ਼ੈ ਹੁੰਦੀ ਆ, ਮੈਂ ਗੁਜਰਾਤ ਜਾ ਕੇ ਜੇ ਆਪਣੀ ਫਸਲ ਵੇਚਣੀ ਆ ਤਾਂ ਮੈਂ ਕਿਵੇਂ ਵੇਚੂੰਗਾ, ਮੈਂ ਅਹਿਮਦਾਬਾਦ ਜਾ ਕੇ ਫਸਲ ਦਾ ਟਰੱਕ ਲਾਉਣਾ ਤੇ ਕਿਵੇਂ ਲਾਉਂਗਾ ਤੇ ਟਰੱਕ ਮਿਲਦਾ ਕਿੱਥੋਂ ਆ। ਤੀਸਰੇ ਪਾਸੇ ਪੈਨਸ਼ਨਰ ਤੁਰਿਆ ਫਿਰਦਾ, ਤਨਖਾਹੀਆ ਤੁਰਿਆ ਫਿਰਦਾ। ਤਨਖਾਹੀਆ ਮੰਨ ਲਓ ਜਿਹਨੂੰ ਤਨਖਾਹ ਮਿਲਦੀ ਭਾਈ, ਦੂਜਾ ਤਨਖਾਹੀਆ ਨਹੀਂ। ਉਹ ਹੁਣ ਸਾਰੇ ਬੰਦੇ ਤੁਰੇ ਜਾਂਦੇ ਆ ਤੇ ਇੱਕ ਥਾਂ ਮਾੜੀ ਜਿਹੀ ਭੀੜ ਇਕੱਠੀ ਹੁੰਦੀ, ਕਹਿੰਦੇ ਇੱਥੇ ਕੀ ਹੋਇਆ?
ਉਹ ਇੱਥੇ ਜੀ ਸਰਕਾਰ ਵਾਲੇ ਬੰਦੇ ਮਿਲਣ ਆਏ ਆ, ਮਾੜੀ ਮੋਟੀ ਸ਼ਰਾਬ ਨਾਲ ਮਾੜਾ ਮੋਟਾ 100-200 ਬੰਦੇ ਮਰ ਗਿਆ ਸੀ, ਮਾੜਾ ਮੋਟਾ ਅਫਸੋਸ ਕਰਨਾ। ਉਹ ਕਹਿੰਦੇ ਅੱਛਾ ਅਫਸੋਸ ਕਰਨਾ, ਏਸੀ ਬੜੇ ਲੱਗੇ ਆ। ਫਿਰ ਅੱਗੇ ਨੂੰ ਜਾਂਦੇ ਨੇ, ਫਿਰ ਅੱਗੇ ਨੂੰ ਜਾਂਦੇ ਆ ਤੇ ਉੱਥੇ ਪੱਗ ਦਾ ਰੰਗ ਵੱਖਰਾ ਹੈ ਤੇ ਉੱਥੇ ਕੁਝ ਹੋਰ ਪਾਰਟੀ ਦੇ ਲੀਡਰ ਖੜੇ। ਕੀ ਹੋਇਆ? ਉਹ ਕਹਿੰਦੇ ਜੀ ਵਿਸ਼ਵ ਯੁੱਧਾਂ ਦੇ ਸਮੇਂ ਦਾ ਬਹੁਤ ਛੋਟੇ ਆਕਾਰ ਦਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਸਰੂਪ ਸੀ ਤੇ ਉਹ ਸਰੂਪ ਹੋ ਗਿਆ ਗੁੰਮ, ਤੇ ਫਲਾਨੀ ਪਾਰਟੀ ਦੇ ਲੀਡਰ ਇਹ ਕਹਿੰਦੇ ਆ ਕਿ ਭਾਈ ਸਰਕਾਰ ਨੇ ਚੰਗਾ ਨਹੀਂ ਕੀਤਾ। ਫਿਰ ਉਹ ਹੌਲੀ ਦਿਨੀ ਹੱਥ ਲਾ ਕੇ ਦੇਖਦੇ, ਮੱਥੇ ਦੇ ਉੱਤੇ ਹੱਥ ਲਾ ਕੇ, ਅੱਛਾ ਇਹ ਉਹੀ ਪਾਰਟੀ ਵਾਲੇ ਲੱਗਦੇ ਆ ਜਿਨ੍ਹਾਂ ਦੀ ਪਾਰਟੀ ਦੇ ਵੇਲੇ ਇੱਕ ਵਾਰੀ ਉਹ ਬੇਅਦਬੀ ਦੀਆਂ ਘਟਨਾਵਾਂ ਘਟੀਆਂ ਸੀ, ਨਾ ਇਹਨਾਂ ਤੋਂ ਕੁਛ ਹੋਇਆ ਤੇ ਨਾ ਹੁਣ ਵਾਲਿਆਂ ਤੋਂ ਉਸ ਮੁੱਦੇ ਤੇ ਕੁਛ ਹੋਇਆ। ਥੋੜਾ ਜਿਹਾ ਅਗਲੇ ਪਾਸੇ ਨੂੰ ਜਾਂਦੇ ਆ, ਉੱਥੇ ਆਮ ਆਦਮੀ ਪਾਰਟੀ ਵਾਲੇ ਬੈਠੇ ਹੁੰਦੇ ਆ। ਫਿਰ ਉਧਰਲੇ ਪਾਸੇ ਦੇਖਦੇ, ਉਹ ਕਹਿੰਦੇ ਆਮ ਲੋਕਾਂ ਦੇ, ਅਸੀਂ ਆਮ ਲੋਕਾਂ ਦੇ। ਕਹਿੰਦੇ ਅੱਛਾ ਆਮ ਲੋਕਾਂ ਦੇ ਤਾਂ ਹੈਗੇ ਆ ਪਿਛਲੀ ਵਾਰੀ ਜਿਹੜੇ 5-7 MLA ਤੁਹਾਡੇ ਨਾਲ ਸੀ ਉਹ ਕਿੱਧਰਲੇ ਪਾਸੇ ਆ? ਡਾਕਟਰ ਗਾਂਧੀ ਕਿੱਧਰਲੇ ਪਾਸੇ ਆ? ਤੁਸੀਂ ਵੀ ਤਾਂ ਕੰਮ ਉਹੀ ਕੀਤਾ ਸੀ। ਆਮ ਬੰਦਾ ਬੜਾ ਪਰੇਸ਼ਾਨ ਹੈ। ਪਰ ਇੰਨੀ ਗੱਲ ਜ਼ਰੂਰ ਹੈ, ਮੈਨੂੰ ਤੁਹਾਡੇ ਨਾਲ ਤਰਾਜ ਆ। ਪੁੱਛੋ ਕਿਵੇਂ? ਜੀ ਦੱਸੋ। ਹਾਂ, ਤਰਾਜ ਇਹ ਆ ਵੀ ਤੁਸੀਂ ਸਾਰਿਆਂ ਦਾ ਨਾਂ ਲੈਤਾ, ਪਰ ਜਿੰਨੀ ਗੱਲ ਪ੍ਰਤਾਪ ਸਿੰਘ ਬਾਜਵੇ ਦੀ ਤੇ ਸ਼ਮਸ਼ੇਰ ਸਿੰਘ ਦੂਲੋ ਦੀ ਕਰਨ ਵਾਲੀ ਸੀ ਤੁਸੀਂ ਕੀਤੀ ਨਹੀਂ। ਦੇਖੋ ਉਹਨਾਂ ਬੰਦਿਆਂ ਨੇ ਮੈਂ ਤਾਂ ਕਰਾਂ ਨਾ, ਜੇ ਉਹ ਆਪ ਨਾ ਕਰਦੇ ਹੁਣ, ਉਹ ਤਾਂ ਆਪ ਮਿੰਟ ਨਹੀਂ ਵਿਹਲੇ ਰਹਿੰਦੇ, ਕਦੇ ਇਧਰੋਂ ਬਿਆਨ ਕਦੇ ਉਧਰੋਂ ਬਿਆਨ। ਮੈਂ ਸੋਚਦਾ ਸੀ ਕਿ ਉਹਨਾਂ ਨੇ ਸਾਰੇ ਚੈਪਟਰ ਬੜੇ ਵਧੀਆ ਲਿਖੇ, ਇੱਕ ਚੈਪਟਰ ਵਿੱਚੋਂ ਭੁੱਲ ਗਏ। ਮੁੱਦੇ ਸਾਰੇ ਹੀ ਚੰਗੇ ਚੱਕੇ ਆ ਮੁੱਦੇ। ਜਾਣੀ ਕਈ ਵਾਰੀ ਹੁੰਦਾ ਨਾ ਕਿ ਮੈਨੂੰ ਐਂ ਲੱਗਦਾ ਸੀ ਕਿ ਜਿੱਦਾਂ ਕਬੱਡੀ ਦਾ ਮੈਚ ਹੋਵੇ, ਜਿੱਧਰਲੇ ਪਾਸੇ ਧਾਵੀ ਹੁੰਦੇ ਆ, ਜਾਣੀ ਕਿ ਰੇਡਰ ਜਿੱਧਰ ਖੜੇ ਹੁੰਦੇ, ਉਹ 4 ਕੀ ਹੁੰਦੇ ਜਿਨ੍ਹਾਂ ਨੇ ਵਾਰੀ-ਵਾਰੀ ਰੇਡਾਂ ਪਾਉਣੀਆਂ ਹੁੰਦੀਆਂ ਇੱਕ ਟੀਮ ਦੇ। ਉਹਦੇ ਵਿੱਚੋਂ ਜੇ ਉਧਰ ਇੱਕ ਪਾਸਿਓਂ ਕੋਈ ਜੱਫਾ ਲਵਾ ਕੇ ਆ ਜਾਵੇ, ਨੰਬਰ ਦੇ ਕੇ ਆ ਜਾਵੇ, ਮੇਰੇ ਵਰਗਾ ਕਹਿੰਦਾ ਉਹ ਤੈਨੂੰ ਮੈਂ ਕਿੰਨੇ ਵਾਰੀ ਕਿਹਾ ਯਾਰ, ਤੂੰ ਜਿਹੜੀਆਂ ਲੱਤਾਂ ਆਪਣੀਆਂ ਅਗਲੇ ਪਾਸੇ ਨੂੰ ਫੜਾ ਦਿੰਦਾ ਹੈ, ਤੈਨੂੰ ਕਿੰਨੀ ਵਾਰੀ ਕਿਹਾ ਉਹ ਬੰਦਾ ਕਮਜ਼ੋਰ ਹੈ, ਉਧਰਲੇ ਪਾਸੇ ਨੂੰ ਜਾਣਾ। ਤੇ ਜੇ ਅਗਲਾ ਮੋਹਰਿਓਂ ਕਹੇ ਅੱਛਾ ਜਦੋਂ ਤੂੰ ਪਿਛਲੇ ਵਾਰੀ ਫੜ ਹੋ ਕੇ ਆਇਆ ਸੀ ਉਦੋਂ ਨਹੀਂ ਚੇਤਾ। ਹੁਣ ਸਾਰੇ ਮੁੱਦੇ ਠੀਕ ਚੱਕੇ ਆ ਕਿ ਐਕਸਾਈਜ਼ ਵਿਭਾਗ ਨੂੰ ਘਾਟਾ ਪੈ ਗਿਆ, ਮੰਨਦੇ ਆ। ਸ਼ਰਾਬ ਦੀਆਂ ਨਕਲੀ ਫੈਕਟਰੀਆਂ ਫੜ ਹੋਈਆਂ, ਬੜੀ ਵਧੀਆ ਗੱਲ ਆ ਕਿ ਤੁਸੀਂ ਉਹ ਮੁੱਦਾ ਚੁੱਕਿਆ। ਤੁਸੀਂ ਸਾਰੀਆਂ ਗੱਲਾਂ ਚੰਗੀਆਂ ਕੀਤੀਆਂ। ਤੁਸੀਂ ਕਹਿੰਦੇ ਹੋ ਕਿ ਸਰਕਾਰ ਕਰਦੀ ਕੱਖ ਨਹੀਂ। ਨਾਲ ਜੇ ਕਿਤੇ ਸੰਧਾਲੀਆ ਸਾਹਿਬ ਇਹ ਚੈਪਟਰ ਲਿਖ ਦਿੰਦੇ ਨਾ, ਦੂਲੋ ਸਾਹਿਬ ਤੇ ਬਾਜਵਾ ਸਾਹਿਬ, ਕਿ ਜਦੋਂ ਅਸੀਂ ਮੰਤਰੀ ਸੀ ਆਹ ਦੇਖੋ ਸਾਡੇ ਵਿਭਾਗ ਦਾ, ਅਸੀਂ ਆਪਣੇ ਵੱਲੋਂ ਵਾਈਟ ਪੇਪਰ ਹੀ ਜਾਰੀ ਕਰ ਦਿੰਦੇ ਆ ਕਿ ਮੈਂ ਵਿਭਾਗ ਜਦੋਂ ਸਾਂਭਿਆ ਸੀ ਤਾਂ ਆਹ ਸਥਿਤੀ ਸੀ, ਇੰਨੇ ਸਾਲਾਂ 'ਚ ਮੰਤਰੀ ਰਹਿੰਦਿਆਂ ਮੈਂ ਆਹ ਕੰਮ ਕਰ ਦਿੱਤਾ, ਤੇ ਨਵੇਂ ਮੰਤਰੀਆਂ ਤੋਂ ਉਸ ਤਰੀਕੇ ਦੇ ਨਾਲ ਕੰਮ ਹੋਇਆ ਹੀ ਨਹੀਂ। ਮੈਂ ਤਾਂ ਇਸ ਗੱਲੋਂ ਵੀ ਹੈਰਾਨ ਆ ਕਿ ਸਾਰੀ ਸਰਕਾਰ ਦੇ ਮੰਤਰੀ ਇਧਰਲੇ ਪਾਸੇ ਨੂੰ ਟੁੱਟ ਕੇ ਪੈ ਗਿਆ ਕਿ ਭਾਈ ਇਹਨਾਂ ਦੋਨਾਂ ਨੂੰ ਪਾਰਟੀ ਚੋਂ ਕਢਾਉਣਾ। ਉਹ ਭਾਈ ਤੁਹਾਡੇ ਆਪਣੇ ਮੰਤਰਾਲੇ ਨੇ, ਤੁਹਾਡੇ ਆਪਣੇ ਵਿਭਾਗ ਨੇ, ਲੋਕਾਂ ਦੇ ਨਿੱਕੇ ਨਿੱਕੇ ਬਾਲ ਤੁਹਾਡੇ ਮੂੰਹ ਵੱਲ ਨੂੰ ਤੱਕਦੇ ਆ ਕਿ ਕਿਤੇ ਸਰਕਾਰ ਸਾਡੀ ਮਾੜੀ ਮੋਟੀ ਗੱਲ ਕਰੇ। ਤੁਸੀਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੇ ਦੇ ਮਗਰ ਪੈ ਗਏ, ਕਹਿੰਦੇ ਜੀ ਨਿਕੰਮੇ ਆ ਦੋਨੇ ਲੀਡਰ। ਉਹ ਜੇ ਤੁਹਾਡੇ ਭਾ ਦੇ ਨਿਕੰਮੇ ਆ ਤਾਂ ਰਹਿਣ ਦਿਓ ਜੋ ਕਰਦੇ ਆ, ਫਿਰ ਤਾਂ ਉਹਨਾਂ ਨੂੰ ਤੁਸੀਂ ਆਪ ਦਾ ਕੰਮ ਕਰੋ, ਲੋਕਾਂ ਨੂੰ ਆਪਦੇ ਕੰਮ ਦੇ ਸਿਰ ਦੇ ਉੱਤੇ ਵੋਟਾਂ ਲੈ ਲਓ। ਪਰ ਕਮਾਲ ਹੋਈ ਪਈ ਆ ਸੰਧਾਲੀਆ ਸਾਹਿਬ, ਉਮੀਦ ਨਹੀਂ ਸੀ ਕਿ 2020 ਵਰਗੇ ਜ਼ਮਾਨੇ ਦੇ ਵਿੱਚ ਜਦੋਂ ਕਰੋਨਾ ਵਾਇਰਸ ਦੇ ਕਰਕੇ ਲੋਕਾਂ ਦਾ ਲੱਕ ਟੁੱਟਿਆ ਪਿਆ, ਲੀਡਰ ਆਪਸ ਦੇ ਵਿੱਚ ਇਦਾਂ ਛਿੱਤਰੋ ਛਿੱਤਰੀ ਹੋਣਗੇ। ਕਮਾਲ ਕਰਦੇ ਹੋ ਬਾਟ ਸਾਹਿਬ। ਲੋਕ, ਇਹ ਜਿਹੜਾ ਲੋਕ ਸ਼ਬਦ ਹੈ ਨਾ, ਇਹ ਆਉਂਦਾ 4.5 ਸਾਲ ਬਾਅਦ ਚੇਤੇ ਵੀ ਹਾਂ ਭਾਈ ਯਾਰ ਹੁਣ ਲੋਕਾਂ ਫੇਰ ਉਹ ਸਿਆਪਾ ਖਾਨਾ ਜਾਂ ਕਰਨ ਜਾਣਾ ਪੈਣਾ। ਇਹਦਾ ਲੀਡਰਾਂ ਦਾ ਵੱਸ ਨਹੀਂ ਚੱਲਦਾ। ਨਹੀਂ ਤਾਂ ਉਹ ਸੰਵਿਧਾਨ 'ਚ ਕੱਲ੍ਹ ਨੂੰ ਹੀ ਸੋਧ ਕਰਾ ਦੇਣ ਵੀ ਭਾਈ ਸਾਹਿਬ ਇੱਕ ਵਾਰ ਜਿਹੜਾ ਬਣ ਗਿਆ, ਉਹਦੇ ਘਰੇ ਮੰਤਰੀ ਜੰਮੂ, ਉਹਦੇ ਘਰੇ MLA ਜੰਮੂ। 5 ਸਾਲਾਂ ਬਾਅਦ ਅਸੀਂ ਕੋਈ ਵੋਟ ਨਹੀਂ ਲੈਣ ਆਉਣੀ। ਐਵੇਂ ਘੱਟੋ ਘੱਟ ਤੁਸੀਂ ਸਾਨੂੰ ਤੰਗ ਕਰਦੇ 5 ਸਾਲੀ, ਕਦੇ ਇੱਧਰੋਂ ਆ ਕੇ ਕੋਈ ਲੱਤਾਂ ਖੇਦਾ, ਕੋਈ ਉੱਧਰੋਂ ਖੇਦਾ, ਗਲੇ ਜੇ ਲੋਕਾਂ ਨੂੰ ਜਾ ਕੇ ਜੱਫੀਆਂ ਪਾਉਣੀਆਂ ਪੈਂਦੀਆਂ। ਅਸੀਂ ਇਹ ਕੰਮ ਨਹੀਂ ਕਰਨਾ, ਇਹ ਤਾਂ ਮਜਬੂਰੀ ਹੈ ਸੰਵਿਧਾਨ ਦੀ, ਇਸ ਕਰਕੇ ਉਹਨਾਂ ਨੂੰ ਆਉਣਾ ਪੈਂਦਾ। ਜੇ ਤੁਸੀਂ ਆਖੋ ਵੈਸੇ ਲੋਕ ਚੇਤੇ ਆਉਂਦੇ, ਵੈਸੇ ਕਿੱਥੇ ਲੋਕ ਚੇਤੇ ਆਉਂਦੇ ਉਹਨਾਂ ਨੂੰ? ਤੁਸੀਂ ਆਪ ਹਿਸਾਬ ਲਾਓ ਯਾਰ, ਇੱਕ ਆਮ ਬੰਦਾ ਉਹਨੂੰ ਕਿਤੇ 5-4 ਗੱਲਾਂ ਹੋਣ ਨਾ ਵੀ ਹਾਂ ਯਾਰ ਉਹ ਜਿਹੜਾ ਮੋਟਰਸਾਈਕਲ ਆ ਨਾ, ਉਹਦਾ ਇੰਜਣ ਜਿਹੜਾ ਹੁਣ ਉਹ ਦੁਬਾਰਾ ਕਰਾਉਣ ਵਾਲਾ, ਪੈਸੇ ਲੱਗਣੇ ਆ, ਬਿਜਲੀ ਦਾ ਬਿੱਲ ਵੱਧ ਆ ਗਿਆ ਜੀ, ਉਹ ਫਲਾਣੇ ਥਾਂ ਕੁੜੀ ਦੀ ਸੱਸ ਗੁਜ਼ਰ ਗਈ ਸੀ, ਉੱਥੇ ਬੁਲਾਉਣ ਵੀ ਜਾਣਾ, ਯਾਰ ਕਰੋਨੇ ਦਾ ਕੰਮ ਹੀ ਹੈਗਾ। ਇੱਧਰ ਜਿਹੜਾ ਆੜ੍ਹਤੀਆ ਵੀ ਗੇੜੇ ਜੇ ਮਾਰੀ ਜਾਂਦਾ ਵੀ ਯਾਰ ਤੇਰਾ ਪਿਛਲਾ ਵੀ ਅਜੇ ਹਿਸਾਬ ਕਿਤਾਬ ਨਹੀਂ ਹੋਇਆ। ਉੱਧਰੋਂ ਆਣ ਕੇ ਪਤਾ ਲੱਗੇ ਵੀ ਯਾਰ ਝੋਨੇ 'ਚ ਪਤਾ ਨਹੀਂ ਕਿਹੜੀ ਬਲਾਸਟ ਪੈ ਗਈ ਕਿ ਕੀ ਹੋ ਗਿਆ। ਮਤਲਬ 5-4 ਗੱਲਾਂ ਜਿਹੀਆਂ ਦਿਮਾਗ 'ਚ ਆ ਜਾਣ ਨਾ ਕਿਤੇ, ਜਾਂ ਜਿਹੜੇ ਕੰਮ ਜੇ ਫਸ ਜਾਣ, ਉਹਨੂੰ ਇਹ ਨਹੀਂ ਚੇਤਾ ਰਹਿੰਦਾ ਵੀ ਮੈਂ ਰੋਟੀ ਖਾਧੀ ਹੈ ਕਿ ਨਹੀਂ ਖਾਧੀ। ਮਤਲਬ ਟੈਨਸ਼ਨਾਂ ਦੀ ਮੈਂ ਗੱਲ ਕਰਦਾ। ਤੇ ਹੁਣ ਜਿੱਥੇ ਸਿਆਸੀ ਬੰਦਿਆਂ ਨੂੰ ਇਹ ਵੀ ਹੁੰਦਾ ਕਿ ਵੀ ਮੈਂ ਆਪਣੀ ਕੁਰਸੀ ਕਿਵੇਂ ਬਚਾ ਕੇ ਰੱਖਣੀ ਆ, ਗਾਂਹ ਜਿਹੜਾ ਟੱਬਰ ਢੀਰੋ ਕਿਵੇਂ ਸੈੱਟ ਕਰਨਾ, ਜਿਹੜੇ 2, 2.5, 3, 4, 5 ਨੰਬਰ ਦੇ ਕੰਮ ਚੱਲਦੇ ਆ ਉਹ ਕਿਵੇਂ ਚੱਲਦੇ ਰਹਿਣੇ ਚਾਹੀਦੇ ਆ। ਫਿਰ 5 ਸਾਲ ਬਾਅਦ ਦੁਬਾਰਾ ਇਹਨਾਂ ਹੀ ਲੋਕਾਂ ਕੋਲੇ ਜਾਣਾ ਪੈਣਾ। ਫਿਰ ਉਦੋਂ ਆਪਣਾ ਪਿਛਲੀ ਵਾਰ ਕਿੰਨਾ ਖਰਚਾ ਹੋਇਆ ਸੀ ਮਹਿੰਗਾਈ ਦੇ ਹਿਸਾਬ ਨਾਲ, ਗਾਂਹ ਹੁਣ ਕਿੰਨਾ ਕਰਨਾ, ਫਿਰ ਉਹ ਪੈਸੇ ਵੀ ਇਕੱਠੇ ਕਰਨੇ। ਇੰਨੇ ਕੰਮਾਂ ਦੇ ਵਿੱਚ ਤੁਹਾਨੂੰ ਲੱਗਦਾ ਵੀ ਕਿਤੇ ਲੋਕ ਚੇਤੇ ਰਹਿ ਜਾਂਦੇ ਹੋਣਗੇ ਵੀ ਹਾਂ ਯਾਰ ਲੋਕਾਂ ਦੇ ਲਈ ਹੁਣ ਮੰਤਰਾਲੇ ਦੇ ਹਿਸਾਬ ਨਾਲ ਆਪਾਂ ਕੀ ਕਰ ਦਈਏ? ਹਾਂ ਨਹੀਂ, ਇਹ ਗੱਲ ਤੁਹਾਡੀ ਠੀਕ ਆ। ਮੈਂ ਥੋੜ੍ਹਾ ਜਿਹਾ ਸ਼ਬਦ ਆਪਣੇ ਵਾਪਸ ਲੈ ਲੈਣਾ। ਮੈਂ ਹੋਰ ਹਿਸਾਬ ਨਾਲ ਸੋਚਣ ਲੱਗ ਪਿਆ ਸੀ ਨਾ ਕਿ ਹੁਣ
ਬਹੁਤੇ ਵਿਆਹ ਵੀ ਨਹੀਂ ਹੈਗੇ, ਬਹੁਤੇ ਭੋਗ ਵੀ ਨਹੀਂ ਹੈਗੇ, ਬਹੁਤੇ ਵੱਡੇ ਸ਼ਰਧਾਂਜਲੀ ਸਮਾਗਮ ਵੀ ਨਹੀਂ ਹੁੰਦੇ ਕਿ ਸ਼ਾਇਦ ਲੀਡਰ ਇਧਰਲੇ ਪਾਸੇ ਨੂੰ ਮਾੜਾ ਮੋਟਾ ਸੋਚ ਵਿਚਾਰ ਕਰਨ ਲੱਗ ਪਏ ਹੁਣ। ਪਰ ਸੰਧਾਲੀਆ ਸਾਹਿਬ, ਜੇ ਤੁਹਾਡੀ ਆਗਿਆ ਹੋਵੇ ਵੱਡੇ ਭਰਾ ਦੀ, ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਇੱਕ ਬੇਨਤੀ ਕਰਨੀ ਆ। ਨਹੀਂ ਗੱਲ ਪਤਾ ਕੀ ਬਾਟ ਸਾਹਿਬ, ਇਦਾਂ ਨਾ ਕਰਿਆ ਕਰੋ। ਹੁਣ ਤੁਸੀਂ ਕਿਆ ਕਰੋ, ਸਾਡੀ ਪ੍ਰੋਬਲਮ ਪਤਾ ਕੀ ਮੁਸ਼ਕਲ ਕੀ ਹੈ, ਅਸੀਂ ਵਿਚਾਰੇ ਜਿਹੜੇ ਪੰਜਾਬ ਬੈਠੇ ਨਾ, ਅਸੀਂ ਜਿਹੜਾ ਕੋਈ ਬੰਦਾ ਬਾਹਰੋਂ ਆਉਂਦਾ ਉਹਦੀ ਵੈਸੇ ਮੰਨ ਲੈਂਦੇ ਯਾਰ, ਹੁਣ ਅਗਲੇ ਨੇ ਕੈਨੇਡਾ ਤੋਂ ਫੋਨ ਕੀਤਾ ਉਹਨੂੰ ਨਾ ਮੰਨੀਏ, ਦੱਸ ਉਹਦੀ ਹੁਣ ਇਹ ਕਰਕੇ ਤੁਸੀਂ ਦੱਸੋ ਕੀ ਕਹਿਣਾ। ਤੁਹਾਡੇ ਕਹਿਣ ਦਾ ਭਾਵ ਇਹ ਆ ਕਿ ਬੰਦਾ ਜਿੱਦਾਂ ਮਰਜ਼ੀ ਹੋਵੇ ਅਸੀਂ ਮੰਨ ਲਈਦੀ ਆ? ਨਹੀਂ ਬਾਹਰ ਵਾਲਿਆਂ ਦਾ ਸਾਡੇ ਤੇ ਦਬਕਾ ਹੀ ਇਹਨਾਂ ਨਾ ਆਂਦਾ, ਬੰਦਾ ਕਹਿੰਦਾ ਯਾਰ ਭਰਾਵਾ ਉਹਨੇ ਦੁਨੀਆ ਆਪਣੇ ਨੂੰ ਜ਼ਿਆਦਾ ਵੇਖੀ, ਉਹਨੂੰ ਜ਼ਿਆਦਾ ਪਤਾ ਹੋਣਾ, ਸੁਣ ਤੇ ਲਓ ਕੀ ਜਾਂਦਾ। ਚਲੋ ਮੈਂ ਬੇਨਤੀ ਇਹ ਕਰਨੀ ਆ ਕਿ ਭਾਈ ਪੰਜਾਬ ਦੇ ਲੋਕੋ, ਵੋਟਾਂ ਆ ਗਈਆਂ, ਲੀਡਰਾਂ ਨੇ ਤੁਹਾਡੇ ਕੋਲ ਆਉਣਾ। ਜਿਹਦੇ ਘਰ ਦੇ ਨਲਕੇ ਨੇ ਪਾਣੀ ਛੱਡ ਦਿੱਤਾ, ਨਲਕੇ ਦਾ ਬੋਰ ਕਰਾ ਲਓ, ਕਿਉਂਕਿ ਸਾਡੇ ਕੋਲੇ ਪੰਜਾਬ ਦੇ ਵਿੱਚ ਇਦਾਂ ਦੇ ਬਹੁਤ ਲੀਡਰ ਆ ਜਿਨ੍ਹਾਂ ਲੀਡਰਾਂ ਨੇ ਫਿਰ ਇਹ ਫੋਟੋ ਖਿਚਵਾਉਣੀਆਂ, ਮੀਡੀਆ ਵਾਲੇ ਬੰਦੇ ਜਿਹੜੇ ਨਾਲ ਤੁਰੀ ਫਿਰਨੇ ਆ ਕਿ ਆਹ ਦੇਖੋ ਜੀ ਲੀਡਰ ਸਾਹਿਬ ਵੋਟਾਂ ਮੰਗਣ ਜਾਂਦੇ ਸੀ, ਪਿਆਸ ਲੱਗੀ, ਬੁੱਢੀ ਮਾਈ ਜਿਹੜੀ ਘਰ ਦੇ ਵਿੱਚ ਸੀ, ਤੇ ਬੁੱਢੀ ਮਾਈ ਨੂੰ ਕਿਹਾ ਬੇਬੇ ਤੂੰ ਬਹਿ ਜਾ, ਮੈਂ ਆਪੇ ਨਲਕਾ ਗੇੜ ਕੇ ਪਾਣੀ ਪੀ ਲੈਣਾ। ਹੁਣ ਜੇ ਨਲਕਾ ਤੁਹਾਡਾ ਚੱਲਦਾ ਹੀ ਨਹੀਂ ਹੋਊਗਾ ਤੇ ਲੀਡਰ ਸਾਹਿਬ ਪਾਣੀ ਕਿੱਥੋਂ ਪੀਣਗੇ? ਚੂੜੀ ਦੇ ਨਾਲ, ਬੁੱਕ ਦੇ ਨਾਲ। ਤਾਂ ਫਿਰ ਫੋਟੋ ਕਿੱਥੋਂ ਖਿੱਚ ਹੋਊਗੀ, ਫਿਰ ਵੀਡੀਓ ਕਿੱਥੋਂ ਬਣੂਗੀ, ਫਿਰ ਇਦਾਂ ਟਾਈਟਲ ਕਿੱਦਾਂ ਪੈਣਗੇ? ਦੇਖੋ ਜੀ, ਲੋਕਾਂ ਦੇ ਲੀਡਰ ਲੋਕਾਂ ਦੇ ਵਿੱਚ ਲੋਕਾਂ ਵਾਂਗੂ ਵਿਚਰਦੇ ਆ, ਇਹਨਾਂ ਨੂੰ ਪਤਾ ਹੈ ਕਿ ਲੋਕਾਂ ਦਾ ਅਸਲ ਦਰਦ ਕਿੱਦਾਂ ਹੁੰਦਾ। ਉਹ ਵੱਖਰੀ ਗੱਲ ਹੈ, ਘਰ ਦੇ ਵਿੱਚ ਜਾ ਕੇ ਭਾਵੇਂ ਦੋ ਬੰਦੇ ਨੂੰ ਸਾਰਾ ਹੀ ਸੈਨੀਟਾਈਜ਼ ਕਰਦੇ ਹੋਣ। ਹੋਰ ਦੇਖੋ ਸੰਧਾਲੀਆ ਸਾਹਿਬ, ਜਿਨ੍ਹਾਂ ਬੰਦਿਆਂ ਦੇ ਕੋਲੇ ਘਰ ਦੇ ਵਿੱਚ ਮੰਜੀ ਹੈ ਨਹੀਂ, ਛੋਟੀ ਕੋਰਾ ਮੰਜਾ ਨਹੀਂ ਚਾਹੀਦਾ, ਬਣਿਆ ਮੰਜਾ ਨਹੀਂ ਚਾਹੀਦਾ, ਇੱਕ ਅੱਧਾ ਮੰਜਾ ਘਰ ਚ ਉਦਾਂ ਦਾ ਜ਼ਰੂਰ ਰੱਖਿਓ ਜਿਹਦੀ ਦੌਣ ਅੱਧੀ ਕੁ ਟੁੱਟੀ ਹੋਵੇ, ਜਿਹੜਾ ਇੱਕ ਪਾਸਿਓਂ ਕਾਣ ਸੂਤਾ ਜਾ ਹੋਵੇ, ਕਿਉਂਕਿ ਲੀਡਰ ਸਾਹਿਬ ਕਿਸੇ ਵੀ ਵੇਲੇ ਤੁਹਾਡੇ ਘਰ ਦੇ ਵਿੱਚ ਆ ਸਕਦੇ ਆ, ਸ਼ਫਰ ਫਾੜ ਕੇ ਆ ਸਕਦੇ ਆ। ਉਹ ਫਿਰ ਉਦਾਂ ਦੇ ਮੰਜੇ ਦੇ ਉੱਤੇ ਬਹਿਣਗੇ ਜਿੱਤੀ ਦੌਣ ਟੁੱਟੀ ਹੋਵੇ, ਤੇ ਫਿਰ ਉਹਦੀਆਂ ਤਸਵੀਰਾਂ ਖਿੱਚ ਕੇ ਸੋਸ਼ਲ ਮੀਡੀਆ ਤੇ ਜਾਣਗੀਆਂ। ਆਹ ਦੇਖੋ ਜੀ ਲੀਡਰ ਕਿੱਦਾਂ ਲੋਕਾਂ ਦੇ ਦਿਲਾਂ 'ਚ ਵਸੇ ਹੋਏ ਆ, ਪੈਂਦ ਵੱਲ ਬੈਠੇ ਆ, ਦੌਣ ਵੱਲ ਬੈਠੇ ਆ। ਫਿਰ ਇੱਕ ਅੱਧਾ ਫੱਟਾ ਵੀ ਘਰ ਦੇ ਵਿੱਚ ਬਣਾ ਕੇ ਰੱਖਿਓ, ਮੇਖਾਂ ਮੁੱਖਾਂ ਠੋਕ ਕੇ ਰੱਖਿਓ। ਹੋ ਸਕਦਾ ਤੁਸੀਂ ਚੌਂਕੇ ਦੇ ਵਿੱਚ ਰੋਟੀ ਪਾਣੀ ਕਰਦੇ ਹੋਵੋ ਤਾਂ ਲੀਡਰ ਸਾਹਿਬ ਉਸ ਫੱਟੀ ਤੇ ਬੈਠ ਕੇ ਕਹਿਣ ਮਾਈ ਲਿਆ ਦੋ ਫੁਲਕੇ ਤੋਂ ਉੱਪਰ ਪਾ ਸਬਜ਼ੀ, ਮੈਂ ਤਾਂ ਰੋਟੀ ਖਾਣੀ ਆ ਭਾਈ। ਇਹ ਚਲਿੱਤਰ ਜਿਹਾ ਲੀਡਰਾਂ ਨੇ ਕਰਨੇ ਆ। ਤਾਂ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੀ ਕੰਧ ਦੇ ਉੱਤੇ ਲੀਡਰ ਸਾਹਿਬ ਦੀ ਫੋਟੋ, ਤੁਹਾਡੇ ਘਰ ਦੇ ਵਿੱਚ ਮੰਜੀ ਫੱਟੇ ਦੇ ਉੱਤੇ ਖੁਰਲੀ ਦੇ ਕੋਲੇ ਬੈਠਿਆਂ ਦੀ ਲੱਗੇ, ਤਾਂ ਫਿਰ ਮਾੜਾ ਮੋਟਾ ਪ੍ਰਬੰਧ ਤਾਂ ਕਰਕੇ ਸੰਧਾਲੀਆ ਸਭ ਰੱਖਣਾ ਪੈਣਾ ਨਾ। ਨਹੀਂ ਬਹੁਤ ਜ਼ਰੂਰੀ, ਅਸੀਂ ਕਰ ਲਿਆ ਮਹਾਰਾਜ। ਦੇਖੋ ਤੁਸੀਂ ਸਾਨੂੰ ਦੱਸਤਾ ਤੇ ਅਸੀਂ ਸੁਣ ਲਈ ਗੱਲ, ਅਸੀਂ ਜ਼ਰੂਰ ਇਸ ਗੱਲ ਦਾ ਧਿਆਨ ਦੇਵਾਂਗੇ। ਮੈਂ ਵੀ ਜ਼ਰੂਰ ਆਪਣੇ ਪੰਜਾਬ ਬੈਠੇ ਭੈਣ ਭਰਾਵਾਂ ਨੂੰ ਕਹਿ ਦਿਆਂ ਕਿ ਇਹ ਗੱਲਾਂ ਸਾਰੀਆਂ ਮੰਨਣ ਵਾਲੀਆਂ, ਕਿਉਂਕਿ ਪ੍ਰਬੰਧ ਇਸ ਤੋਂ ਇਲਾਵਾ ਆਪਾਂ ਨੂੰ ਹੋਰ ਕੋਈ ਕਰਨ ਦੀ ਲੋੜ ਨਹੀਂ ਹੈਗੀ। ਇੰਨਾ ਜ਼ਰੂਰ ਹੈ ਬਾਟ ਸਾਹਿਬ, ਤੁਸੀਂ ਭੁੱਲ ਗਏ ਸੀ ਕਹਿਣਾ ਵੀ ਜਿਹੜੀ ਨਾਲੀ ਪਿਛਲੇ 17 ਸਾਲਾਂ ਤੋਂ ਆਪਾਂ ਹਰੇਕ 2-3 ਸਾਲ ਬਣਾਉਣੇ ਆ, ਉਹ ਨਾਲੀ ਦੇ ਵਿੱਚ ਇੱਕ ਵਾਰ ਸਾਈਕਲ ਦਾ ਮੜਗਾੜ ਜ਼ਰੂਰ ਫੇਰ ਲਿਓ, ਪਤਾ ਲੱਗੇ ਵੀ ਉਹ ਕਿਤੇ ਓਵਰਫਲੋ ਜਿਹੀ ਹੋਈ ਹੋਵੇ ਤੇ ਮਹਿੰਗੀ ਜੁੱਤੀ ਹੁੰਦੀ ਲੀਡਰ ਸਾਹਿਬ ਦੀ, ਕਿਤੇ ਅੱਡੀ ਨੂੰ ਕੁਝ ਹੋਰ ਹੀ ਲੱਗਾ ਫਿਰੇ। ਇਸ ਕਰਕੇ ਨਹੀਂ, ਅਸੀਂ ਕਰ ਲਾਂਗੇ ਪ੍ਰਬੰਧ। ਅੱਛਾ ਬਾਟ ਸਾਹਿਬ, ਤੁਸੀਂ ਸੈਨੀਟਾਈਜ਼ਰ ਦੀ ਗੱਲ ਕੀਤੀ ਸੀ ਯਾਰ, ਤੁਹਾਡੇ ਇੱਧਰ ਕੈਨੇਡਾ 'ਚ ਮਿਲਦਾ ਸਾਡੇ ਵਾਲਾ ਕਿ ਨਹੀਂ? ਨਹੀਂ ਲੈ, ਤੁਹਾਡੇ ਵਾਲਾ ਕਿੱਥੋਂ ਮਿਲ ਜਾਣਾ? ਚਾਹੀਦਾ ਤੇ ਦੱਸਿਓ ਯਾਰ। ਨਹੀਂ ਮੈਂ ਤਾਂ ਹੈਰਾਨ ਸੀ, ਮੈਂ ਤਾਂ ਸੰਧਾਲੀਆ ਸਾਹਿਬ ਇੰਨਾ ਹੈਰਾਨ ਸੀ ਕਿ ਭਾਈ ਆਮ ਬੰਦਾ ਕਰੇ ਤਾਂ ਕਰੇ ਕੀ। ਪਹਿਲਾਂ ਸਰਕਾਰਾਂ ਨੇ ਰੌਲਾ ਪਾ ਰੱਖਿਆ ਕਿ ਸੈਨੀਟਾਈਜ਼ਰ ਬਹੁਤ ਜ਼ਰੂਰੀ ਹੈ ਜੀ, ਬਹੁਤ ਜ਼ਰੂਰੀ ਹੈ, ਅਜੇ ਵੀ ਪਿਆ। ਜਦੋਂ ਲੋਕਾਂ ਨੇ ਔਖੇ ਸੌਖੇ ਹੋ ਕੇ ਥੇਲੀ ਪੰਜੀ ਦਵਾਨੀ ਅਠਿਆਨੀ ਇਕੱਠੀ ਕਰਕੇ ਸੈਨੀਟਾਈਜ਼ਰ ਖਰੀਦਣੇ ਸ਼ੁਰੂ ਕੀਤੇ, ਹੱਥਾਂ ਨੂੰ ਮਲਣੇ ਮੁਲਣੇ ਸ਼ੁਰੂ ਕੀਤੇ, ਆ ਜਿਹੜੀ ਰਿਪੋਰਟ ਆਈ ਆ ਉਹ ਤਾਂ ਡਰਾਉਣ ਵਾਲੀ ਆ। ਮੈਂ ਸੋਚਦਾ ਸੀ ਕਿ ਭਾਈ ਅੱਗੇ ਖੂਹ ਦਾ ਪਿੱਛੇ ਖਾਤਾ, ਪਤਾ ਨਹੀਂ ਕਿਹੜੀਆਂ ਗੱਲਾਂ ਕਿ ਅਸਮਾਨ ਤੋਂ ਡਿੱਗਿਆ ਖਜੂਰ ਤੇ ਲਟਕਿਆ। ਰਿਪੋਰਟਾਂ ਇਹ ਆਈਆਂ ਕਿ 60% ਸੈਨੀਟਾਈਜ਼ਰ ਜਿਹੜੇ ਵੱਖ-ਵੱਖ ਕੰਪਨੀਆਂ ਦੇ ਜਾਂ ਬਿਨਾਂ ਕੰਪਨੀਆਂ ਤੋਂ ਆ ਜ਼ਹਿਰੀਲੀ ਸ਼ਰਾਬ ਵਰਗੇ ਜਿਹੜੇ ਆ, ਉਹ ਇਦਾਂ ਦੇ ਖਤਰਨਾਕ ਕੈਮੀਕਲਾਂ ਦੇ ਬਣਾਤੇ ਆ ਕਿ ਭਾਈ ਤੁਹਾਡੀ ਕਿਡਨੀ ਤੱਕ ਜਿਹੜੀ ਉਹਦੇ ਨਾਲ ਡੈਮੇਜ ਹੋ ਸਕਦੀ ਹੈ, ਤੁਹਾਨੂੰ ਚਮੜੀ ਦੇ ਰੋਗ ਤੱਕ ਹੋ ਸਕਦੇ ਆ। ਹੁਣ ਮੈਨੂੰ ਇਹ ਹੈਰਾਨੀ ਹੁੰਦੀ ਹੈ ਕਿ ਭਾਈ ਉਹ ਕਿਤੇ ਕੋਈ ਬੰਦਾ ਫੀਮ ਵਾਂਗੂ ਜੇਬ 'ਚ ਪਾ ਕੇ ਥੋੜੀ ਵੇਚਦਾ, ਦੁਕਾਨਾਂ ਤੇ ਵਿਕਦੇ ਹੋਣੇ ਆ, ਕਾਊਂਟਰਾਂ ਤੇ ਵਿਕਦੇ ਹੋਣੇ ਆ, ਕਿਸੇ ਫੈਕਟਰੀ 'ਚ ਬਣਦੇ ਹੋਣੇ ਆ। ਸਪਲਾਈ ਸੰਧਾਲੀਆ ਸਭ ਸੜਕਾਂ ਦੇ ਰਾਹੀਂ, ਟਰੱਕਾਂ ਦੇ ਨਾਲ ਰਾਹੀਂ ਹੁੰਦੇ ਹੋਣੇ ਆ। ਅੱਜ ਤੱਕ ਕਿਸੇ ਨੂੰ ਪਤਾ ਹੀ ਨਹੀਂ ਲੱਗਾ। ਹੁਣ ਜੇ ਲੋਕ ਸੈਨੀਟਾਈਜ਼ਰ ਨਹੀਂ ਵਰਤਦੇ ਤਾਂ ਕਰੋਨਾ ਹੋ ਜੂ, ਜੇ ਵਰਤਦੇ ਆ ਤਾਂ ਚਮੜੀ ਦਾ ਰੋਗ ਹੋ ਜੂ। ਹੁਣ ਇਹ ਆਪ ਹੀ ਇਹਨਾਂ ਨੇ ਛਾਪੇ ਛੂਪੇ ਮਰਵਾਏ ਆ ਤਾਂ ਸਾਰੀਆਂ ਚੀਜ਼ਾਂ ਦਾ ਪਤਾ ਲੱਗਿਆ। ਹੁਣ ਕਹਿੰਦੇ ਆ ਜੀ ਸੈਨੀਟਾਈਜ਼ਰ ਉਹ ਚੰਗਾ ਜਿਹੜਾ ਹੱਥ ਨੂੰ ਛੇਤੀ ਸੁੱਕ ਜਾਏ, ਜਿਹੜਾ ਸੁੱਕਦਾ ਹੀ ਨਹੀਂ, ਇਹਦਾ ਮਤਲਬ ਕਿ ਉਹਦੇ ਵਿੱਚ ਉਹ ਕੈਮੀਕਲ ਪਾਤੇ ਆ ਜਿਹੜੇ ਕਿ ਤੁਹਾਡੀ ਬਾਡੀ ਦੇ ਲਈ ਖਤਰਨਾਕ ਹੈ। ਦੱਸੋ ਹੁਣ ਬੰਦਾ ਜਾਏ ਤਾਂ ਕਿੱਥੇ ਜਾਏ? ਨਹੀਂ ਕਿਤੇ ਵੀ ਨਹੀਂ ਜਾਣ ਦੀ ਲੋੜ ਬਾਟ ਸਾਹਿਬ, ਤੁਸੀਂ ਸਾਡਾ ਇੰਨਾ ਫਿਕਰ ਨਾ ਕਰੋ। ਦੇਖੋ ਸਾਨੂੰ ਆਦਤਾਂ ਪਈਆਂ ਸ਼ੁਰੂ ਤੋਂ। एक वो पिछले समय च रौला पाया ना, दूध में हल्दी डालकर पिए आपको कोरोना नहीं होगा। बंदा पूछे साढ़े 64% 65% दुध तो असी पाउडर तो बनाने
ਤੇ ਜਿਹੜੀ ਸੁੱਖ ਨਾਲ ਹਲਦੀ ਆ ਉਹਦੇ 'ਚ ਕਿਹੜਾ ਕਿਹੜਾ ਰੰਗ ਪੈਂਦਾ ਇਹ ਵੀ ਕਿਸੇ ਤੋਂ ਭੁੱਲਿਆ ਨਹੀਂ। ਹੁਣ ਜੇ ਉਹ ਦੋਵੇਂ ਚੀਜ਼ਾਂ ਮਿਲਾ ਕੇ, ਕੱਲੀ ਕੱਲੀ ਨਹੀਂ, ਉਹ ਵੀ ਮਿਲਾ ਕੇ ਅਸੀਂ ਕਰੋਨਾ ਤੋਂ ਬਚਣ ਦਾ ਹਿਸਾਬ ਕਿਤਾਬ ਲਾਉਂਦੇ ਤਾਂ ਸਾਨੂੰ ਸੈਨੀਟਾਈਜ਼ਰ ਜਿਹੜਾ ਅਸੀਂ ਹੱਥਾਂ 'ਤੇ ਲਾਉਣਾ ਉਹਦੇ ਨਾਲ ਕੀ ਹੋਣਾ। ਨਾਲੇ ਗੱਲ ਪਤਾ ਕੀ ਆ, ਜਿਹੜਾ ਬੰਦਾ ਸੈਨੀਟਾਈਜ਼ਰ ਬਣਾਉਂਦਾ ਉਹਨੇ ਵੀ ਹਿਸਾਬ ਹੁਣ ਲਾ ਲਿਆ ਹੋਣਾ। ਉਹ ਕਹਿੰਦਾ ਹੋਣਾ ਯਾਰ ਜੇ ਇਹੋ ਜਿਹੀ ਚੀਜ਼ ਮਿਲਾ ਕੇ ਬੰਦਾ ਮਰ ਸਕਦਾ, ਕਰੋਨਾ ਕਿੱਡੀ ਕੁ ਚੀਜ਼ ਆ, ਪਾਓ ਕੈਨੀਆਂ 'ਚ, ਕੋਈ ਗੱਲ ਨਹੀਂ, ਚਾੜ ਦਿਓ ਟਰੱਕਾਂ 'ਤੇ। ਇਸ ਕਰਕੇ ਇਹ ਜਿਹੜਾ ਮੁਲਕ ਹੈ ਨਾ ਜੀ, ਇੱਥੇ ਤਾਂ ਹਾਲਾਤ ਔਖੇ ਨੇ। ਬਾਕੀ ਕੁੱਲ ਮਿਲਾ ਕੇ ਇੰਨਾ ਜ਼ਰੂਰ ਹੈ ਵੀ ਆਪਾਂ ਜਿੱਦਾਂ ਪਹਿਲਾਂ ਗੱਲ ਕੀਤੀ, ਜਿਹੜਾ ਲੋਕ ਸ਼ਬਦ ਹੈ ਉਹ ਮਨਫੀ ਹੈ ਲੀਡਰਾਂ ਦੇ ਮਨਾਂ 'ਚੋਂ। ਇਸ ਕਰਕੇ ਹਰੇਕ ਬੰਦੇ ਨੂੰ ਆਪਣਾ ਫਿਕਰ ਆਪ ਕਰਨਾ ਪੈਣਾ। ਮੈਂ ਤਾਂ ਇੱਕ ਗੱਲ ਹੋਰ ਵੀ ਇੱਥੇ ਸੁਜੈਸ਼ਨ ਦਊਂਗਾ ਕਿ ਸੈਨੀਟਾਈਜ਼ਰਾਂ ਪਿੱਛੇ ਭੱਜਣ ਨਾਲੋਂ ਨਾ ਆਪਾਂ ਭਾਵੇਂ ਜਿਹੜਾ ਕੱਪੜੇ ਧੋਣ ਵਾਲਾ ਦੇਸੀ ਸਾਬਣ ਆ ਉਹਦੇ ਨਾਲ ਹੀ 2-3 ਵਾਰ ਹੱਥ ਧੋ ਲਿਆ ਕਰੀਏ, ਉਹ ਸਭ ਤੋਂ ਵਧੀਆ। ਹਾਂ ਬਿਲਕੁਲ, ਸੁੱਕ ਮਾਂਜ, ਜਾਣੀ ਕਿ ਸੁੱਕ ਮਾਂਜ ਜਿਹੜੀ ਆ ਦੁਨੀਆ ਦੇ ਉੱਤੇ ਉਹਦੇ ਨਾਲ ਦੀ ਰੀਸ ਸੀ ਕੋਈ ਨਹੀਂ। ਹੁਣ ਸਵਾਹ ਫੇਰ ਕੇ ਜਦੋਂ ਬੇਬੇ ਬਾਟੀ ਦੇ ਵਿੱਚੋਂ ਐਂ ਚਮਕਾਉਂਦੀ ਸੀ, ਜੇ ਸਾਡੇ ਭਾਂਡੇ ਉਹਦੇ ਨਾਲ ਸਾਫ਼ ਹੋ ਸਕਦੇ ਸੀ ਤਾਂ ਚੰਗੇ ਤਰੀਕੇ ਹੱਥ ਧੋਣ ਨਾਲ ਵੀ ਸਾਫ਼ ਹੋ ਸਕਦੇ ਆ। ਬਾਕੀ ਸੰਧਾਲੀਆ ਸਾਹਿਬ, ਆਪਣਾ ਕੰਮ ਕਹਿਣਾ, ਮੰਨਣੀ ਨਹੀਂ ਮੰਨਣੀ ਹੁਣ ਅਗਲਿਆਂ ਦੀ ਮਰਜ਼ੀ ਹੈ। ਪਰ ਇੰਨੀ ਕੁ ਗੱਲ ਜ਼ਰੂਰ ਹੈ, ਅਸੀਂ ਲੀਡਰ ਸਾਹਿਬਾਨ ਨੂੰ ਬੇਨਤੀ ਕਰਦੇ ਹਾਂ ਕਿ ਭਾਈ ਭੋਰਾ 5 ਮਿੰਟ ਰੋਜ਼ ਦੇ ਲੋਕਾਂ ਵਾਲੇ ਪਾਸੇ ਨੂੰ ਮਾੜਾ ਮੋਟਾ ਸੋਚ ਲਿਆ ਕਰੋ। ਆ ਜਿਹੜੀਆਂ ਦੁਵਿਧਾਵਾਂ ਜਿਹੀਆਂ ਪਈਆਂ ਹੋਈਆਂ ਕਿ ਫਲਾਣੇ ਜਥੇਦਾਰ ਨੇ ਉਹ ਕਹਿਤਾ, ਦੂਜਾ ਜਥੇਦਾਰ ਚੁੱਪ ਆ, ਚੁੱਪੀ ਤੋੜ ਲਓ, ਨਹੀਂ ਤਾਂ ਭੜਕ ਨੂੰ ਤੁਸੀਂ ਭਾਈ ਇੰਨੇ ਕੁ ਲੇਟ ਹੋ ਜਾਣਾ। ਫਿਰ ਉਹਦੇ ਤੋਂ ਬਾਅਦ ਸੱਪ ਨਿਕਲ ਜਾਣਾ, ਡੰਡੇ ਜਿੰਨੇ ਮਰਜ਼ੀ ਮਾਰੀ ਜਾਏ ਉਹ ਸੱਪ ਨੂੰ ਕੱਖ ਨਹੀਂ ਹੋਣਾ, ਡੰਡਾ ਛਲਣੀ ਹੋ ਜਾਣਾ। ਨਹੀਂ, ਪਰ ਫਰਕ ਕੋਈ ਨਹੀਂ ਪੈਣਾ ਬਾਠ ਸਾਹਿਬ। ਇੱਕ ਤੁਹਾਨੂੰ ਹੋਰ ਦੱਸਦਾ, ਦੇਖੋ ਤੁਸੀਂ ਵੀ ਇਹ ਗੱਲ ਜਾਣਦੇ ਹੋ ਐਂਡ ਲੋਕ ਵੀ ਹੁਣ ਨਾ ਅਸੀਂ ਭਲੀ ਭਾਂਤ ਜਾਣਨ ਲੱਗ ਪਏ, ਪੰਜਾਬ ਦੇ ਲੋਕਾਂ ਨੂੰ ਪਤਾ ਲੱਗ ਗਿਆ ਵੀ ਜਿੱਡੀ ਮਰਜ਼ੀ ਵੱਡੀ ਗੱਲ ਹੋ ਜੇ, ਜੋ ਮਰਜ਼ੀ ਹੋ ਜੇ, ਉਹ ਸਿਰਫ ਅਖਬਾਰਾਂ 'ਚ, ਆਪਣੇ ਵਾਂਗੂ ਟੈਲੀਵਿਜ਼ਨ 'ਤੇ, ਰੇਡੀਓ 'ਤੇ ਜਾਂ ਲੀਡਰਾਂ ਦੇ ਬਿਆਨਾਂ 'ਚ ਹੁੰਦੀ ਆ। ਉਸ ਤੋਂ ਇਲਾਵਾ ਆਮ ਬੰਦੇ ਦੀ ਜ਼ਿੰਦਗੀ 'ਚ ਉਹਦਾ ਚੁਆਨੀ ਫਰਕ ਨਹੀਂ ਪੈਂਦਾ। ਹੁਣ ਤੁਸੀਂ ਪਿਛਲੇ ਸਮੇਂ ਨੂੰ ਲਾ ਲਓ, 5 ਸਾਲਾਂ ਦੀ ਆਪਾਂ ਗੱਲ ਕਰ ਲਈਏ ਜਾਂ ਇਵਨ 2015 ਤੋਂ ਪਹਿਲਾਂ ਦੀ ਵੀ ਆਪਾਂ ਗੱਲ ਕਰ ਲਈ। ਮੈਂ 2015 ਦੀ 5 ਸਾਲ ਤਾਂ ਕਹੇ ਸੀ ਵੀ ਬੇਅਦਬੀ ਕਾਂਡ ਵਾਲਾ ਜਿੰਨਾ ਕੁਛ ਹੋਇਆ ਉਹਦੇ ਨਾਲ ਅਕਾਲੀ ਦਲ ਜਿਸ ਹੱਦ ਤੱਕ ਗਿਆ, ਜਿਸ ਹੱਦ ਤੱਕ ਉਹਨਾਂ ਨੂੰ ਦੇਖਣਾ ਪਿਆ ਕਿ ਵੀ ਹਾਂਜੀ ਮਹਾਰਾਜ ਲੋਕ ਘਰਾਂ 'ਚ ਨਹੀਂ ਵੜਨ ਦਿੰਦੇ, ਤੇ ਅੱਜ ਜਿੱਥੇ ਆ ਕੇ ਹੁਣ ਕਾਂਗਰਸ ਪਾਰਟੀ ਜਿਹੜੀ ਉਹਦੇ ਦੁਆਲੇ ਹੋ ਗਏ ਲੋਕੀ। ਇਸ ਕਰਕੇ ਉਹਨਾਂ ਨੂੰ ਪਤਾ ਲੀਡਰਾਂ ਨੂੰ ਕਿ ਵੀ ਇੱਕ ਵਾਰ ਠਿੱਬੀ ਲਾਉਣੀ ਆ, ਜੇ ਲੱਗ ਗਈ ਅਗਲਾ ਡਿੱਗ ਪਿਆ ਤੇ ਆਪਣੀ ਵਾਰੀ, ਜੇ ਅਗਲੇ ਨੇ ਨਾ ਝੱਲ ਗਿਆ, ਅਗਲਾ ਨਾ ਡਿੱਗਿਆ ਤੇ ਫਿਰ ਸਾਡੀ ਵਾਰੀ ਰਹਿ ਜਾਣੀ ਹੈ। ਇਹ ਜਿਹੜਾ ਕੰਮ ਹੈ ਨਾ, ਇਹ ਹੁਣ ਸਾਨੂੰ ਸਮਝ ਲੱਗ ਗਿਆ ਵੀ ਇਹ ਉੱਪਰਲੀ ਲੜਾਈ ਹੈ ਜਿਹਦਾ ਆਮ ਬੰਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨੂੰ ਆਪਣੀ ਰੋਟੀ ਦਾ ਫਿਕਰ ਵੀ ਕਰਨਾ ਪੈਣਾ, ਪਾਣੀ ਦਾ ਵੀ ਕਰਨਾ ਪੈਣਾ, ਦਵਾਈ ਬੂਟੀ ਦਾ ਵੀ ਕਰਨਾ ਪੈਣਾ, ਸਿਰ ਤੇ ਛੱਤ ਵੀ ਚਾਹੀਦੀ ਆ, ਤੇ ਗਾਂਹ ਜਿਹੜੇ ਨਿਆਣੇ ਆ ਉਹਨਾਂ ਦਾ ਫਿਕਰ ਵੀ ਉਹਨੇ ਆਪ ਹੀ ਕਰਨਾ ਵੀ ਇਹਨਾਂ ਨੂੰ ਰੋਟੀ ਮਿਲੂਗੀ ਕਿ ਨਹੀਂ ਮਿਲੂਗੀ। ਇਹ ਆ ਸੱਚ, ਤੇ ਇਹ ਸਾਨੂੰ ਪਤਾ। ਦੇਖੋ ਸੰਧਾਲੀ ਸਾਹਿਬ, ਫਰਕ ਤਾਂ ਪੈਂਦਾ, ਤੁਸੀਂ ਮੰਨੋ ਨਾ ਮੰਨੋ। ਦੇਖੋ ਜਦੋਂ ਕਿਸਾਨ ਅੰਦੋਲਨ ਚੱਲਿਆ, ਚੱਲ ਸੋਸ਼ਲ ਮੀਡੀਆ ਦੇ ਉੱਤੇ ਭੱਦੀ ਸ਼ਬਦਾਵਲੀ 'ਚ ਗਾਲਾਂ ਤੇ ਗਾਲਾਂ, ਫਲਾਣੇ ਕੰਮ ਨਹੀਂ ਕਰਦੇ, ਆਹ ਕੰਮ ਨਹੀਂ ਕਰਦੇ, 20 ਵਾਰੀ ਹੱਥ ਜੋੜੇ। ਉਹ ਭਾਈ ਗਾਲਾਂ ਕੱਢਣ ਦੇ ਨਾਲ ਇੱਦਾਂ ਦੀ ਸ਼ਬਦਾਵਲੀ ਵਰਤਣ ਨਾਲ ਕੋਈ ਫਰਕ ਨਹੀਂ ਪੈਣਾ। ਤਰਕ ਦੇ ਉੱਤੇ ਆਈਏ। ਉਹਦੇ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮੁੱਦਾ ਸੋਸ਼ਲ ਮੀਡੀਆ 'ਤੇ ਨੇਰੀਆਂ ਹੀ ਨੇਰੀਆਂ। ਉਹਦੇ ਤੋਂ ਬਾਅਦ ਕਈ ਹੋਰ ਤਰ੍ਹਾਂ ਦੇ ਮੁੱਦੇ ਆਏ, ਕਦੇ ਨਸ਼ੇ ਦਾ ਮੁੱਦਾ ਆ ਗਿਆ, ਕਦੇ ਸ਼ਰਾਬ ਦਾ ਮੁੱਦਾ ਆ ਗਿਆ, ਕਦੇ ਕਿਸਾਨ ਖੁਦਕੁਸ਼ੀਆਂ ਦਾ ਮੁੱਦਾ ਆ ਗਿਆ। ਸੋਸ਼ਲ ਮੀਡੀਆ 'ਤੇ ਨੇਰੀਆਂ ਨੇਰੀਆਂ, ਪਤਾ ਨਹੀਂ ਕੀ ਗੱਲ ਆ। ਜਿੱਦਾਂ ਫਿਲਮ ਦੇ ਵਿੱਚ ਦ੍ਰਿਸ਼ ਬਦਲਦੇ ਹੁੰਦੇ ਨਾ, ਕਿ ਪਹਿਲੇ ਦ੍ਰਿਸ਼ ਦੇ ਉੱਤੇ ਬੰਦਾ ਭਾਵੁਕ ਹੋ ਜਾਂਦਾ, ਅਗਲਾ ਦ੍ਰਿਸ਼ ਜੇ ਥੋੜ੍ਹਾ ਜਿਹਾ ਕਾਮੇਡੀ ਆ ਜਾਵੇ ਤਾਂ ਅਸੀਂ ਹੱਸਣ ਲੱਗ ਪਈਦਾ। ਉੱਦਾਂ ਦੀ ਮਾਨਸਿਕਤਾ ਬਣਦੀ ਜਾਂਦੀ ਹੈ। ਹੈਗੀ ਤਾਂ ਖਤਰਨਾਕ ਹੈ। ਅੱਗੇ ਭਾਈ ਇਹ ਖਤਰਨਾਕ ਸਥਿਤੀ ਨੂੰ ਕੌਣ ਬੰਦਾ ਸਮਝਣਾ ਚਾਹੁੰਦਾ, ਕੌਣ ਬੰਦਾ ਨਹੀਂ। ਬਾਕੀ ਤਾਂ ਸੰਧਾਲੀਆ ਸਾਹਿਬ ਇੱਦਾਂ ਹੀ ਆ, ਜਿਹਨੇ ਪੱਠੇ ਪਾਉਣੇ ਆ ਨਾ, ਉਹਨੇ ਟੋਕਰਾ ਤੂੜੀ ਦਾ ਖੁਰਲੀ 'ਚ ਸੁੱਟ ਕੇ ਮਾੜਾ ਜਿਹਾ ਪੁੱਠਾ ਮਾਰਨਾ ਹੀ ਆ ਕਿ ਭਾਈ ਇਹ ਚੰਗੇ ਤਰੀਕੇ ਝੜ ਜਾਏ। ਜਿਹਨੇ ਬਰਸੀਮ ਥੋੜ੍ਹਾ ਬਹੁਤ ਉੱਪਰ ਪਾਉਣਾ ਹੈ, ਉਹਨੇ ਹੌਲੀ ਦੇਣੀ 2 ਹੱਥ ਮਾਰ ਕੇ ਰਲਾਉਣਾ ਹੀ ਆ ਕਿ ਪਹਿਲਾਂ ਨਹੀਂ ਤਾਂ ਉਹਨੇ ਪੱਠੇ ਹਰਾ ਖਾ ਲੈਣਾ ਤੇ ਮੁੜ ਕੇ ਤੂੜੀ ਖਾਣ ਦੀ ਜਗ੍ਹਾ ਦੇ ਉੱਤੇ ਅੜਿੰਗਣਾ ਸ਼ੁਰੂ ਕਰ ਦੇਣਾ। ਕਰਾਂਗੇ ਕੀ? ਆਮ ਬੰਦਾ ਤਾਂ ਮੈਨੂੰ ਲੱਗਦਾ ਕਿ ਅਜੇ ਉੱਥੇ ਭੱਜਾ ਫਿਰਦਾ ਹੈ। ਨਹੀਂ, ਇਹ ਤੇ ਸਹੀ ਆ, ਸੱਚ ਆ ਬਾਠ ਸਾਹਿਬ। ਸਮਾਂ ਪ੍ਰੋਗਰਾਮ ਦਾ ਮੁੱਕ ਗਿਆ, ਤੁਸੀਂ ਹਫ਼ਤੇ ਕੁ ਬਾਅਦ ਇੱਦਾਂ ਹਾਜ਼ਰੀ ਲਵਾ ਲੈਂਦੇ ਆ। ਤੁਹਾਡਾ ਬੜਾ ਧੰਨਵਾਦ। ਮੈਂ ਤਾਂ ਇਹ ਸੋਚਦਾ ਕਿ ਹੁਣ ਭਰਾ ਨੇ ਚਾਹ ਇਕੱਲੇ ਨੇ ਪੀਣੀ ਆ ਗੁੜ ਵਾਲੀ, ਮੈਂ ਅੱਧਾ ਘੰਟਾ ਉਦਰਿਆ ਜਾ ਰਹਿਣਾ, ਕੋਈ ਮੰਨੇ ਨਾ ਮੰਨੇ, ਇਹ ਗੱਲ ਹੈਗੀ ਸੱਚ। ਨਹੀਂ ਕੋਈ ਨਹੀਂ, ਚਲੋ ਇਹ ਤੁਸੀਂ ਸਮਝ ਲਓ ਵੀ ਤੁਸੀਂ ਪੀ ਲਈ ਮੈਂ ਪੀ ਲਈ, ਇੱਕੋ ਹੀ ਗੱਲ ਆ। ਤੇ ਬਹੁਤ ਧੰਨਵਾਦ, ਆਪਾਂ ਫਿਰ ਮਿਲਦੇ ਜੀ ਅਗਲੇ ਹਫ਼ਤੇ। ਜੀ ਸ਼ੁਕਰੀਆ ਜੀ, ਬਹੁਤ ਮਿਹਰਬਾਨੀ ਜੀ, ਧੰਨਵਾਦ। ਤੇ ਮੈਂ ਜ਼ਰੂਰ ਆਪ ਜੀ ਨੂੰ ਬੇਨਤੀ ਕਰਾਂ ਜੀ ਸਾਰਿਆਂ ਨੂੰ ਕਿ ਉਹ ਲਾਈਕ ਵਾਲਾ ਬਟਨ ਜ਼ਰੂਰ ਦੱਬਿਆ ਕਰੋ। ਤੇ ਜਿਹੜੀਆਂ ਗੱਲਾਂ ਬਾਤਾਂ ਅਸੀਂ ਕਰਦੇ ਹਾਂ ਇਹ ਤੁਹਾਡੇ ਨਾਲ ਆਪਣੇ ਭੈਣ ਭਰਾ ਸਮਝ ਕੇ, ਜਿਵੇਂ ਆਪਾਂ ਘਰੇ ਪਰਿਵਾਰ 'ਚ ਬਹਿ ਕੇ ਕਰਦੇ ਇੱਦਾਂ ਕਰ ਲਈਦੀਆਂ, ਕਿਉਂਕਿ ਸਾਡਾ ਉਹ ਕੋਈ ਮਕਸਦ ਨਹੀਂ ਹੈਗਾ ਵੀ ਹਾਂ ਇੱਕ ਖਬਰ ਦਿੱਤੀ ਉਦੋਂ ਬਾਅਦ ਲੋਕ ਜਾਂ ਢੱਠੇ ਖੂਜ, ਕਿਸੇ ਨੂੰ ਕੋਈ ਲੈਣਾ ਦੇਣਾ ਨਹੀਂ ਹੈਗਾ। ਸਿਰਫ ਇੱਕ ਥਾਟ ਪ੍ਰੋਵੋਕਿੰਗ ਚੀਜ਼ਾਂ ਕਿ ਆਪਾਂ ਨੂੰ ਇੱਕ ਵਾਰ ਸਮਝਣ ਦੀ ਆਦਤ ਪੈ ਜੇ, ਸੁਣਨ ਦੀ ਆਦਤ ਪੈ ਜੇ, ਸਹੀ ਗਲਤ ਕਰਨ ਦਾ ਫੈਸਲਾ ਜਿਹੜਾ ਹੈ ਉਹ ਆਪਾਂ ਖੁਦ ਲੈਣ ਲੱਗ ਪਈਏ ਕਿ ਆਹ ਚੀਜ਼ ਸਹੀ ਆ, ਆਹ ਚੀਜ਼ ਗਲਤ ਆ, ਤੇ ਉਹਦੇ ਨਾਲ ਆਪਣਾ ਜਿਹੜਾ ਮਸਲਾ ਉਹ ਹੱਲ ਹੋ ਸਕਦਾ। ਜ਼ਰੂਰ ਤੁਸੀਂ ਇਸ ਚੀਜ਼ ਦੇ ਉੱਪਰ ਵਿਚਾਰਨਾ,
ਆਪਣੇ ਵਿਚਾਰ ਵੀ ਸਾਡੇ ਤੱਕ ਪਹੁੰਚਾਉਂਦੇ ਰਹਿਣਾ, ਫੀਡਬੈਕ ਦਿੰਦੇ ਰਹਿਣਾ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।